ਪ੍ਰਧਾਨ ਮੰਤਰੀ 올림픽ਸ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਦਿਖਾਈ? ਹਰ ਉਸ ਗੱਲ ਦੇ ਉੱਤੇ ਉਹ ਧਿਆਨ ਰੱਖਦੇ ਨੇ ਜਿੱਥੇ ਉਹਨਾਂ ਦੀ ਜਿਹੜੀ ਫੋਟੋ ਆ ਉਹ ਟੈਲੀਵਿਜ਼ਨ ਤੇ ਜਾਣੀ ਹੋਵੇ ਤੇ ਜਿੱਥੇ ਉਹਨਾਂ ਨੂੰ ਕੁਝ ਚੰਗਾ ਜਿਹੜਾ ਆ ਉਹ ਮਿਲਣਾ ਹੋਵੇ। ਐਮਐਲਏਜ਼ ਹੋਣ, ਐਮਪੀ ਹੋਣ, ਇਹ ਇੱਕਮਾਤਰ ਇਹੋ ਜਿਹੇ ਲੋਕ ਨੇ ਜਿਹੜੇ ਆਪਣੀ ਤਨਖਾਹ ਆਪੇ ਹੀ ਵਧਾ ਲੈਂਦੇ ਨੇ, ਇਹਨਾਂ ਨੂੰ ਕਿਤੇੋਂ ਪਰਮਿਸ਼ਨ ਨਹੀਂ ਲੈਣੀ ਪੈਂਦੀ। ਕੈਪਟਨ ਸਾਹਿਬ ਨੇ ਟਵੀਟ ਤੇ ਕਰ ਦਿੱਤਾ ਕਿ ਪੰਜਾਬ ਦੇ ਖਿਡਾਰੀਆਂ ਨੇ ਗੋਲ ਵੱਧ ਕੀਤੇ, ਪਰ ਕੈਪਟਨ ਸਾਹਿਬ ਨੇ ਪੰਜਾਬ ਦੇ ਖਿਡਾਰੀਆਂ ਲਈ ਕੀ ਕੀਤਾ? ਪੰਜਾਬ ਸਰਕਾਰ ਕੀ ਕਰ ਰਹੀ ਆ? 2 ਕਰੋੜ ਰੁਪਏ ਦੇ ਰਹੇ ਹਾਂ। ਹਰਿਆਣਾ ਕਹਿ ਰਿਹਾ ਅਸੀਂ 6 ਕਰੋੜ ਰੁਪਏ ਦੇ ਰਹੇ ਹਾਂ ਤੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਕਿ ਅਸੀਂ ਮੇਰੀ ਭਾਵਨਾ ਜਿਹੜੀ ਉਹ ਖੇਡਾਂ ਨਾਲ ਬਹੁਤ ਜੁੜੀ ਹੋਈ ਆ। ਭਾਵਨਾਵਾਂ ਦੇ ਨਾਲ ਖੇਡਾਂ ਦਾ ਕੀ ਭਲਾ ਹੋਵੇ? ਬਿੱਲ ਤਾਂ ਇਦਾਂ ਪਾਸ ਹੋ ਰਹੇ ਨੇ ਜਿੱਦਾਂ ਚਾਟ ਪਾਪੜੀ ਬਣਾ ਰਿਹਾ ਹੁੰਦਾ ਕੋਈ ਰੇਹੜੀ ਵਾਲਾ। ਅਰਵਿੰਦ ਕੇਜਰੀਵਾਲ ਨੇ, ਹਾਲਾਂਕਿ ਉਹ ਰੌਲਾ ਜ਼ਰੂਰ ਪਾਉਂਦੇ ਨੇ ਕਿ ਮੈਂ ਇਸ ਬੀਜੇਪੀ ਸਾਨੂੰ ਤੰਗ ਕਰਦੀ ਆ, ਪਰ ਉਹਨਾਂ ਨੇ ਇੱਕ ਜਿਹੜੀ ਸੈਟਿੰਗ ਜਿਹੀ ਆ ਉਹ ਕਰ ਲਈ ਹੋਈ। ਬੀਐਸਪੀ ਆ ਉਹ ਇਦਾਂ ਦੀਆਂ ਚੀਜ਼ਾਂ ਤੋਂ ਬਚਦੀ ਆ ਕਿਉਂਕਿ ਕੇਸ ਉਹਨਾਂ ਦੇ ਵੀ ਜਿਹੜੇ ਆ ਕਰਪਸ਼ਨ ਦੇ ਜਾਂ ਹੋਰ ਇਦਾਂ ਦੇ ਪੁੱਠੇ ਸਿੱਧੇ ਕੰਮਾਂ ਦੇ ਚੱਲਦੇ ਹੀ ਰਹਿੰਦੇ ਨੇ। ਦਲਿਤ ਮੁੱਖ ਮੰਤਰੀ ਬਣਾ ਦਿਓ, ਦਲਿਤ ਉਪ ਮੁੱਖ ਮੰਤਰੀ ਬਣਾ ਦਿਓ, ਦਲਿਤ ਰਾਸ਼ਟਰਪਤੀ ਬਣਾ ਦਿਓ, ਦਲਿਤ ਉਪ ਰਾਸ਼ਟਰਪਤੀ ਬਣਾ ਦਿਓ, ਦਲਿਤ ਪ੍ਰਧਾਨ ਮੰਤਰੀ ਬਣਾ ਦਿਓ, ਹੋਵੇਗਾ ਕੀ? ਸੰਵਿਧਾਨ ਤਾਂ ਕਹਿੰਦਾ ਹੈ ਕਿ ਸਾਰੇ ਬਰਾਬਰ ਨੇ। ਸਰਕਾਰ ਇਹਨਾਂ ਗਰੀਬ ਐਮਐਲਏਆਂ ਦਾ ਇਨਕਮ ਟੈਕਸ ਵੀ ਆਪਣੇ ਕੋਲੋਂ ਭਰਦੀ ਆ, ਵਿਚਾਰਿਆਂ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ ਕਿ ਉਹ ਤਨਖਾਹ ਲੈ ਕੇ ਆਪਣਾ ਟੈਕਸ ਵੀ ਦੇ ਦੇਣ। ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਉਹ ਕਦੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਨਹੀਂ ਹੈਗਾ, ਸਾਡੀ ਸਰਕਾਰ ਨੇ ਇਦਾਂ ਦਾ ਕੋਈ ਕੰਮ ਹੀ ਨਹੀਂ ਕੀਤਾ, ਤੇ ਹੁਣ ਉਹ ਕਹਿੰਦੇ ਨੇ ਕਿ ਨਸ਼ਾ ਖਤਮ ਨਹੀਂ ਹੋਇਆ। ਪੰਜਾਬੀ ਨੈਸ਼ਨਲ ਟੀਵੀ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਟੋਕੀਓ 올림픽 ਵਿੱਚ ਤੀਜਾ ਮੈਡਲ ਕਿਸ ਨੇ ਭਾਰਤ ਦੀ ਝੋਲੀ ਵਿੱਚ ਪਾਇਆ, ਸੰਸਦ ਦੇ ਅੰਦਰ ਤੇ ਬਾਹਰ ਰੌਲਾ ਰੱਪਾ ਤੇ ਕੀ ਕਾਰਵਾਈ ਹੋ ਰਹੀ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ 'ਚ ਵਿਚਾਰਾਂਗੇ ਕੁਝ ਹੋਰ ਮੁੱਦੇ ਜਿਨ੍ਹਾਂ 'ਚ ਹਨੀ ਸਿੰਘ ਦਾ ਨਾਮ ਇਸ ਵੇਲੇ ਕਿਉਂ ਚਰਚਾ ਵਿੱਚ ਹੈ, ਐਸਟੀਐਫ ਦੀ ਕਾਰਗੁਜ਼ਾਰੀ ਤੇ ਕਿੰਨੇ ਚੁੱਕੇ ਸਵਾਲ। ਇਹਨਾਂ ਸਭ ਸਵਾਲਾਂ ਤੋਂ ਇਲਾਵਾ ਕੁਝ ਹੋਰ ਵੀ ਮੁੱਦੇ ਵਿਚਾਰਾਂਗੇ ਅੱਜ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਪਰਮਿੰਦਰ ਜੀ। ਸਭ ਤੋਂ ਪਹਿਲਾਂ ਤਾਂ ਵੱਡੀ ਸਾਰੀ ਵਧਾਈ। ਬਿਲਕੁਲ ਜੀ। ਤੁਸੀਂ ਪੁੱਛਿਆ ਹੀ ਨਹੀਂ ਕਾਦੀ। ਤੁਹਾਨੂੰ ਤਗਮਾ ਇੱਕ ਹੋਰ ਮਿਲ ਗਿਆ ਅੱਜ 올림픽 ਦੇ ਵਿੱਚ ਤੇ ਤੁਸੀਂ ਖੁਸ਼ ਆ ਕਿ ਮਿਲਿਆ ਉਹ ਵੀ ਬੀਬੀ ਨੂੰ ਹੀ ਆ, ਤੇ ਹੁਣ ਤੁਸੀਂ ਕਹਿਣਾ ਕਿ ਤੁਹਾਨੂੰ ਕਿਉਂ ਨਹੀਂ ਮਿਲਿਆ ਕੋਈ? ਹਾਂ, ਉਹ ਤਾਂ ਨੈਚੁਰਲੀ ਹੈ ਬਈ, ਕੁੜੀਆਂ ਕਰ ਸਕਦੀਆਂ ਤੇ ਮੁੰਡੇ ਕਿਉਂ ਪਿੱਛੇ ਨੇ? ਨਹੀਂ, ਇਦਾਂ ਦੀ ਗੱਲ ਨਹੀਂ ਹੈਗੀ। 2 ਤਮਗੇ ਜਿਹੜੇ ਆ ਉਹ ਮੈਨਸ ਦੇ ਕੁਸ਼ਤੀ ਦੇ ਵਿੱਚ ਫਾਈਨਲ ਹੋ ਗਏ ਨੇ ਜੀ। ਦੀਪਕ ਕੁਮਾਰ ਤੇ ਪੂਨੀਆ ਦੋਨੋਂ ਹੀ ਆਪਣੀ ਆਪਣੀ ਬਾਊਟ ਜਿੱਤ ਗਏ ਨੇ, ਸੈਮੀਫਾਈਨਲ 'ਚ ਪਹੁੰਚ ਗਏ ਨੇ ਤੇ ਕੁਸ਼ਤੀ ਦੇ ਲਾ ਦੇ ਮੁਤਾਬਕ ਜੇ ਉਹ ਅਗਲਾ ਮੈਚ ਜਿੱਤਦੇ ਨੇ ਤੇ ਉਹ ਫਾਈਨਲ 'ਚ ਭਿੜਨਗੇ, ਜੇ ਨਹੀਂ ਜਿੱਤਦੇ ਨੇ ਤੇ ਉਹ ਬ੍ਰੌਂਜ਼ ਤੇ ਉਹਨਾਂ ਦੇ ਦੋਨਾਂ ਦੇ ਪੱਕੇ ਹੋ ਗਏ ਨੇ। ਪਰ ਇਹ ਗੱਲ ਦਰੁਸਤ ਆ ਤੁਹਾਡੀ ਕਿ ਹੁਣ ਤੱਕ ਦੀ ਜਿਹੜੀ ਪ੍ਰਦਰਸ਼ਨ ਹੈ 올림픽 ਦੇ ਵਿੱਚ ਉਹ ਕੁੜੀਆਂ ਦਾ ਮੁਕਾਬਲਤਨ ਮੁੰਡਿਆਂ ਦੇ ਜਾਂ ਕਹਿ ਲਓ ਮਹਿਲਾਵਾਂ ਦਾ ਮੁਕਾਬਲਤਨ ਪੁਰਸ਼ਾਂ ਦੇ ਜਿਹੜਾ ਉਹ ਵਧੀਆ ਰਿਹਾ ਜੀ ਜੀ। ਤੇ ਗੱਲ ਪ੍ਰਧਾਨ ਮੰਤਰੀ ਦੀ ਕਰਦੇ ਹਾਂ। ਪ੍ਰਧਾਨ ਮੰਤਰੀ 올림픽ਸ ਦੇ ਵਿੱਚ ਇੰਨੀ ਦਿਲਚਸਪੀ ਕਿਉਂ ਦਿਖਾ ਰਹੇ? ਭਾਰਤੀ ਖਿਡਾਰੀਆਂ ਦੀ ਪ੍ਰਾਪਤੀ ਹੈ ਜਾਂ ਕੋਈ ਹੋਰ ਵੀ ਵਜ੍ਹਾ? ਸਾਰੇ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ। ਅੱਛਾ, ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ, ਬਿਲਕੁਲ ਠੀਕ ਆ। ਉਹ ਰਾਸ਼ਟਰ ਦੇ ਮੁਖੀ ਨੇ, ਰਾਸ਼ਟਰਪਤੀ ਤੋਂ ਬਾਅਦ ਉਹ ਜਿਹੜੀ ਐਕਟਿਵ ਪੋਲਿਟਿਕਸ ਆ ਉਹਦੇ ਵਿੱਚ ਉਹ ਭਾਰਤ ਨੂੰ ਰਿਪਰੈਜ਼ੈਂਟ ਕਰਦੇ ਨੇ, ਭਾਰਤ ਦੇ ਪ੍ਰਧਾਨ ਮੰਤਰੀ ਨੇ, ਤੇ ਹਰ ਉਸ ਗੱਲ ਦੇ ਉੱਤੇ ਉਹ ਧਿਆਨ ਰੱਖਦੇ ਨੇ ਜਿੱਥੇ ਉਹਨਾਂ ਦੀ ਜਿਹੜੀ ਫੋਟੋ ਆ ਉਹ ਟੈਲੀਵਿਜ਼ਨ ਤੇ ਜਾਣੀ ਹੋਵੇ ਤੇ ਜਿੱਥੇ ਉਹਨਾਂ ਨੂੰ ਕੁਝ ਚੰਗਾ ਜਿਹੜਾ ਆ ਉਹ ਮਿਲਣਾ ਹੋਵੇ। ਹਾਕੀ ਦੇ ਮੈਚ ਦੀ ਉਹਨਾਂ ਨੇ ਗੱਲ ਕੀਤੀ, ਮੈਨਸ ਹਾਕੀ ਦਾ ਜਿਹੜਾ ਸੈਮੀਫਾਈਨਲ ਉਹਨਾਂ ਨੇ ਦੇਖਿਆ ਬੈਲਜੀਅਮ ਦੇ ਨਾਲ, ਤੇ ਉਹਨਾਂ ਨੇ ਕਿਹਾ ਕਿ ਮੈਂ ਸਾਰਾ ਮੈਚ ਦੇਖਿਆ, ਤੇ ਫਿਰ ਉਹਨਾਂ ਨੇ ਕੁਝ ਚੰਗਾ ਟਵੀਟ ਕੀਤਾ। ਇੱਕ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਤੁਸੀਂ ਜਿੱਤਦੇ ਆ ਤਾਂ ਫਿਰ ਵਧਾਈ ਮਿਲਦੀ ਆ, ਤੇ ਜਦੋਂ ਹਾਰਦੇ ਆ ਤਾਂ ਫਿਰ ਹੌਸਲਾ ਮਿਲਦਾ। ਚੰਗੀ ਗੱਲ ਆ, ਇਹ ਮਿਲਣਾ ਚਾਹੀਦਾ। ਪਰ ਉਸ ਤੋਂ ਬਾਅਦ ਕੁਝ ਬੀਜੇਪੀ ਦੇ ਲੀਡਰਾਂ ਨੇ ਜਿਹੜੇ ਟਵੀਟ ਕੀਤੇ ਉਹ ਹਾਸੋਹੀਣੇ ਵੀ ਸੀ, ਤੇ ਉਹ ਉਹਨਾਂ ਦੀ ਜਿਹੜੀ ਆ ਬੁੱਧੀ ਦਾ ਪ੍ਰਦਰਸ਼ਨ ਵੀ ਕਰਦੇ ਸੀ, ਤੇ ਨਾਲ ਦੀ ਨਾਲ ਚਾਪਲੂਸੀ ਵਾਲੀ ਜਿਹੜੀ ਉਹ ਹੈਗੀ ਆ ਉਹਨਾਂ ਦੀ ਇੱਕ ਸੋਚ ਖਾਸ ਤੌਰ ਤੇ ਉਹਦਾ ਵੀ ਉਹ ਪ੍ਰਗਟਾਵਾ ਜਿਹੜਾ ਉਹ ਕਰਦੇ ਸੀ। ਅਨੁਰਾਗ ਠਾਕੁਰ ਖੇਡ ਮੰਤਰੀ ਵੀ ਰਹੇ ਆ, ਹੁਣ ਉਹਨਾਂ ਦਾ ਮੰਤਰਾਲਿਆ ਬਦਲ ਦਿੱਤਾ ਗਿਆ, ਫਿਰ ਉਹ ਦੂਸਰੇ ਮਿਨਿਸਟਰ ਵੀ ਰਹੇ, ਫਿਰ ਉਹ ਰਾਜ ਮੰਤਰੀ ਸੀ, ਹੁਣ ਸੁਤੰਤਰ ਪ੍ਰਭਾਰ ਦੇ ਮੰਤਰੀ ਨੇ। ਉਹਨਾਂ ਨੇ ਇੱਕ ਬਿਆਨ, ਇੱਕ ਟਵੀਟ ਕੀਤਾ ਬਿਆਨ, ਫਿਰ ਅੱਜ ਕੱਲ੍ਹ ਜਿਹੜੇ ਆ ਉਹ ਡਿਜੀਟਲ ਹੋ ਕੇ ਆਉਂਦੇ ਨੇ, ਤੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੈਚ ਦੇਖਣਾ ਆਪਣੇ ਆਪ ਵਿੱਚ ਵੱਡੀ ਘਟਨਾ ਹੈ। ਫਿਰ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਮੈਚ ਤੋਂ ਮੁੱਕਣ ਤੋਂ ਬਾਅਦ ਜਲਦੀ ਟਵੀਟ ਕਰਦੇ ਆ ਤੇ ਇਹਦੇ ਨਾਲ ਭਾਰਤੀ ਖੇਡਾਂ ਦਾ ਬਹੁਤ ਭਲਾ ਹੁੰਦਾ। ਕੁਛ ਇਹੋ ਜਿਹਾ ਹੀ ਟਵੀਟ ਜਿਹੜਾ ਆ ਇੱਕ ਬਿਹਾਰ ਤੋਂ ਐਮਐਲਏ ਐਮਪੀ ਨੇ ਦਿੱਲੀ ਦੇ ਵਿੱਚ, ਉਹ ਦਿੱਲੀ ਬੀਜੇਪੀ ਦੇ ਅਧਿਕਸ਼ ਰਹੇ ਮਨੋਜ ਤਿਵਾੜੀ ਜੀ, ਉਹਨਾਂ ਨੇ ਵੀ ਇਦਾਂ ਦਾ ਹੀ ਇੱਕ ਬਿਆਨ ਜਿਹੜਾ ਉਹ ਦਿੱਤਾ। ਹਰਸ਼ਵਰਧਨ ਪਹਿਲਾਂ
ਸਿੱਖਿਆ ਉਸ ਤੁਹਾਡੀ ਸਿਹਤ ਮੰਤਰੀ ਸੀ, ਉਹਨਾਂ ਦਾ ਪੋਰਟਫੋਲੀਓ ਉਹਨਾਂ ਤੋਂ ਲੈ ਲਿਆ ਗਿਆ ਜਦੋਂ ਕੈਬਨਿਟ ਸ਼ਫਲ ਹੋਈ ਆ, ਤੇ ਉਹਨਾਂ ਨੇ ਵੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ। ਕੈਲਾਸ਼ ਵਿਜੇ ਵਰਗੇ ਇੱਕ ਹੋਰ ਬੀਜੇਪੀ ਦੇ ਵੱਡੇ ਲੀਡਰ ਨੇ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਬਹੁਤ ਸਿਫਤ ਕੀਤੀ। ਤੇ ਇਹ ਇੱਕ ਜਿਹੜਾ ਖਾਸ ਤਰ੍ਹਾਂ ਦਾ ਚੱਲਣ ਆ ਨਾ ਕਿ ਤੁਸੀਂ ਆਪਣੇ ਲੀਡਰ ਨੂੰ ਕਿੱਦਾਂ ਸਪੋਰਟ ਕਰਦੇ ਆ ਤੇ ਕਿੱਦਾਂ ਉਹਦੀ ਜਿਹੜੀ ਹੌਸਲਾ ਅਫਜ਼ਾਈ ਕਰਦੇ ਆ ਜਾਂ ਚਾਪਲੂਸੀ ਕਰਦੇ ਆ ਜਾਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਆ, ਉਹ ਬੜਾ ਹਾਸੋਹੀਣਾ ਲੱਗਦਾ। ਜੇਕਰ ਪ੍ਰਧਾਨ ਮੰਤਰੀ ਦੇ ਮੈਚ ਦੇਖਣ ਨਾਲ ਹੀ ਓਲੰਪਿਕ ਦਾ ਭਲਾ ਹੁੰਦਾ ਜਾਂ ਦੇਸ਼ ਦੇ ਵਿੱਚ ਖੇਡਾਂ ਦਾ ਮਾਹੌਲ ਬਣਦਾ, ਤੇ ਫਿਰ ਪ੍ਰਧਾਨ ਮੰਤਰੀ ਤੋਂ ਬਾਕੀ ਕੰਮ ਲੈ ਕੇ ਉਹਨੂੰ ਓਲੰਪਿਕ ਦੇਖਣ ਦੇ ਉੱਤੇ ਬਿਠਾ ਦੇਣਾ ਚਾਹੀਦਾ। ਤੇ ਜੇ ਉਹਨਾਂ ਦਾ ਇੱਕ ਮੈਚ ਦੇਖਣ ਤੋਂ ਬਾਅਦ ਉਹਨਾਂ ਦਾ ਟਵੀਟ ਕਰ ਦੇਣਾ ਹੀ ਬਹੁਤ ਵੱਡੀ ਗੱਲ ਆ, ਤੇ ਫਿਰ ਉਹ ਜਿਹੜੇ ਬਜਟ ਜਦੋਂ ਖੇਡਾਂ ਦੇ ਲਈ ਬਜਟ ਸਾਲ ਬਾਅਦ ਪੇਸ਼ ਹੁੰਦਾ ਤਾਂ ਉਹਦੇ ਵਿੱਚ ਅਮਾਊਂਟ ਜਿਹੜੀ ਉਹ ਕਿਉਂ ਨਹੀਂ ਐਲੋਕੇਟ ਕੀਤੀ ਜਾਂਦੀ? ਕਦੇ 18% ਘਟ ਜਾਂਦਾ ਹੈ ਸਾਲ ਬਾਅਦ ਖੇਡਾਂ ਦਾ ਬਜਟ, ਕਦੇ 14% ਘਟ ਜਾਂਦਾ ਹੈ, ਕਦੇ 36% ਘਟ ਜਾਂਦਾ ਹੈ। ਖੇਲੋ ਇੰਡੀਆ ਜਿਹੜਾ ਸੀਗਾ ਬੜਾ ਵੱਡਾ ਇਹਨਾਂ ਨੇ ਇੱਕ ਆਯੋਜਨ ਕਰਕੇ ਸਕੂਲ ਖੇਲਾਂ ਦਾ ਉਦਘਾਟਨ ਕੀਤਾ, ਉਹਦੇ ਪ੍ਰਚਾਰ ਪ੍ਰਸਾਰ ਦੇ ਉੱਤੇ ਹਰ ਚੀਜ਼ ਦੇ ਉੱਤੇ ਬੜੇ ਖਰਚੇ ਕਰਦੇ ਨੇ। ਪਰ ਜਦੋਂ ਉਹਦੀ ਐਂਡ ਦੇ ਵਿੱਚ ਰਿਜ਼ਲਟ ਆਉਂਦਾ ਆ ਸਾਲ ਬਾਅਦ, ਤਾਂ ਪਤਾ ਲੱਗਦਾ ਕਿ 1400 ਕਰੋੜ ਦਾ ਬਜਟ ਰੱਖਿਆ ਸੀ ਤੇ ਦਿੱਤਾ ਗਿਆ ਮੁੜ ਕੇ 600 ਕਰੋੜ। ਤੇ ਜਦੋਂ ਮਿਨਿਸਟਰੀ ਆਫ ਸਪੋਰਟਸ ਤੋਂ ਕਿਸੇ ਆਰਟੀਆਈ ਨੇ ਜਾਣਕਾਰੀ ਮੰਗੀ ਕਿ ਇਹ ਜਿਹੜਾ ਬਜਟ ਘੱਟ ਕਿਉਂ ਆਇਆ, ਤੇ ਫਿਰ ਉਹ ਕਹਿੰਦੇ ਜੀ ਜਿਹੜਾ ਕੰਪਨੀਜ਼ ਜਿਹੜੀਆਂ ਕਾਰਪੋਰੇਟ ਸੈਕਟਰ ਤੋਂ CSR ਦੇ ਪੈਸੇ ਆਉਣੇ ਸੀ। ਜਿੱਦਾਂ ਤੁਸੀਂ ਜਾਣਦੇ ਆ ਕਿ CSR ਹਰ ਜਿਹੜੀ ਵੱਡੀ ਕੰਪਨੀਆਂ ਜਿਹੜੀ ਕਰੋੜਾਂ ਦੇ ਬਜਟ ਵਾਲੀਆਂ ਕੰਪਨੀਆਂ, ਉਹਨਾਂ ਦਾ ਇੱਕ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਕਰਕੇ ਇੱਕ ਪ੍ਰੋਗਰਾਮ ਆ, ਉਹਨਾਂ ਨੇ ਆਪਣੇ ਪ੍ਰੋਫਿਟ ਦਾ 10% ਹਿੱਸਾ ਸਮਾਜ ਕਲਿਆਣ ਚ ਲਾਉਣਾ ਹੁੰਦਾ, ਉਹਨੂੰ ਬਜਟ ਦੇ ਵਿੱਚ ਰੱਖਿਆ ਗਿਆ ਸੀਗਾ, ਤੇ ਉਹ ਪੈਸੇ ਕਾਰਪੋਰੇਟ ਤੋਂ ਖੇਡਾਂ ਵੱਲ ਨਹੀਂ ਆਏ। ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਖੇਡਾਂ ਲਈ ਭਲਾ ਕਰਦੇ ਆ ਤੇ ਖੇਡਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਤੇ ਖੇਡ ਭਾਵਨਾ ਦਾ ਅਸੀਂ ਪ੍ਰਗਟਾਵਾ ਕਰਦੇ ਆ? ਤੁਸੀਂ ਤਾਂ ਸਿਰਫ ਜਦੋਂ ਮੌਕਾ ਆਉਂਦਾ ਆ ਉਦੋਂ ਟਵੀਟ ਕਰਦੇ ਆ, ਜਿੱਥੇ ਮਾਈਲੇਜ ਲੈਣ ਦੀ ਗੱਲ ਆਉਂਦੀ ਆ, ਜਿੱਥੇ ਸਮਾਂ ਹੁੰਦਾ ਆ ਤੁਹਾਡੀ ਫੋਟੋ TV ਤੇ ਆ ਜਾਵੇ ਤੇ ਖਿਡਾਰੀਆਂ ਨੂੰ ਤੁਸੀਂ ਸ਼ਾਬਾਸ਼ ਦੇ ਰਹੇ ਆ ਜਾਂ ਹੌਸਲਾ ਦੇ ਰਹੇ ਆ। ਜੇਕਰ ਤੁਹਾਡਾ ਖੇਡਾਂ ਦੇ ਨਾਲ ਵਾਕਿਆ ਹੀ ਹਾਲਾਤ ਹੋਵੇ ਤਾਂ ਦੇਸ਼ ਦੇ ਵਿੱਚ ਕਿੰਨੇ ਕੁ ਨੈਸ਼ਨਲ ਲੈਵਲ ਦੇ ਸਪੋਰਟਸ ਦੇ ਅਕੈਡਮੀਆਂ ਨੇ, ਕਿੰਨੇ ਕੁ ਸਕਿੱਲ ਸੈਂਟਰ ਨੇ, ਕਿੰਨੇ ਕੁ ਸਪੈਸ਼ਲਾਈਜ਼ਡ ਸਟੇਡੀਅਮ ਨੇ, ਕਿੰਨੇ ਕੁ ਕੋਚ ਨੇ, ਉਹ ਸਾਰੇ ਲੋਕ ਜਾਣਦੇ ਨੇ। ਤੇ ਫਿਰ ਉਸ ਤੋਂ ਵੀ ਬਾਅਦ ਵਿੱਚ ਜਦੋਂ ਬਜਟ ਦੀ ਗੱਲ ਆਉਂਦੀ ਆ ਤੇ ਫਿਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਫਿਰ ਜੇ ਪ੍ਰਧਾਨ ਮੰਤਰੀ ਮਾਨਸੂਨ ਸੈਸ਼ਨ ਦੇ ਵਿੱਚ ਆਪ ਛਤਰੀ ਫੜ ਕੇ ਖੜੇ ਹੋ ਗਏ 2 ਮਿੰਟ ਲਈ, ਫਿਰ ਇਹਨਾਂ ਲੋਕਾਂ ਨੇ ਟਵੀਟ ਕੀਤਾ, ਹਰਸ਼ਵਰਧਨ ਜੀ ਨੇ, ਕਿ ਕਿੰਨੇ ਸਾਦਾ ਨੇ ਸਾਡੇ ਪ੍ਰਧਾਨ ਮੰਤਰੀ ਜੀ ਕਿ ਉਹ ਆਪਣੀ ਛਤਰੀ ਵੀ ਆਪ ਫੜ ਕੇ ਖੜੇ ਨੇ। ਤੇ ਫਿਰ ਜਦੋਂ 2 ਸਾਲ ਪਹਿਲਾਂ ਇਹ ਪ੍ਰਧਾਨ ਮੰਤਰੀ ਓਬਾਮਾ ਨੂੰ ਮਿਲਣ ਗਏ ਸੀ ਤੇ ਉਹਨਾਂ ਦੇ ਸੂਟ ਬੂਟ ਜਿਹੜੇ ਕਰੋੜਾਂ ਦੇ ਸੀ, ਤੇ ਉਦੋਂ ਇਸ ਸਰਕਾਰ ਨੂੰ ਸੂਟ ਬੂਟ ਦੀ ਸਰਕਾਰ ਕਿਹਾ ਜਾਂਦਾ ਸੀ। ਸੋ ਇਹਨਾਂ ਜਿਹੜੇ ਲੀਡਰ ਨੇ, ਚਾਹੇ ਦੂਜੀ ਕਤਾਰ ਦੇ ਨੇ, ਚਾਹੇ ਤੀਜੀ ਕਤਾਰ ਦੇ ਨੇ, ਚਾਹੇ ਪਹਿਲੀ ਕਤਾਰ ਦੇ ਨੇ, ਇਹਨਾਂ ਦੇ ਕੋਲ ਇੱਕ ਐਸੀ ਨਰਮ ਜੀਭ ਆ ਜਿਹੜੀ ਹਰ ਵੇਲੇ ਚਾਪਲੂਸੀ ਲਈ ਚੱਲਦੀ। ਸੋ ਓਲੰਪਿਕ ਇੱਕ ਬਹੁਤ ਵੱਡਾ ਆਯੋਜਨ ਆ। ਅਸੀਂ ਕੱਲ੍ਹ ਹੀ ਆਪਣੇ ਖੇਡ ਐਕਸਪਰਟ ਨਾਲ ਗੱਲ ਕਰਦੇ ਸੀਗੇ ਕਿ ਜਦੋਂ ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਜਰਮਨੀ ਨੇ ਆਪਣੀ ਟੀਮ ਲਈ ਇੱਕ ਕੋਚ ਨਵਾਂ ਲਿਆਂਦਾ ਤੇ ਉਹਨਾਂ ਨੇ ਟੀਮ ਦੀ ਮੈਨੇਜਮੈਂਟ 'ਚ ਕੁਝ ਤਬਦੀਲੀਆਂ ਕੀਤੀਆਂ, ਤੇ ਉਹਨਾਂ ਨੇ ਟਾਰਗੇਟ ਰੱਖਿਆ ਕਿ 19 ਦੇ ਵਿੱਚ ਅਸੀਂ ਬੈਠ ਕੇ ਗੱਲ ਕਰ ਰਹੇ ਹਾਂ, 24 ਤੱਕ ਅਸੀਂ ਯੂਰਪੀਅਨ ਚੈਂਪੀਅਨਸ਼ਿਪ ਵੀ ਜਿੱਤਣੀ ਆ, ਵਰਲਡ ਚੈਂਪੀਅਨਸ਼ਿਪ ਵੀ ਜਿੱਤਣੀ ਆ ਤੇ ਓਲੰਪਿਕ ਵੀ ਜਿੱਤਣੀ ਆ। ਤੇ ਦੇਖੋ ਉਹਨਾਂ ਨੇ ਉਸ ਦੇ ਵਿੱਚ ਦੋਨੋਂ ਹੀ ਜਿੱਤ ਲਈਆਂ, ਵਰਲਡ ਚੈਂਪੀਅਨਸ਼ਿਪ ਵੀ ਜਿੱਤੀ, ਯੂਰਪੀਅਨ ਵੀ ਜਿੱਤੀ, ਤੇ ਓਲੰਪਿਕ ਦੇ ਵਿੱਚ ਵੀ ਉਹ ਅਖੀਰਲੇ 4 ਤੱਕ ਪਹੁੰਚ ਗਏ ਸੀ ਤੇ ਅਗਲੀ ਵਾਰ ਤੱਕ ਉਹ ਹੋਰ ਅੱਗੇ ਜਾਣਗੇ। ਪਰ ਸਾਡੇ ਕੋਲ ਕੀ ਹੈਗਾ ਐਂਡ ਦੇ ਵਿੱਚ? ਜਾਂ ਟਵੀਟ ਜਾਂ ਹੌਸਲਾ, ਤੇ ਜਾਂ ਫਿਰ ਜਿਹੜਾ ਜਿੱਤ ਕੇ ਆਊਗਾ ਉਹਨੂੰ 2 ਕਰੋੜ ਦੇਵਾਂਗੇ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਸਰਕਾਰ ਕੀ ਕਰ ਰਹੀ ਆ, 2 ਕਰੋੜ ਰੁਪਇਆ ਦੇ ਰਹੇ ਹਾਂ। ਹਰਿਆਣਾ ਕਹਿ ਰਿਹਾ ਅਸੀਂ 6 ਕਰੋੜ ਰੁਪਇਆ ਦੇ ਰਹੇ ਹਾਂ, ਤੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਕਿ ਅਸੀਂ ਮੇਰੀ ਭਾਵਨਾ ਜਿਹੜੀ ਉਹ ਖੇਡਾਂ ਨਾਲ ਬਹੁਤ ਜੁੜੀ ਹੋਈ ਆ। ਤੇ ਉਹਨਾਂ ਦੇ ਜਿਹੜੇ ਚਾਪਲੂਸ ਲੋਕ ਨੇ, ਜਿਹੜੇ ਉਹਨਾਂ ਦੀ ਚਮਚਾਗਿਰੀ ਕਰਨ ਵਾਲੇ, ਖੁਸ਼ਾਮਦ ਕਰਨ ਵਾਲੇ ਬੰਦੇ ਨੇ, ਉਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਸਾਰਾ ਧਿਆਨ ਹੀ ਜਿਹੜਾ ਆ ਖੇਡਾਂ 'ਚ ਸੀ, ਪ੍ਰਧਾਨ ਮੰਤਰੀ ਭਾਵਨਾਵਾਂ 'ਚ ਚਲੇ ਗਏ। ਉਹ ਭਾਵਨਾਵਾਂ ਦੇ ਨਾਲ ਖੇਡਾਂ ਦਾ ਕੀ ਭਲਾ ਹੋਵੇਗਾ? ਖੇਡਾਂ ਲਈ ਤੁਸੀਂ ਕਰ ਕੀ ਰਹੇ ਐਕਚੁਅਲ ਦੇ ਵਿੱਚ? ਨੈਸ਼ਨਲ ਗੇਮ ਆ, ਇਹਦੇ ਤੇ ਵੀ ਇੱਕ ਬੜਾ ਰੌਲਾ ਪਿਆ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਕਿ ਇਹ ਪੰਜਾਬ ਦੇ ਜਿਹੜੇ ਖਿਲਾੜੀ ਆ ਉਹਨਾਂ ਨੇ ਵੱਧ ਗੋਲ ਕੀਤੇ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਨੈਸ਼ਨਲ ਟੀਮ ਆ, ਪਰ ਨੈਸ਼ਨਲ ਟੀਮ ਦਾ ਭਲਾ ਪੰਜਾਬ ਸਰਕਾਰ ਕੀ ਕਰ ਰਹੀ ਆ? ਕੈਪਟਨ ਸਾਹਿਬ ਨੇ ਟਵੀਟ ਤੇ ਕਰ ਦਿੱਤਾ ਕਿ ਪੰਜਾਬ ਦੇ ਖਿਡਾਰੀਆਂ ਨੇ ਗੋਲ ਵੱਧ ਕੀਤੇ, ਪਰ ਕੈਪਟਨ ਸਾਹਿਬ ਨੇ ਪੰਜਾਬ ਦੇ ਖਿਡਾਰੀਆਂ ਲਈ ਕੀ ਕੀਤਾ? ਚਾਹੇ ਉਹ ਮੈਨਸ ਟੀਮ ਹੈ ਚਾਹੇ ਵਿਮਨਸ ਟੀਮ ਹੈ, ਇੱਕ ਪਛੜੀ ਹੋਈ ਸਟੇਟ ਹੈ ਉੜੀਸਾ, ਦੋਨਾਂ ਹੀ ਟੀਮਾਂ ਨੂੰ ਸਪਾਂਸਰ ਕੌਣ ਕਰ ਰਹੀ ਹੈ? ਉੜੀਸਾ ਸਰਕਾਰ। 100 ਕਰੋੜ ਜਾਂ 150 ਕਰੋੜ ਜੋ ਵੀ ਉਸ ਟੀਮ ਦਾ ਸਪਾਂਸਰ ਦਾ ਬਜਟ ਆ, ਉੜੀਸਾ ਸਰਕਾਰ ਚੱਕ ਰਹੀ ਹੈ। ਉਦੋਂ ਇਹਨਾਂ ਦੇ ਮੋਦੀ ਸਾਹਿਬ ਦੇ ਟਵੀਟ ਕਿੱਥੇ ਸੀ? ਜਾਂ ਕੈਪਟਨ ਸਾਹਿਬ ਦੀ ਪੰਜਾਬ ਸਰਕਾਰ ਕਿੱਥੇ ਸੀ? ਵਧੀਆ ਗੱਲ ਆ ਕਿ ਪੂਰੇ ਦੇਸ਼ ਦੀ ਖੇਡ ਆ, ਦੇਸ਼ ਦੀ ਟੀਮ ਆ, ਤੇ ਜਦੋਂ ਟੀਮ ਚੰਗਾ ਖੇਡਦੀ ਆ ਫਿਰ ਇਹ ਕਹਿੰਦੇ ਆ ਪੰਜਾਬ ਦੀ ਟੀਮ ਆ, ਤੇ
ਦੂਸਰੇ ਪਾਸੇ ਜਿਹੜੇ ਲੋਕ ਸੈਂਟਰ ਦੀ ਪੋਲਿਟਿਕਸ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਕਿ ਸਾਰੇ ਦੇਸ਼ ਦੀ ਟੀਮ ਆ ਜੀ ਤੇ ਜਦੋਂ ਕਿਸਾਨ ਦਿੱਲੀ 'ਚ ਬੈਠੇ ਆ ਫਿਰ ਇਹ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ ਨੇ। ਜੀ ਜੇ ਖਿਡਾਰੀ ਪੰਜਾਬ ਦੇ ਨੇ ਤਾਂ ਫਿਰ ਕਿਸਾਨ ਪੰਜਾਬ ਦੇ ਰੱਖ ਲਓ, ਜੀ ਜੇ ਖਿਡਾਰੀ ਤੁਸੀਂ ਕਹਿੰਦੇ ਆ ਦੇਸ਼ ਦੇ ਨੇ ਤਾਂ ਫਿਰ ਉਹਨਾਂ ਕਿਸਾਨਾਂ ਨੂੰ ਵੀ ਦੇਸ਼ ਦੇ ਮੰਨ ਲਓ। ਸੋ ਇਹ ਸਿਰਫ ਔਰ ਸਿਰਫ ਇਹਨਾਂ ਦੋਨਾਂ ਹੀ ਧਿਰਾਂ ਦੀ ਜਾਂ ਤਿੰਨਾਂ ਧਿਰਾਂ ਦੀ ਜਾਂ ਹਰ ਰਾਜਨੀਤਿਕ ਜਿਹੜੀ ਹਸਤੀ ਆ ਉਹਨਾਂ ਦਾ ਮਸਲਾ ਜਿਹੜਾ ਆ ਹਰ ਗੱਲ ਦੇ ਵਿੱਚੋਂ ਇੱਕ ਪੋਲੀਟੀਕਲ ਮਾਈਲੇਜ ਲੈਣ ਦਾ ਆ। ਓਲੰਪਿਕ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ 3 ਮੈਡਲ ਕੁੜੀਆਂ ਨੇ ਹੀ ਜਿੱਤੇ ਆ ਹੁਣ ਤੱਕ, ਇੱਕ ਚੰਗੀ ਪ੍ਰਾਪਤੀ ਆ, ਪਰ ਸਾਡਾ ਪਿਛਲਾ ਬੈਸਟ ਜਿਹੜਾ ਆ ਉਹ 6 ਜਾਂ 8 ਮੈਡਲਸ ਦਾ ਆ। ਆਸ ਕਰਦੇ ਹਾਂ ਕਿ ਉਸ ਤੋਂ ਵੱਧ ਮੈਡਲ ਅਸੀਂ ਲੈ ਕੇ ਆਈਏ। ਖਿਡਾਰੀਆਂ ਦੇ ਪੱਖ ਤੋਂ ਇਹ ਵੀ ਗੱਲ ਇੱਕ ਦੇਖਣੀ ਬਣਦੀ ਆ ਕਿ ਇੰਨੇ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਉਹ ਇੰਨਾ ਚੰਗਾ ਪ੍ਰਦਰਸ਼ਨ ਕਰ ਰਹੇ ਨੇ। ਜੇਕਰ ਉਹਨਾਂ ਨੂੰ ਵੀ ਅੰਤਰਰਾਸ਼ਟਰੀ ਪੱਧਰ ਦੇ ਕੋਚ, ਸਹੂਲਤਾਂ, ਸਟੇਡੀਅਮ ਤੇ ਇਨਫਰਾਸਟ੍ਰਕਚਰ ਮਿਲੇ ਤਾਂ ਉਹ ਹੋਰ ਕਿੰਨਾ ਚੰਗਾ ਪ੍ਰਦਰਸ਼ਨ ਕਰ ਸਕਦੇ ਆ। ਜਦੋਂ ਵੀ ਕੋਈ ਖਿਡਾਰੀ ਮੈਡਲ ਜਿੱਤਦਾ ਆ ਫਿਰ ਉਹਦੇ ਕੋਲ ਰਿਪੋਰਟਰ ਪਹੁੰਚਦੇ ਤੇ ਫਿਰ ਉਹ ਦੱਸਦਾ ਆ ਕਿ ਉਹਨੇ ਕਿੰਨਾ ਲੰਬਾ ਸਫ਼ਰ ਰੋਜ਼ ਕੀਤਾ ਆਪਣੇ ਸਟੇਡੀਅਮ ਤੱਕ ਜਾਣ ਲਈ, ਕਿੱਦਾਂ ਉਹਨੇ ਪੈਸਿਆਂ ਦਾ ਅਰੇਂਜ ਕੀਤਾ, ਕਿੱਥੇ ਉਹਨੇ ਕੁਸ਼ਤੀ ਲੜੀ, ਕਿੱਥੇ ਉਹ ਜਾ ਕੇ ਪ੍ਰੈਕਟਿਸ ਕਰਦਾ ਸੀ, ਕਿੱਦਾਂ ਉਹਨੇ ਹਾਕੀ ਦੀਆਂ ਸਟਿੱਕਾਂ ਲਈਆਂ, ਜੋ ਵੀ ਛੋਟੀਆਂ ਗੱਲਾਂ ਤੋਂ ਲੈ ਕੇ ਵੱਡੀਆਂ ਗੱਲਾਂ ਤੱਕ। ਪਰ ਇਹ ਜਿਹੜੀਆਂ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਜਾਂ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰਨਾ ਇਹ ਸਰਕਾਰਾਂ ਦੇ ਕੰਮ ਨੇ। ਸਿਰਫ ਹੌਸਲਾ ਦੇਣਾ ਜਾਂ ਸਿਰਫ ਟਵੀਟ ਕਰਨਾ ਤੇ ਜਾਂ ਫਿਰ ਸਿਰਫ ਆਪਣੇ ਲੀਡਰ ਦੀ ਜਿਹੜੀ ਆ ਪੇਸ਼ਕਦਮੀ ਕਰਨੀ ਇਹੀ ਕੰਮ ਨਹੀਂ ਹੈਗਾ। ਤੇ ਅੰਮ੍ਰਿਤ ਸ਼ਰਮਾ ਜੀ, ਮੈਂ ਤੁਹਾਡੇ ਜਵਾਬ ਦੇ ਵਿੱਚ ਗਵਾਚ ਗਈ ਸੀ ਕਿਉਂਕਿ ਆਮ ਤੌਰ ਤੇ ਆਮ ਲੋਕਾਂ ਦੇ ਮਨ 'ਚ ਸਿਰਫ ਇਹੀ ਹੁੰਦਾ ਕਿ ਸਾਡਾ ਦੇਸ਼ ਜਿੱਤ ਰਿਹਾ ਹੈ, ਸਾਡੇ ਖਿਡਾਰੀ ਅੱਗੇ ਜਾ ਰਹੇ ਨੇ, ਪਰ ਜਿਹੜੀਆਂ ਨੁਕਤੇ ਤੁਸੀਂ ਸਾਂਝੇ ਕੀਤੇ ਨੇ ਨਾ ਉਹ ਸੱਚਮੁੱਚ ਹੈਰਾਨ ਕਰਨ ਵਾਲੇ ਨੇ। ਸਿਰਫ ਗੱਲਾਂ ਨਾਲ ਨਹੀਂ, ਕੰਮ ਨਾਲ ਕੰਮ ਹੁੰਦੇ ਨੇ। ਤੇ ਖੇਡ ਦੇ ਮੈਦਾਨ ਤੋਂ ਹੁਣ ਆਉਂਦੇ ਆ ਸਿਆਸਤ ਵੱਲ। ਸੰਸਦ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਰੌਲਾ ਹੈ ਤੇ ਅੱਜ ਦੇ ਰੌਲੇ ਦੀ ਗੱਲ ਕਰੀਏ ਤੇ ਪੰਜਾਬ ਦੇ 2 ਮੈਂਬਰ ਪਾਰਲੀਮੈਂਟ ਆਪਸ 'ਚ ਭਿੜਦੇ ਵੇਖੇ ਗਏ ਸੰਸਦ ਕੰਪਲੈਕਸ ਦੇ ਬਾਹਰ। ਇਹ ਕੌਣ ਸਨ ਤੇ ਕਿਉਂ ਆਪਸ 'ਚ ਲੜੇ? ਬਿਲਕੁਲ ਪਰਮਿੰਦਰ ਜੀ, ਤੁਸੀਂ ਦੱਸਿਆ ਕਿ ਖੇਡਾਂ ਹੋਣ ਜਾਂ ਕੋਈ ਵੀ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਹੋਵੇ ਉੱਥੇ ਕੰਮ ਕਰਨ ਨਾਲ ਜਿਹੜੀ ਆ ਉਹ ਗੱਲ ਬਣਦੀ ਆ। ਤੇ ਤੁਸੀਂ ਹੁਣ ਗੱਲ ਕੀਤੀ ਸੰਸਦ ਦੀ ਤੇ ਸੰਸਦ ਦੇ ਰੌਲੇ ਰੱਪੇ ਦੀ। ਉੱਥੇ ਬੜੀ ਮਜ਼ੇਦਾਰ ਜੀ ਘਟਨਾ ਹੋਈ ਆ ਕਿ ਜਦੋਂ ਸੰਸਦ ਲਈ ਜਾਂਦੇ ਨੇ ਤੇ ਕੁਝ ਲੋਕ ਉੱਥੇ ਬਾਹਰ ਹੀ ਖੜੇ ਹੋ ਕੇ ਪ੍ਰਦਰਸ਼ਨ ਕਰਦੇ ਨੇ। ਜਾਣਾ ਉਹਨਾਂ ਨੇ ਵੀ ਬਾਅਦ ਚ ਅੰਦਰ ਹੁੰਦਾ, ਪਰ ਉਹ ਪਹਿਲਾਂ ਬਾਹਰ ਵੀ ਆਪਣੀਆਂ ਤਖਤੀਆਂ ਦਿਖਾਉਂਦੇ ਨੇ। ਇਹ ਫਿਰ ਅਗੇਨ ਇੱਕ ਮੀਡੀਆ ਮਾਈਲੇਜ ਦੀ ਗੱਲ ਹੈ। ਸੰਸਦ ਲੱਗੀ ਹੋਈ ਆ, ਸੰਸਦ ਦਾ ਇੱਕ ਸਮਾਂ ਆ ਉਹ ਕਿ 10 ਵਜੇ ਜਾਂ 11 ਵਜੇ ਸ਼ੁਰੂ ਹੋਣੀ ਆ, ਸ਼ਾਮ ਦੇ 5 ਵਜੇ ਤੱਕ, 6 ਵਜੇ ਤੱਕ, 7 ਵਜੇ ਤੱਕ, ਜੋ ਵੀ ਰੋਜ਼ ਦਾ ਸ਼ਡਿਊਲ ਆ ਉਹਦੇ ਮੁਤਾਬਕ ਅੰਦਰ ਬੈਠ ਕੇ ਹਰ ਕਿਸੇ ਬਿੱਲ ਦੇ ਉੱਤੇ ਚਰਚਾ ਹੋਣੀ। ਤੁਸੀਂ ਬਾਹਰ ਬੈਠ ਕੇ ਕਿਹੜੀ ਬਹਿਸ ਨੂੰ ਅੰਜਾਮ ਦੇ ਰਹੇ ਆ? ਪੰਜਾਬ ਤੋਂ ਹੀ ਦੋਨੋਂ MP ਨੇ, ਰਵਨੀਤ ਸਿੰਘ ਬਿੱਟੂ ਤੇ ਨਾਲ ਦੀ ਨਾਲ ਹਰਸਿਮਰਤ ਕੌਰ ਬਾਦਲ। ਇੱਕ ਬਾਦਲ ਫੈਮਿਲੀ ਆ ਤੇ ਇੱਕ ਬੇਅੰਤ ਸਿੰਘ ਦਾ ਪੋਤਾ ਆ। ਦੋਨੇ ਹੀ ਸਿਆਸਤ ਦੀਆਂ ਵੱਡੀਆਂ ਫੈਮਲੀਆਂ ਨੇ ਪੰਜਾਬ ਦੀਆਂ ਤੇ ਪੰਜਾਬ ਦੇ ਮੁੱਦਿਆਂ ਦੀ ਪ੍ਰੋਪਰ ਸਮਝ ਰੱਖਦੇ ਨੇ ਇਹ ਲੋਕ। ਪਰ ਜਦੋਂ ਵੀ ਜ਼ੁਬਾਨ ਖੋਲ੍ਹਦੇ ਨੇ ਉਦੋਂ ਇੱਦਾਂ ਹੀ ਲੱਗਦਾ ਹੈ ਕਿ ਜਿੱਦਾਂ ਇਹ ਬਿਲਕੁਲ ਅਣਸਿੱਖੇ ਨੌਸਿੱਖੇ ਸਿਆਸਤਦਾਨ ਨੇ ਤੇ ਰੌਲਾ ਹੀ ਪਾਉਣਾ ਇਹਨਾਂ ਦਾ ਜਿਹੜਾ ਆ ਮਜ਼ਹਬ ਆ ਤੇ ਲੋਕਾਂ ਨੂੰ ਸਿਰਫ ਪ੍ਰਭਾਵਿਤ ਕਰਨਾ ਜਾਂ ਦੱਸਣਾ ਹੀ ਇਹਨਾਂ ਦਾ ਮਕਸਦ ਆ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ। ਹਰਸਿਮਰਤ ਕੌਰ ਬਾਦਲ ਬੇਸ਼ੱਕ ਇਸ ਸਰਕਾਰ ਤੋਂ ਹੁਣ ਵੱਖ ਹੋ ਚੁੱਕੇ ਆ, ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਚੁੱਕੇ ਨੇ ਇਸੇ ਮੁੱਦੇ ਨੂੰ ਲੈ ਕੇ। ਪਰ ਇਸ ਗੱਲ ਸਾਰੀ ਦੁਨੀਆ ਨੂੰ ਪਤਾ ਆ, ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜਦੋਂ ਇਹ ਬਿੱਲਾਂ ਦਾ ਖਰੜਾ ਤਿਆਰ ਹੋਇਆ ਉਦੋਂ ਉਹ ਇਸ ਮਿਨਿਸਟਰੀ ਦੇ ਵਿੱਚ ਮੈਂਬਰ ਸੀ, ਇਸੇ ਮਿਨਿਸਟਰੀ ਦੇ ਵਿੱਚ ਵੀ ਸੀ। ਮੇਰਾ ਖਿਆਲ ਫੂਡ ਨਾਲ ਜੁੜਿਆ ਹੋਇਆ ਕੋਈ ਮਹਿਕਮਾ ਉਹਨਾਂ ਕੋਲ ਸੀਗਾ, ਫੂਡ ਐਂਡ ਪ੍ਰੋਸੈਸਿੰਗ ਦਾ। ਤੇ ਰਵਨੀਤ ਸਿੰਘ ਬਿੱਟੂ ਵੀ ਮੈਂਬਰ ਪਾਰਲੀਮੈਂਟ ਨੇ। ਇਹਨਾਂ ਨੇ ਵੀ ਗੱਲ ਉਦੋਂ ਹੀ ਦੱਸੀ ਆ ਜਦੋਂ ਕਿਸਾਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੇ ਮੇਰਾ ਖਿਆਲ, ਮੇਰੀ ਜਾਣਕਾਰੀ ਦੇ ਮੁਤਾਬਕ ਸੰਸਦ ਦਾ ਜਦੋਂ ਅਜਲਾਸ ਹੁੰਦਾ ਜਾਂ ਜਿਹੜੇ ਵੀ ਬਿੱਲ ਪਾਸ ਹੋਣੇ ਹੁੰਦੇ ਆ ਉਹਨਾਂ ਦੀ ਇੱਕ ਕਾਪੀ ਹਰ ਸੰਸਦ ਮੈਂਬਰ ਨੂੰ ਭੇਜੀ ਜਾਂਦੀ ਆ। ਪਰ ਕੀ ਇਹਨਾਂ ਲੋਕਾਂ ਨੇ ਉਦੋਂ ਉਹ ਕਾਪੀਆਂ ਪੜ੍ਹੀਆਂ ਸੀ? ਫਿਰ ਜੇ ਪੜ੍ਹੀਆਂ ਸੀ ਤਾਂ ਇਹਨਾਂ ਨੇ ਉਦੋਂ ਗੱਲ ਕਿਉਂ ਨਹੀਂ ਕੀਤੀ? ਜੇ ਨਹੀਂ ਪੜ੍ਹੀਆਂ ਸੀ ਤਾਂ ਹੁਣ ਕਿਸ ਗੱਲ ਦਾ ਰੌਲਾ ਪਾ ਰਹੇ ਨੇ? ਸੋ ਕੁੱਲ ਮਿਲਾ ਕੇ ਜਿਹੜਾ ਸੰਸਦ ਦੇ ਬਾਹਰ ਇੱਕ ਡਰਾਮਾ ਹੋ ਰਿਹਾ ਉਹਨੂੰ ਤੁਸੀਂ ਡਰਾਮਾ ਹੀ ਕਹਿ ਸਕਦੇ ਆ। ਪਰ ਇਸ ਦੇ ਉਲਟ ਜਿਹੜੀ ਬਾਹਰ ਇੱਕ ਕਿਸਾਨ ਸੰਸਦ ਲੱਗੀ ਹੋਈ ਆ ਤੁਸੀਂ ਉਹਨੂੰ ਡਰਾਮਾ ਨਹੀਂ ਕਹਿ ਸਕਦੇ। ਦੇਖੋ ਉਹ ਲੋਕ ਉਹ ਨੇ ਜਿਹੜੇ ਸੰਸਦ ਦੇ ਵਿੱਚ ਜੋ ਹੋਣਾ ਚਾਹੀਦਾ ਉਹਨੂੰ ਬਾਹਰ ਬੈਠ ਕੇ ਕਰਕੇ ਦਿਖਾ ਰਹੇ ਨੇ। ਉਹਨਾਂ ਨੇ ਬਕਾਇਦਾ ਉੱਥੇ ਬਹਿਸ ਜਿਹੜੀ ਆਰੰਭੀ ਹੋਈ ਆ, ਹਰ ਬੰਦਾ ਉਸ ਮੁੱਦੇ ਦੇ ਉੱਤੇ ਆਪਣੀ ਗੱਲ ਕਰਦਾ। ਤੇ ਸੰਸਦ ਵਿੱਚ ਪਿਛਲੇ 10 ਦਿਨਾਂ ਤੋਂ ਕੀ ਹੋ ਰਿਹਾ? ਰੌਲਾ ਰੱਪਾ। ਤੇ ਸੰਸਦ ਦੇ ਮੁੱਦੇ ਤੇ ਆਪਾਂ ਵਾਪਸ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਪ੍ਰੈਸ ਵੇਲੇ ਵੇਲਾ ਹੈ ਬ੍ਰੇਕ ਦਾ। ਸੋ ਪੰਜਾਬੀ ਨੈਸ਼ਨਲ TV ਤੇ ਵਿਚਾਰ ਚਰਚਾ ਪ੍ਰੋਗਰਾਮ ਜਾਰੀ ਰਹੇਗਾ ਇਸ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਤੇ ਅੰਮ੍ਰਿਤਪਾਲ ਜੀ, ਪਹਿਲੇ ਅਸੀਂ ਸੰਸਦ ਦੇ ਬਾਹਰ ਦੇ ਰੌਲੇ ਦੀ ਗੱਲ ਕੀਤੀ ਤੇ ਹੁਣ ਅੰਦਰ ਪਹੁੰਚਦੇ ਹਾਂ। ਅੰਦਰ ਵੀ ਰੌਲਾ ਰੱਪਾ ਤਾਂ ਰਿਹਾ, ਪਰ ਇਸ ਦੌਰਾਨ ਸਰਕਾਰ ਨੇ ਕੁਝ ਬਿੱਲ ਪਾਸ ਕਰਾ ਲਏ ਨੇ ਜੀ। ਉਹ ਕਿਹੜੇ-ਕਿਹੜੇ ਨੇ? ਜਦੋਂ ਤੁਸੀਂ ਬਾਹਰ ਦੇ ਰੌਲੇ ਦੀ ਗੱਲ ਕੀਤੀ ਤੇ ਅਸੀਂ ਅਕਸਰ ਕਹਿੰਦੇ ਹਾਂ ਕਿ ਸੰਸਦ ਦੇ ਵਿੱਚ ਇੰਨਾ ਰੌਲਾ ਰੱਪਾ ਪੈਂਦਾ ਪਈ, ਇਹਨੂੰ ਕਈ ਵਾਰ ਅਸੀਂ ਮੱਛੀ ਮਾਰਕੀਟ ਨਾਲ ਜਾਂ ਹੋਰ ਭੀੜ ਭਰੀਆਂ ਇਹੋ ਜਿਹੀਆਂ ਗੱਲਾਂ ਨਾਲ ਇਹਨਾਂ ਦਾ ਕਰਦੇ ਹਾਂ, ਇਹਨਾਂ ਦੀ ਆਲੋਚਨਾ ਕਰਦੇ ਹਾਂ ਜਾਂ ਇਹਨਾਂ ਦੀ ਤੁਲਨਾ ਕਰਦੇ ਹਾਂ, ਤੇ ਫਿਰ ਸਾਨੂੰ ਲੱਗਦਾ ਕਿ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਕਾਨੂੰਨ ਪਾਸ ਕਰਨ ਲਈ ਭੇਜਦੇ ਹਾਂ। ਇਹ ਤਾਂ ਅਸੀਂ ਗੱਲ ਆਮ ਲੋਕਾਂ ਦੀ ਜਾਂ ਸਾਡੇ ਵਰਗੇ ਲੋਕਾਂ ਦੀ ਜਿਹੜੇ ਅੰਦਰ ਜੋ ਹੋ ਰਹੀਆਂ ਘਟਨਾਵਾਂ ਆ ਉਹਨਾਂ ਨੂੰ ਚੰਗਾ ਨਹੀਂ ਸਮਝਦੇ। ਕਈ ਵਾਰ ਕਾਗਜ਼ ਫਾੜ ਕੇ ਸੁੱਟੇ ਜਾਂਦੇ ਨੇ, ਕਦੀ ਮਾਈਕ ਉਖਾੜਦੇ ਨੇ, ਜਾਂ ਕਈ ਵਾਰ ਉੱਠ ਕੇ ਸਪੀਕਰ ਦੇ ਸਦਨ ਦੇ ਸਾਹਮਣੇ ਆ ਜਾਂਦੇ ਨੇ। ਫਿਰ ਇਹਨਾਂ ਨੂੰ ਸ਼ਾਂਤ ਕਰਨ ਲਈ ਜਾਂ ਇਹਨਾਂ ਨੂੰ ਸਦਨ ਚੋਂ ਬਾਹਰ ਲਿਆਉਣ ਲਈ ਮਾਰਸ਼ਲ ਰੱਖੇ ਹੋਏ ਨੇ ਜਿਨ੍ਹਾਂ ਨੂੰ ਫੜ ਕੇ ਲੈ ਕੇ ਜਾਂਦੇ ਨੇ। ਪਰ ਇੱਕ ਹੋਰ ਘਟਨਾ ਹੋਈ ਆ ਕਿ ਜਿਹੜੇ ਅੰਦਰ ਦੇ MP ਨੇ, ਡੈਰਕ ਓਬ੍ਰੇਨ ਉਹਨਾਂ ਦਾ ਨਾਮ ਆ, TMC ਤੋਂ ਮੈਂਬਰ ਨੇ ਉਹਨਾਂ ਨੇ ਸੰਸਦ ਦੇ ਵਿੱਚ ਹੀ ਇਹ ਗੱਲ ਕਹੀ ਕਿ ਬਿੱਲ ਤਾਂ ਇੱਦਾਂ ਪਾਸ ਹੋ ਰਹੇ ਨੇ ਜਿੱਦਾਂ ਚਾਟ ਪਾਪੜੀ ਬਣਾ ਰਿਹਾ ਹੁੰਦਾ ਕੋਈ ਰੇਹੜੀ ਵਾਲਾ। ਸੋ ਉਹਨਾਂ ਨੇ ਉਹਨਾਂ ਦਾ ਪੂਰਾ ਮਜ਼ਾਕ ਉਡਾਇਆ ਹੈਗਾ ਸਰਕਾਰੀ ਧਿਰ ਦਾ ਕਿ ਜਿਹੜੀ ਸਰਕਾਰ ਆ ਉਹ ਬਿਲਕੁਲ ਵੀ ਕਿਸੇ ਬਿੱਲ ਨੂੰ ਪਾਸ ਕਰਨ ਲਈ, ਉਹਦੇ 'ਤੇ ਚਰਚਾ ਕਰਨ ਲਈ ਸੁਹਿਰਦ ਜਾਂ ਸੰਜੀਦਾ ਜਾਂ ਤਿਆਰ ਨਹੀਂ ਹੈ। ਉਹ ਸਿਰਫ ਔਰ ਸਿਰਫ ਆਪਣੇ ਨੰਬਰਸ ਦਾ ਸਹਾਰਾ ਲੈ ਕੇ, ਕਿਉਂਕਿ ਉਹਨਾਂ ਕੋਲ ਵਿਰੋਧ ਦੇ ਵਿੱਚ ਨੰਬਰ ਵਿਰੋਧੀ ਧਿਰ ਕੋਲ ਘੱਟ ਨੇ ਤੇ ਸਰਕਾਰ ਪੂਰਨ ਬਹੁਮਤ 'ਚ ਆ, ਤੇ ਰੌਲਾ ਕੋਈ ਜਿੰਨਾ ਮਰਜ਼ੀ ਪਾਈ ਜਾਵੇ, ਉਹ ਰੌਲਾ ਜਿਹੜਾ ਆ ਉਹ ਲਗਾਤਾਰ ਜਾਰੀ ਰਹਿੰਦਾ। ਰੌਲਾ ਇੱਕ ਵੱਖਰੀ ਪ੍ਰਕਿਰਿਆ ਬਣ ਗਿਆ, ਉਹ ਸਿਰਫ ਮੀਡੀਆ ਦੇ ਚਰਚੇ ਦਾ ਕਾਰਨ ਆ ਜਾਂ ਫਿਰ ਲੋਕਾਂ ਨੂੰ ਆ ਕੇ ਵਿਰੋਧੀ ਧਿਰ ਦੇ ਲੋਕ ਜਿਹੜੇ ਨੇ ਉਹ ਬੋਲ ਜ਼ਰੂਰ ਰਹੇ ਨੇ। ਇਹ ਵੀ ਇੱਕ ਇੱਦਾਂ ਕਹਿ ਸਕਦੇ ਹਾਂ ਕਿ ਇੱਕ ਚੇਂਜ ਆ, ਇੱਕ ਪਰਿਵਰਤਨ ਆ। ਚਾਹੇ ਤੁਸੀਂ ਉਹਨੂੰ ਕਿਸਾਨ ਅੰਦੋਲਨ ਨਾਲ ਜੋੜ ਲਓ, ਚਾਹੇ ਤੁਸੀਂ ਉਹਨੂੰ ਇਸ ਗੱਲ ਨਾਲ ਜੋੜ ਲਓ ਕਿ 7 ਸਾਲ ਬਾਅਦ ਜਿਹੜੀ ਸੱਤਾਧਾਰੀ ਧਿਰ ਆ ਉਹਦੀ ਜਿਹੜੀ ਪ੍ਰਤਿਭਾ ਆ, ਉਹਦੀ ਜਿਹੜੀ ਪੋਪੂਲੈਰਿਟੀ ਸੀ, ਉਹਦਾ ਜਿਹੜਾ ਫੰਕਸ਼ਨਿੰਗ ਆ, ਉਹਦੇ ਉੱਤੇ ਇੱਕ ਅੰਕੁਸ਼ ਜਿਹੜਾ ਆ ਉਹ ਲੱਗਣਾ ਜ਼ਰੂਰ ਸ਼ੁਰੂ ਹੋ ਗਿਆ। ਪਿਛਲੇ ਇੰਨੇ ਸਾਲਾਂ ਤੋਂ ਸਰਕਾਰ ਲਗਾਤਾਰ ਆਪਣਾ ਕੰਮ ਕਰ ਰਹੀ ਆ ਤੇ ਵਿਰੋਧੀ ਧਿਰ ਨੂੰ ਉਹਨਾਂ ਨੇ ਕਦੇ ਟਿੱਚ ਕਰਕੇ ਨਹੀਂ ਜਾਣਿਆ। ਪਰ ਹੁਣ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਇਹ ਗੱਲ ਕਹਿ ਚੁੱਕੇ ਆ ਕਿ ਵਿਰੋਧੀ ਧਿਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ, ਜਦਕਿ ਵਿਰੋਧੀ ਧਿਰ ਨੰਬਰਸ ਦੇ ਵਿੱਚ ਕਿਤੇ ਹੈ ਹੀ ਨਹੀਂ। ਜਦੋਂ ਤੁਸੀਂ ਬਿੱਲ ਪਾਸ ਕਰਨੇ ਆ, ਤੁਸੀਂ ਚੁੱਪਚਾਪ ਦੁਪਹਿਰ ਦੇ ਦੂਜੇ ਟਾਈਮ 'ਚ ਆ ਕੇ ਬਿੱਲ ਪੇਸ਼ ਕਰਦੇ ਆ ਤੇ ਰੌਲੇ ਰੱਪੇ 'ਚੋਂ ਪਾਸ ਕਰ ਲੈਂਦੇ ਆ। ਫਿਰ ਤੁਸੀਂ ਇੱਦਾਂ ਕਿਉਂ ਕਹਿ ਰਹੇ ਆ ਕਿ ਵਿਰੋਧੀ ਧਿਰ ਜਿਹੜੀ ਆ ਸਾਨੂੰ ਕੰਮ ਨਹੀਂ ਕਰਨ ਦੇ ਰਹੀ? ਤੁਸੀਂ ਗੱਲ ਕੀਤੀ ਬਿੱਲ ਪਾਸ ਹੋਣ ਦੀ, ਤੇ ਬੀਤੇ ਦਿਨਾਂ ਦੇ ਵਿੱਚ ਰੋਜ਼ ਹੀ ਲਗਭਗ 2-3 ਬਿੱਲ ਜਿਹੜੇ ਆ ਉਹ ਪੇਸ਼ ਹੋ ਕੇ ਤੇ ਪਾਸ ਹੋ ਜਾਂਦੇ ਨੇ। ਨਿਰਮਲਾ ਸੀਤਾਰਮਨ ਫਾਈਨਾਂਸ ਮਿਨਿਸਟਰ ਸੀ, ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਸੀਗਾ ਜਿਹੜਾ ਸੀਗਾ ਸਰਕਾਰ ਦਾ ਜਿਹੜਾ ਹੈਗਾ ਆ ਹਿੱਸਾ ਸਰਕਾਰੀ ਇੰਸ਼ੋਰੈਂਸ ਕੰਪਨੀ ਦੇ ਵਿੱਚੋਂ ਘਟਾਉਣ ਲਈ। ਉਹ ਬਿੱਲ ਬਹੁਤ ਮਹੱਤਵਪੂਰਨ ਆ ਭਾਰਤ ਦੇ ਨਜ਼ਰੀਏ ਚੋਂ ਤੇ ਇਕਨੋਮੀ ਦੇ ਨਜ਼ਰੀਏ ਚੋਂ। LIC ਜਿਹੜੀ ਸਾਡੀ ਬਹੁਤ ਵੱਡੀ ਇੱਕ ਸਰਕਾਰੀ ਖੇਤਰ ਦੀ ਇੰਸ਼ੋਰੈਂਸ ਕੰਪਨੀ ਆ, ਉਹਨੂੰ ਕਿਉਂਕਿ ਇਹ IPO 'ਚ ਉਹਦਾ ਲੈ ਕੇ ਆਉਣਾ ਚਾਹੁੰਦੇ ਆ, ਉਹਦੇ ਸ਼ੇਅਰ ਮਾਰਕੀਟ 'ਚ ਉਹਨੂੰ ਇਨਲਿਸਟ ਕਰਕੇ, ਤੇ 49% 51% ਪਹਿਲਾਂ ਹੀ ਕਰ ਚੁੱਕੇ ਕਿ ਜਿਹੜੀਆਂ ਵਿਦੇਸ਼ੀ ਇੰਸ਼ੋਰੈਂਸ ਕੰਪਨੀਆਂ ਆ ਉਹ ਭਾਰਤ ਦੇ ਵਿੱਚ ਹੁਣ ਆਪਣਾ ਵਪਾਰ ਜਿਹੜਾ ਆ ਉਹ ਪਹਿਲਾਂ ਤਾਂ ਉਹ ਸਰਕਾਰੀ ਕੰਪਨੀਆਂ ਨਾਲ ਰਲ ਕੇ ਕਰਦੀਆਂ ਸੀ ਕਿਸੇ ਨਾ ਕਿਸੇ ਨਾਲ, ਜਾਂ ਭਾਰਤ ਦੀਆਂ ਕੰਪਨੀਆਂ ਨਾਲ ਰਲ ਕੇ ਕਰਦੀਆਂ ਸੀ। ਪਰ ਹੁਣ ਉਹਨਾਂ ਦੇ IPO ਲਿਆਉਣ ਦੇ ਲਈ ਸਰਕਾਰ ਬਹੁਤ ਕਾਹਲੀ ਆ। ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਕਨੋਮੀ ਦੇ ਫਰੰਟ ਦੇ ਉੱਤੇ ਸਰਕਾਰ ਬਹੁਤ ਬੁਰੀ ਤਰੀਕੇ ਨਾਲ ਫੇਲ ਹੋਈ ਆ। ਇਹਨਾਂ ਦਾ ਧਿਆਨ ਜਿਹੜਾ ਆ ਉਹ ਪੈਟਰੋਲੀਅਮ ਕੰਪਨੀਆਂ ਤੇ ਦੂਸਰਾ ਤੁਹਾਡਾ 에ਅਰਪੋਰਟ ਅਥਾਰਟੀਜ਼ ਦੇ ਜਿਹੜੇ 에ਅਰਪੋਰਟਸ ਨੇ, 에ਅਰਲਾਈਨ ਆਪਣੀ, ਬੈਂਕਾਂ ਦਾ ਨੈਸ਼ਨਲਾਈਜੇਸ਼ਨ ਹੋਇਆ ਸੀ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਜੁਲਾਈ 69 ਦੇ ਵਿੱਚ, ਤੇ ਫਿਰ ਇਹ ਜੁਲਾਈ 21 ਦੇ ਵਿੱਚ ਇਹ ਉਹਨਾਂ ਨੂੰ ਵਾਪਸ ਜਿਹੜਾ ਆ ਉਹਨਾਂ ਨੂੰ ਨਿੱਜੀ ਹੱਥਾਂ ਦੇ ਵਿੱਚ ਵੇਚਣ ਲਈ ਬਹੁਤ ਕਾਹਲੇ ਨੇ। ਤੇ ਉਹ ਜਿਹੜਾ ਇੰਸ਼ੋਰੈਂਸ ਸੈਕਟਰ ਦੇ ਵਿੱਚ ਸਰਕਾਰੀ ਹਿੱਸੇਦਾਰੀ ਘਟਾਉਣ ਵਾਲਾ ਬਿੱਲ ਆ ਉਹ ਪਾਸ ਕਰ ਲਿਆ, ਤੇ ਆਉਣ ਵਾਲੇ ਦਿਨਾਂ ਵਿੱਚ ਸੰਭਵ ਆ ਕਿ IPO ਜਿਹੜਾ ਛੇਤੀ LIC ਦਾ ਆ ਜਾਊਗਾ, ਤੇ ਬਹੁਤ ਵੱਡੀ ਇੱਕ ਇਕਾਈ ਆ ਭਾਰਤ ਸਰਕਾਰ ਦੀ, ਲੱਖਾਂ ਕਰੋੜਾਂ ਦੇ ਉਹਦੇ ਵਿੱਚ ਐਸੈਟਸ ਨੇ, ਉਹਨਾਂ ਕੋਲ ਪ੍ਰਾਪਰਟੀਜ਼ ਨੇ ਤੇ ਲੋਕਾਂ ਦਾ ਜਮ੍ਹਾਂ ਵੀ ਆ। ਤੇ ਉਹਦਾ ਜਿਹੜਾ IPO ਲਿਆ ਕੇ ਸਰਕਾਰ ਇੱਕ ਵੱਡੀ ਅਮਾਊਂਟ ਦੇ ਵਿੱਚ ਅਮਾਊਂਟ ਜਿਹੜੀ ਆ ਉਹ ਸਰਕਾਰ ਨੂੰ ਮਿਲੇਗੀ। ਉਹਦਾ ਖਰਚਣਾ ਕੀ ਆ, ਕਿੱਥੇ ਉਹਨੂੰ ਲੈ ਕੇ ਜਾਣਾ ਆ, ਕੀ ਕਰਨਾ ਆ, ਉਹ ਤਾਂ ਇਹੀ ਜਾਣਦੇ ਹੋਣਗੇ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਬਣੇ ਸੀ 14 ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀਗਾ ਕਿ ਮੋਦੀ ਦੀ ਕਿਸਮਤ ਬਹੁਤ ਚੰਗੀ ਆ, ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ। ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਮੇਰੀ ਕਿਸਮਤ ਨਾਲ ਸਾਰੇ ਦੇਸ਼ ਦਾ ਭਲਾ ਹੁੰਦਾ ਤੇ ਬਹੁਤ ਚੰਗੀ ਗੱਲ ਆ। ਪਰ ਹੁਣ ਇਹ ਸਾਰਾ ਦੇਸ਼ ਜਾਣਦਾ ਹੈ ਕਿ ਉਹਨਾਂ ਦੀ ਚੰਗੀ ਕਿਸਮਤ ਨੂੰ ਤੇਲ ਦੀਆਂ ਕੀਮਤਾਂ ਤੇ ਘਟੀਆਂ ਅੰਤਰਰਾਸ਼ਟਰੀ ਪੱਧਰ ਤੇ, ਪਰ ਦੇਸ਼ ਦਾ ਭਲਾ ਕਿੰਨਾ ਕੁ ਹੋਇਆ ਤੇ ਕੀਮਤਾਂ ਜਿਹੜੀਆਂ ਉਹ ਕਿਸ ਸਪੀਡ ਨਾਲ ਵੱਧਦੀਆਂ ਪਈਆਂ ਉਹ ਸਾਰਾ ਦੇਸ਼ ਜਿਹੜਾ ਆ ਜਾਣਦਾ ਜੀ। ਤੇ ਇਸ ਦੇ ਨਾਲ ਹੀ ਦੂਸਰਾ ਬਿੱਲ ਜਿਹੜਾ ਪੇਸ਼ ਕੀਤਾ ਜਾਂ ਪਾਸ ਹੋਇਆ ਬੀਤੇ ਦਿਨਾਂ ਦੇ ਵਿੱਚ, ਉਹ ਸੀਗਾ ਰੱਖਿਆ ਨਾਲ ਜੁੜੇ ਹੋਏ ਜਿਹੜੇ ਉਪਕਰਨ ਬਣਾਉਣ ਵਾਲੀਆਂ ਫੈਕਟਰੀਆਂ ਜਾਂ ਰੱਖਿਆ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਕਾਈਆਂ ਨੇ, ਉੱਥੇ ਜਿਹੜੇ ਵਰਕਰ ਨੇ ਉਹ ਹੜਤਾਲ ਨਹੀਂ ਕਰ ਸਕਣਗੇ। ਉਹ ਅਗੇਨ ਇੱਕ ਡਿਫਰੈਂਟ ਤਰ੍ਹਾਂ ਦਾ ਜਿਹੜਾ ਬਿੱਲ ਆ, ਕਿਉਂਕਿ ਹੜਤਾਲ ਦਾ ਅਧਿਕਾਰ ਜਾਂ ਵਿਰੋਧ ਦਾ ਅਧਿਕਾਰ ਹਰ ਤਬਕੇ ਕੋਲ, ਹਰ ਬੰਦੇ ਕੋਲ ਮੌਲਿਕ ਅਧਿਕਾਰ ਆ। ਵਿਰੋਧ ਕਰਨ ਦੇ ਅਧਿਕਾਰ ਨੂੰ ਅਸੀਂ ਮੰਨਦੇ ਹਾਂ, ਪਰ ਉਹਦੇ ਉੱਤੇ ਵੀ ਉਹ ਬਿੱਲ ਪੇਸ਼ ਕੀਤਾ ਤੇ ਫਿਰ ਉਹਦੇ 'ਚ ਵਰਕਿੰਗ ਆਵਰਸ ਦੀਆਂ ਕੁਝ ਚੇਂਜਸ ਨੇ ਬਹੁਤ ਸਾਰੀਆਂ। ਸੋ ਗੱਲ ਕੁੱਲ ਮਿਲਾ ਕੇ ਇਹੀ ਆ ਪਰਮਿੰਦਰ ਜੀ ਕਿ ਸਰਕਾਰ
ਸਰਕਾਰ ਦਾ ਜੋ ਦਿਲ ਕਰਦਾ ਆ, ਜਿੱਦਾਂ ਦਾ ਦਿਲ ਕਰਦਾ ਹੈ, ਕਿਉਂਕਿ ਉਹਨਾਂ ਕੋਲ ਨੰਬਰ ਨੇ ਜੀ, ਉਹ ਉਸ ਤਰੀਕੇ ਦੇ ਨਾਲ ਆਪਣਾ ਜਿਹੜਾ ਮਨਸੂਬੇ ਆ ਉਹਨਾਂ ਦੇ ਉੱਤੇ ਕੰਮ ਕਰਦੀ ਜਾ ਰਹੀ ਆ। ਵਿਰੋਧੀ ਧਿਰ ਰੌਲਾ ਰੱਪਾ ਜ਼ਰੂਰ ਪਾ ਰਿਹਾ, ਪਰ ਉਸ ਰੌਲੇ ਰੱਪੇ ਦੀ ਜਿਹੜੀ ਸੁਣਵਾਈ ਆ ਉਹ ਉਨੀ ਨਹੀਂ ਹੋ ਰਹੀ, ਉਹ ਹੋਣੀ ਵੀ ਨਹੀਂ ਜੀ, ਕਿਉਂਕਿ ਜਾਂ ਤੇ ਫਿਰ ਹਰ ਮੈਂਬਰ ਆਪਣੀ ਬੁੱਧੀ ਜਾਂ ਆਪਣੇ ਵਿਲ ਦਾ ਪ੍ਰਯੋਗ ਕਰੇ ਕਿ ਉਹਨੂੰ ਜੋ ਠੀਕ ਲੱਗਦਾ ਜੋ ਨਹੀਂ। ਪਰ ਜਦੋਂ ਵਿਪ ਪਾਸ ਹੋਇਆ ਹੁੰਦਾ, ਪਹਿਲਾਂ ਹੀ ਵਿਪ ਮਿਲਿਆ ਹੋਇਆ ਹਰ ਬੰਦੇ ਨੂੰ ਕਿ ਜਿਹੜਾ ਸਰਕਾਰ ਨੇ ਬਿੱਲ ਪਾਸ ਕਰਨਾ ਹੈ ਜਾਂ ਜਿਹੜਾ ਤੁਹਾਡੀ ਪਾਰਟੀ ਦਾ ਜਿਹੜਾ ਕਾਨੂੰਨ ਆ ਤੁਸੀਂ ਉਸ ਪਾਰਟੀ ਦੀ ਲਾਈਨ ਤੇ ਹੀ ਚੱਲਣਾ ਆ, ਫਿਰ ਉਹ ਜਿਹੜੀਆਂ ਚੀਜ਼ਾਂ ਨੇ ਵਿਰੋਧ ਭਾਵੇਂ ਹੋ ਰਿਹਾ ਪਰ ਉਹ ਅਮਲ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਿਹਾ। ਤੇ ਸ਼ਰਮਾ ਜੀ, ਤੁਸੀਂ ਸਰਕਾਰ ਦੀ ਗੱਲ ਤਾਂ ਕਰ ਦਿੱਤੀ, ਹੁਣ ਵਿਰੋਧੀ ਧਿਰ ਦੀ ਗੱਲ ਕਰਦੇ ਹਾਂ। ਵਿਰੋਧੀ ਧਿਰ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਕਿੰਨੀ ਕੁ ਕਾਮਯਾਬ ਹੋਏਗੀ? ਦੇਖੋ, ਵਿਰੋਧੀ ਧਿਰ ਕੋਸ਼ਿਸ਼ ਕਰ ਰਹੀ ਆ, ਇੱਦਾਂ ਕਹਿ ਲਓ ਕਿ ਇਹਨਾਂ ਨੇ ਕੋਸ਼ਿਸ਼ ਕਰਨੀ ਬਹੁਤ ਲੇਟ ਸ਼ੁਰੂ ਕੀਤੀ ਹੈ। ਬੰਗਾਲ ਇਲੈਕਸ਼ਨਸ ਦੇ ਦੌਰਾਨ ਜਦੋਂ ਹਾਲੇ ਇਲੈਕਸ਼ਨਸ ਹੋਈਆਂ ਨਹੀਂ ਸੀ ਤੇ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦੀਆਂ 12-14 ਵੱਡੇ ਲੀਡਰਾਂ ਨੂੰ ਚਿੱਠੀਆਂ ਲਿਖੀਆਂ ਸੀ ਕਿ ਮੋਦੀ ਦੇ ਨਾਲ ਜੇ ਤੁਸੀਂ ਇੱਕ ਫਾਈਟ ਕਰਨੀ ਆ, ਜੇ ਬੀਜੇਪੀ ਦੀ ਜਿਹੜੀ ਹਾਰਡ ਲਾਈਨ ਪਾਲਿਸੀ ਆ ਜੇ ਤੁਸੀਂ ਇਹਨੂੰ ਕੱਟਣਾ ਆ ਤਾਂ ਤੁਸੀਂ ਆਪਣੇ ਆਪਣੇ ਜਿਹੜੇ ਮਤਲਬ ਨੇ, ਆਪਣੇ ਆਪਣੇ ਜਿਹੜੇ ਅਰਥ ਨੇ, ਆਪਣੇ ਆਪਣੇ ਜਿਹੜੇ ਫਾਇਦੇ ਨੇ ਉਹਨਾਂ ਨੂੰ ਛੱਡ ਕੇ ਤੁਹਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ। ਜਿੱਦਾਂ ਅਸੀਂ ਜਾਣਦੇ ਹਾਂ ਕਿ ਜਦੋਂ 20 ਸਾਲ ਪਹਿਲਾਂ ਤੱਕ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਉਥਲ-ਪੁਥਲ ਸੀ, ਖੇਤਰੀ ਪਾਰਟੀਆਂ ਬਹੁਤ ਰਲ ਕੇ, ਬਹੁਤ ਸਾਰੀਆਂ ਪਾਰਟੀਆਂ ਰਲ ਕੇ ਸਰਕਾਰਾਂ ਬਣਾਉਂਦੀਆਂ ਸੀ। ਉਦੋਂ ਇੱਕ ਨਾ ਟਰਮ ਬਹੁਤ ਮਸ਼ਹੂਰ ਹੋਈ ਸੀ, ਉਹਨੂੰ ਅਸੀਂ ਕਹਿੰਦੇ ਸੀ ਕਾਮਨ ਮਿਨੀਮਮ ਪ੍ਰੋਗਰਾਮ, ਨਿਊਨਤਮ ਸਾਂਝਾ ਏਜੰਡਾ। ਉਸ ਗੱਲ ਤੇ ਆਉਣ ਦੀ ਲੋੜ ਆ। ਇਹ ਗੱਲ ਮਮਤਾ ਬੈਨਰਜੀ ਨੇ ਵੀ ਕਹੀ ਆ, ਅਸੀਂ ਵੀ ਕਹਿੰਦੇ ਆ ਤੇ ਸਾਰੇ ਵਿਰੋਧੀ ਧਿਰ ਦੇ ਲੀਡਰ ਵੀ ਕਹਿੰਦੇ ਨੇ। ਉਹ ਕਹਿੰਦੇ ਤੇ ਸਾਰੇ ਨੇ ਪਰ ਉਹ ਤੇ ਅਮਲ ਕੋਈ ਨਹੀਂ ਕਰਦਾ। ਜੇ ਅਸੀਂ ਉਸ ਚਿੱਠੀ ਦੀ ਗੱਲ ਕਰੀਏ ਤੇ ਮਮਤਾ ਬੈਨਰਜੀ ਨੂੰ ਸ਼ਾਇਦ ਹੀ ਕਿਸੇ ਲੀਡਰ ਨੇ ਜਵਾਬ ਦਿੱਤਾ ਹੋਵੇ ਉਸ ਚਿੱਠੀ ਦਾ, ਪਰ ਉਹਨਾਂ ਦੇ ਕਹੇ ਦਾ ਮੁੱਲ ਜ਼ਰੂਰ ਵਧਿਆ। ਜਦੋਂ ਉਹ ਰਿਜ਼ਲਟ ਆਏ, ਉਹ ਇਲੈਕਸ਼ਨ ਜਿੱਤ ਗਏ ਤੇ ਫਿਰ ਉਹਨਾਂ ਨੂੰ ਲੱਗਾ ਕਿ ਹਾਂ ਯਾਰ, ਬੀਬੀ ਦੀ ਜਿਹੜੀ ਪਾਵਰ ਆ ਉਹ ਕਾਮਯਾਬ ਆ। ਕਿਉਂਕਿ ਪਹਿਲਾਂ ਜਿੱਦਾਂ ਉਹ ਉੱਥੇ ਇਲੈਕਸ਼ਨ ਚੱਲੀਆਂ ਸੀ, ਕੋਵਿਡ ਦੇ ਦੌਰਾਨ ਹੀ ਬੀਜੇਪੀ ਨੇ ਜਿੰਨਾ ਜ਼ੋਰ ਲਾਇਆ, ਜਿੰਨੀਆਂ ਚੰਗੀਆਂ ਉਹਨਾਂ ਨੇ ਸੀਟਾਂ ਵੀ ਲਈਆਂ। ਇਹ ਵੀ ਗੱਲ ਨਾਲ ਆ, ਭਾਵੇਂ ਉਹ ਉੱਥੇ ਸੱਤਾ ਜਿਹੜੀ ਆ ਪ੍ਰਾਪਤ ਨਹੀਂ ਕਰ ਸਕੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਗ੍ਰਾਫ ਆਪਣਾ ਸਿਰਜਿਆ ਬੀਤੇ ਦੇ ਨਾਲੋਂ। ਪਿਛਲੀ ਵਾਰ ਜਦੋਂ ਦੇਖੀਏ ਤਾਂ ਉਹਨਾਂ ਕੋਲ 4 ਸੀਟਾਂ ਸੀ, ਇਸ ਵਾਰ ਉਹਨਾਂ 70 ਤੋਂ ਵੱਧ ਗਈਆਂ। ਪਰ ਉਸ ਤੋਂ ਬਾਅਦ ਉਹਨਾਂ ਵਿੱਚ ਖੋਰਾ ਵੀ ਲੱਗਾ, ਕੁਝ ਜਿਹੜੇ ਦੌੜ ਕੇ ਲੋਕ ਬੀਜੇਪੀ ਵੱਲ ਨੂੰ ਆਏ ਸੀ, ਉਹ ਉਨੀ ਸਪੀਡ ਨਾਲ ਹੀ ਦੌੜ ਕੇ ਦੂਜੇ ਪਾਸੇ ਨੂੰ ਗਏ ਵੀ। ਖੈਰ, ਉਹ ਵੱਖਰਾ ਵਿਸ਼ਾ ਸੀ। ਅਸੀਂ ਗੱਲ ਕਰਦੇ ਸੀ ਵਿਰੋਧੀ ਧਿਰ ਦੇ ਇਕਜੁੱਟ ਹੋਣ ਦੀ। ਉਸ ਤੋਂ ਬਾਅਦ ਦੇਸ਼ ਦੀ ਰਾਸ਼ਟਰੀ ਪੋਲਿਟਿਕਸ ਦੇ ਵਿੱਚ ਜਾਂ ਦੇਸ਼ ਦੇ ਲੈਵਲ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲੀਆਂ। ਇੱਕ ਤਾਂ ਆਉਣ ਵਾਲੇ ਸਾਲ ਦੇ ਵਿੱਚ ਜਿਹੜੀਆਂ ਚੋਣਾਂ ਨੇ, ਉਹਨੂੰ ਲੈ ਕੇ ਸਾਰੇ ਹੀ ਲੀਡਰ, ਚਾਹੇ ਉਹ ਉਸ ਸਟੇਟ ਦੇ ਹਨ ਚਾਹੇ ਨਹੀਂ, ਬਿਲਕੁਲ ਜੇ ਆਪਾਂ ਗੱਲ ਕਰੀਏ ਬੰਗਾਲ 'ਚ ਚੋਣਾਂ ਨਹੀਂ ਹਨ, ਮਹਾਰਾਸ਼ਟਰ 'ਚ ਚੋਣਾਂ ਨਹੀਂ ਹੈਗੀਆਂ, ਤਾਮਿਲਨਾਡੂ 'ਚ ਚੋਣਾਂ ਹੋ ਹਟੀਆਂ, ਪਰ ਫਿਰ ਵੀ ਜਸ਼ਵੰਤ ਸਿਨਹਾ TMC ਤੋਂ, ਸ਼ਰਦ ਪਵਾਰ DMK ਦੇ ਲੀਡਰ ਤੇ ਮਮਤਾ ਬੈਨਰਜੀ ਤੇ ਹੋਰ ਛੋਟੇ ਬਹੁਤ ਸਾਰੇ ਲੀਡਰ ਇਸ ਗੱਲ ਨੂੰ ਲੈ ਕੇ ਹੁਣ ਥੋੜੇ ਜਿਹੇ ਜਾਗਰਤ ਜ਼ਰੂਰ ਹੋਏ ਆ ਕਿ 24 ਦੀਆਂ ਚੋਣਾਂ ਜਿਹੜੀਆਂ ਨੇ ਭਾਵੇਂ ਦੂਰ ਨੇ, ਪਰ ਤੁਹਾਨੂੰ ਇੱਕ ਜਿਹੜੀ ਚਾਲ ਆ ਉਹ ਸੋਚਣੀ ਪਊਗੀ, ਇੱਕ ਜਿਹੜੀ ਤਰਕੀਬ ਆ ਉਹ ਬਣਾਉਣੀ ਪਊਗੀ, ਇੱਕ ਜਿਹੜੀ ਬੁਣਤੀ ਹੈਗੀ ਉਹ ਬੁਣਨੀ ਪਊਗੀ। ਦੇਖਣਾ ਪਊਗਾ ਕਿ ਕੌਣ ਕਿੱਥੇ ਫਿੱਟ ਹੋ ਸਕਦਾ ਤੇ ਕਿੱਦਾਂ ਜਿਹੜੀ ਆ ਉਹ ਰਾਜਨੀਤੀ ਬਣਾਊਗੀ। ਇਹਨਾਂ ਜਿਹੜੇ ਆਪਾਂ 5-4 ਨਾਂ ਲਏ, ਇਹਨਾਂ ਦੇ ਨਾਲ ਇੱਕ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਚਿਹਰਾ ਸਾਹਮਣੇ ਆਉਂਦਾ ਉਹ ਇੱਕ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦਾ ਵੀ ਆ। ਚਰਚਾ ਵੀ ਰਹਿੰਦੀ ਆ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜੀ ਨੀਤੀ ਘਾੜੇ ਦੀ ਨੌਕਰੀ ਆ, ਜਿਹੜਾ ਮੇਰਾ ਕੰਮ ਸੀ, ਮੈਂ ਛੱਡ ਕੇ ਤੇ ਹੁਣ ਮੈਂ ਹੋਰ ਕੁਝ ਕਰਨਾ। ਤੇ ਉਸੇ ਗੱਲ ਤੋਂ ਜਦੋਂ ਅਸੀਂ ਉਹਨੂੰ ਐਨਾਲਿਸਿਸ ਕਰਦੇ ਤੇ ਇਹ ਵੀ ਸਮਝ ਲੱਗਦੀ ਆ ਕਿ ਹੋ ਸਕਦਾ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦੇ ਹੋਣ। ਜੇ ਸੰਸਦ ਦੇ ਵਿੱਚ ਤੁਸੀਂ ਮੌਜੂਦਾ ਸੱਤਰ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਕਰਦੇ ਹਾਂ ਤੇ ਰਾਹੁਲ ਗਾਂਧੀ ਨੇ ਪਹਿਲਾਂ ਵੀ 1-2 ਵਾਰ ਮੀਟਿੰਗ ਕਰਕੇ ਵੱਖਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਤੇ ਇੱਕ ਮੰਚ ਤੇ ਆ ਕੇ ਤੇ ਲੜਨ ਦਾ ਸੱਦਾ ਵੀ ਦਿੱਤਾ ਤੇ ਸੰਸਦ ਦੇ ਅੰਦਰ ਵਿਰੋਧ ਕਰਨ ਦੀ ਗੱਲ ਵੀ ਕੀਤੀ ਆ ਸਰਕਾਰ ਦੀਆਂ ਪਾਲਿਸੀਆਂ ਦਾ ਜਾਂ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ, ਤੇ ਬਾਹਰ ਵੀ ਸਾਰੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਗੱਲ ਕੀਤੀ ਆ ਕਿ ਅਸੀਂ ਸਰਕਾਰ ਦਾ ਵਿਰੋਧ ਕਰ ਰਹੇ ਹਾਂ। ਤੇ ਅਸੀਂ ਕਿਉਂਕਿ ਅਸੀਂ ਪੰਜਾਬ 'ਚ ਬੈਠ ਕੇ ਗੱਲ ਕਰਦੇ ਤੇ ਮੈਨੂੰ ਲੱਗਦਾ ਕਿ ਕਿਸਾਨ ਆਗੂਆਂ ਵੱਲੋਂ ਦਿੱਤਾ ਗਿਆ ਵੋਟਰ ਵਿਪ ਜਿਹੜਾ ਆ ਉਹ ਵੀ ਸਾਰਿਆਂ ਤੇ ਕੰਮ ਕਰ ਰਿਹਾ। ਹਾਲੇ ਤੱਕ 10 ਦਿਨ ਹੋ ਗਏ ਨੇ ਸੰਸਦ ਦਾ ਸਦਨ ਚੱਲਦੇ ਨੂੰ, ਕਿਸੇ ਵੀ MP ਨੇ ਵਾਕਆਊਟ ਨਹੀਂ ਕੀਤਾ। ਅੰਦਰ ਬੈਠ ਕੇ ਹੀ ਸਾਰੇ ਵਿਰੋਧ ਕਰਦੇ ਨੇ, ਇੱਕ ਚੰਗੀ ਗੱਲ ਆ। ਕੁਝ MPs ਉੱਥੇ ਗਏ ਨਹੀਂ, ਉਹ ਵੱਖਰੀ ਗੱਲ ਆ, ਉਹਨਾਂ ਨੇ ਕਿਸਾਨ ਸੰਸਦ ਦੇ ਵਿੱਚ ਬੈਠ ਕੇ ਆਪਣੀ ਗੱਲ ਕੀਤੀ ਆ। ਕੱਲ੍ਹ ਹੀ ਰਾਹੁਲ ਗਾਂਧੀ ਨੇ ਇੱਕ ਮੀਟਿੰਗ ਕੀਤੀ ਉੱਥੇ ਕਨਸਟੀਟਿਊਸ਼ਨ ਕਲੱਬ ਆ, ਉੱਥੇ ਉਹਨਾਂ ਨੇ 12, 14, 15 ਜਿੰਨੀਆਂ ਪਾਰਟੀਆਂ ਸੀਗੀਆਂ ਉਹਨਾਂ ਸਾਰਿਆਂ ਨੂੰ ਸੱਦੇ ਭੇਜੇ ਤੇ ਸਾਰੇ ਲੀਡਰ ਉੱਥੇ ਆਏ ਵੀ। ਉਹਨਾਂ ਦੇ ਵਿੱਚ TMC ਵੀ ਸੀ, ਕਾਂਗਰਸ ਵੀ ਸੀ, CPI ਸੀ, CPIM ਸੀ, JDU ਸੀ, RJD, JMM, ਸ਼ਿਵ ਸੈਨਾ, ਹੋਰ ਕੁਝ ਪਾਰਟੀਆਂ ਵੀ ਸੀ ਜਿਹੜੀਆਂ ਛੋਟੀਆਂ ਸੀ, ਕੇਰਲਾ ਤੋਂ ਸੀ 1-2 ਪਾਰਟੀਆਂ।
ਤੇ ਨੈਸ਼ਨਲ ਕਾਨਫਰੰਸ ਸੀ ਜੰਮੂ ਕਸ਼ਮੀਰ ਤੋਂ ਉਹਨਾਂ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੰਨੀਆਂ ਸਾਰੀਆਂ ਪਾਰਟੀਆਂ ਤੇ ਇਹਨਾਂ ਦੇ ਸੰਸਦ ਕਿੰਨੇ ਨੇ 100 ਤੋਂ ਵੱਧ ਸੰਸਦ ਨੇ ਇਹਨਾਂ ਪਾਰਟੀਆਂ ਕੋਲ ਰਲਾ ਕੇ। ਤਾਂ ਉੱਥੇ ਉਹਨਾਂ ਨੇ ਇਹ ਗੱਲ ਰੱਖੀ ਕਿ ਸਰਕਾਰ ਨੂੰ ਅਸੀਂ ਪੈਗਾਸਸ ਦੇ ਉੱਤੇ ਵੀ ਘੇਰਾਂਗੇ, ਸਰਕਾਰ ਨੂੰ ਅਸੀਂ ਮਜਬੂਰ ਕਰੀਏ ਕਿ ਉਹ ਪੈਗਾਸਸ ਦੀ ਜਾਂਚ ਦੇ ਉੱਤੇ ਕੰਮ ਕਰੇ ਤੇ ਨਾਲ ਦੀ ਨਾਲ ਉਹਨਾਂ ਨੇ ਮਹਿੰਗਾਈ ਦੇ ਉੱਤੇ ਵੀ ਸਰਕਾਰ ਨੂੰ ਘੇਰਨ ਦੀ ਗੱਲ ਕੀਤੀ। ਇਹ ਤੁਹਾਨੂੰ ਯਾਦ ਹੋਣਾ ਦਰਸ਼ਕਾਂ ਨੂੰ ਕਿ ਫਿਰ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਇੱਕ ਟਰੈਕਟਰ ਲੈ ਕੇ ਆਏ ਸੀ, ਉਹਦੀ ਬੜੀ ਚਰਚਾ ਰਹੀ ਕਿ ਉਹ ਟਰੈਕਟਰ ਦੇ ਕਾਗਜ਼ ਹੈ ਨਹੀਂ ਸੀ, ਟਰੈਕਟਰ ਤੇ ਨੰਬਰ ਪਲੇਟ ਹੈ ਨਹੀਂ ਸੀ, ਫਿਰ ਪੁਲਿਸ ਨੇ ਟਰੈਕਟਰ ਜ਼ਬਤ ਕਰ ਲਿਆ। ਫਿਰ ਲੱਗਾ ਕਿ ਬਾਅਦ ਵਿੱਚ ਉਹਦੀ ਕੋਈ ਖਬਰ ਹੀ ਨਹੀਂ ਨਿਕਲੀ। ਪਰ ਕੱਲ ਉਹ ਇੱਕ ਬਿਨਾਂ ਕਾਗਜ਼ਾਂ ਵਾਲਾ ਫਿਰ ਇੱਕ ਗੱਡੀ ਲੈ ਕੇ ਆਏ, ਉਹ ਸਾਈਕਲ ਤੇ ਆਏ। ਉਹ ਇਕੱਲੇ ਸਾਈਕਲ ਤੇ ਨਹੀਂ ਆਏ, ਹੋਰ ਵੀ ਉਹਨਾਂ ਦੇ ਨਾਲ ਜਿਹੜੇ MP ਸੀਗੇ, ਚਾਹੇ ਉਹ ਲੋਕ ਸਭਾ ਦੇ ਮੈਂਬਰ ਸੀ ਚਾਹੇ ਰਾਜ ਸਭਾ ਦੇ ਸੀ, ਸਾਰੇ ਹੀ ਸਾਈਕਲ ਤੇ ਆਏ। ਤੇ ਕਈ ਵਾਰੀ ਗੱਲ ਹੁੰਦੀ ਆ ਕਿ ਉਹਨਾਂ ਨੇ ਫੋਟੋਆਂ ਖਿਚਾਉਣ ਲਈ ਇਦਾਂ ਦਾ ਕੰਮ ਕਰਦੇ ਨੇ ਜਾਂ ਮੀਡੀਆ ਦੀ ਜਿਹੜੀ ਆ ਇੱਕ ਲਾਈਟ ਲੈਣ ਲਈ ਉਹ ਕੰਮ ਕਰਦੇ ਨੇ। ਪਰ ਬਾਅਦ 'ਚ ਖਬਰ ਇਹ ਵੀ ਆਈ ਆ ਕਿ ਉਹ ਵਾਪਸੀ ਵੀ ਸਾਈਕਲ ਤੇ ਕੀਤੀ। ਕੋਈ ਵੱਡੀ ਗੱਲ ਨਹੀਂ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੇ ਦਫ਼ਤਰ ਜਿਹੜੇ ਨੇ ਉਹ ਵਿਧਾਨ ਸਭਾ ਤੋਂ ਜਾਂ ਲੋਕ ਸਭਾ ਤੋਂ ਜਾਂ ਉਹਨਾਂ ਦੇ ਦਫ਼ਤਰ ਤੋਂ ਨੇੜੇ ਨੇ। ਬਹੁਤ ਸਾਰੇ ਲੋਕ ਪੈਦਲ ਵੀ ਜਾਂਦੇ ਨੇ ਤੇ ਸਾਈਕਲ ਤੇ ਵੀ ਜਾਂਦੇ ਨੇ ਜਾਂ ਉਸ ਤਰੀਕੇ ਨਾਲ ਵੀ ਜਾਂਦੇ ਨੇ। ਮੈਨੂੰ ਪੰਜਾਬ ਦੇ ਇੱਕ ਖੇਡ ਡਾਇਰੈਕਟਰ ਦੀ ਗੱਲ ਯਾਦ ਹੈ, ਹੁਣ MLA ਨੇ ਉਹ ਪ੍ਰਗਟ ਸਿੰਘ ਜੀ। ਜਲੰਧਰ ਉਹਨਾਂ ਦੀ ਰਿਹਾਇਸ਼ ਆ ਤੇ ਚੰਡੀਗੜ੍ਹ ਉਹਨਾਂ ਕੋਲ ਦਫ਼ਤਰ ਹੁੰਦਾ ਸੀ, ਡਾਇਰੈਕਟਰ ਸਪੋਰਟਸ ਸੀਗੇ ਤੇ ਰੋਜ਼ ਸਵੇਰੇ ਬੱਸ 'ਚ ਬੈਠ ਕੇ ਚੰਡੀਗੜ੍ਹ ਚਲ ਜਾਂਦੇ ਸੀ। ਸੋ ਲੋ ਪ੍ਰੋਫਾਈਲ ਲੋਕ ਰਹਿੰਦੇ ਨੇ ਇਸ ਦੁਨੀਆ ਦੇ ਵਿੱਚ ਜਿਹੜੇ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਨੇ। ਵਿਰੋਧੀ ਧਿਰ ਦਾ ਇਕਜੁੱਟ ਹੋਣਾ ਚੰਗੀ ਗੱਲ ਆ, ਪਰ ਦੇਖਣਾ ਇਹ ਬਣਦਾ ਕਿ ਉਹ ਸਰਕਾਰ ਨੂੰ ਕਿੰਨਾ ਕੁ ਘੇਰ ਸਕਦੇ ਨੇ ਤੇ ਕਿੰਨਾ ਕੁ ਨਹੀਂ। ਤੇ ਸ਼ਰਮਾ ਜੀ, ਤੁਸੀਂ ਵਿਰੋਧੀ ਧਿਰ ਦੀ ਬੈਠਕ ਦੀ ਗੱਲ ਕੀਤੀ ਤੇ ਉਹਦੇ ਵਿੱਚੋਂ 2 ਪਾਰਟੀਆਂ ਗੈਰ ਹਾਜ਼ਰ ਸਨ। ਉਹਦਾ ਜਵਾਬ ਤੁਹਾਡੇ ਕੋਲ ਲਵਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਵਾਲ ਕੀਤਾ ਸੀ ਕਿ ਵਿਰੋਧੀ ਧਿਰ ਦੀ ਬੈਠਕ ਦੇ ਵਿੱਚ 2 ਪਾਰਟੀਆਂ ਐਸੀਆਂ ਸਨ ਜਿਨ੍ਹਾਂ ਦੇ ਆਗੂ ਸ਼ਾਮਿਲ ਨਹੀਂ ਹੋਏ ਤੇ ਸ਼ਾਮਿਲ ਕਿਉਂ ਨਹੀਂ ਹੋਏ, ਇਹਦੇ ਬਾਰੇ ਤੁਸੀਂ ਦੱਸ ਦਿਓ। ਦੇਖੋ, ਜਿਨ੍ਹਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ ਉਹ ਸਾਰੇ ਹੀ ਉੱਥੇ ਆਏ, ਪਰ 2 ਪਾਰਟੀਆਂ ਜਿਹੜੀਆਂ ਨਹੀਂ ਆਈਆਂ ਤੇ ਦੋਨੋਂ ਹੀ ਰਾਸ਼ਟਰੀ ਲੈਵਲ ਦੇ ਉੱਤੇ ਬਹੁਤ ਮਹੱਤਵਪੂਰਨ ਪਾਰਟੀਆਂ ਨੇ। ਹਾਲਾਂਕਿ ਇੱਕ ਪਾਰਟੀ ਬਿਲਕੁਲ ਨਵੀਂ ਬਣੀ ਹੋਈ ਆ ਤੇ ਦੂਸਰੀ ਕਾਫੀ ਪੁਰਾਣੀ ਪਾਰਟੀ ਆ। ਦੋਨਾਂ ਦੇ ਕੋਲ ਹੀ ਚੰਗਾ ਆਧਾਰ ਆ, ਚੰਗੇ ਲੋਕਾਂ ਨਾਲ ਜੁੜੀ ਹੋਈ ਪਾਰਟੀ ਆ ਤੇ ਕਾਫੀ ਚੰਗੀਆਂ ਗੱਲਾਂ ਵੀ ਕਰਦੇ ਨੇ। ਹਾਲਾਂਕਿ ਰਾਜਨੀਤੀ ਦੇ ਵਿੱਚ ਅਸੀਂ ਕਿਸੇ ਨੂੰ ਬਹੁਤਾ ਚੰਗਾ ਸਮਝਦੇ ਨਹੀਂ, ਪਰ ਫਿਰ ਵੀ ਆਪਾਂ ਗੱਲ ਕਰਦੇ ਹਾਂ ਬਹੁਜਨ ਸਮਾਜ ਪਾਰਟੀ ਦੀ, ਉਹ ਵੀ ਨਹੀਂ ਉਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਹਾਲਾਂਕਿ ਪਿਛਲੀ ਮੀਟਿੰਗ ਦੇ ਵਿੱਚ ਤ੍ਰਿਣਮੂਲ ਕਾਂਗਰਸ ਵੀ ਸ਼ਾਮਿਲ ਨਹੀਂ ਸੀ ਹੋਈ। ਤੇ ਦੂਸਰੀ ਪਾਰਟੀ ਜਿਹੜੀ ਆ ਨਹੀਂ ਉਸ ਵਿਰੋਧੀ ਧਿਰ ਦੀ ਮੀਟਿੰਗ ਦੇ ਵਿੱਚ ਆਈ ਸੀ, ਉਹ ਸੀ ਦਿੱਲੀ ਦੇ ਵਿੱਚ ਸੱਤਾਧਾਰੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ। ਹਾਲਾਂਕਿ ਉਹ ਵੀ BJP ਤੋਂ ਉਲਟੇ ਪਾਸੇ ਹੋ ਕੇ ਚੱਲਦੇ ਨੇ ਤੇ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਉਹ ਅਕਸਰ ਇਹ ਗੱਲ ਕਰਦੇ ਨੇ ਕਿ ਜਿਹੜੀ ਸੈਂਟਰ ਸਰਕਾਰ ਨਾਲ ਉਹਨਾਂ ਦਾ ਟਕਰਾਅ ਆ ਉਹ ਬਣਿਆ ਰਹਿੰਦਾ। LG ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਰਹਿੰਦੀਆਂ ਨੇ, ਪਰ ਉਹਨਾਂ ਦਾ ਨਾਂ ਆਉਣਾ ਜਿਹੜਾ ਆ ਉਹ ਕਿਉਂ ਨਹੀਂ ਆਏ, ਇਹ ਤੁਸੀਂ ਮੈਨੂੰ ਸਵਾਲ ਕੀਤਾ। ਇਹਦੇ ਬਾਰੇ ਤਾਂ ਉਹ ਜਿਹੜੇ ਪਾਰਟੀ ਦੇ ਮੁਖੀ ਨੇ, ਉਧਰੋਂ ਭੈਣ ਮਾਇਆਵਤੀ ਉਹ ਦੱਸ ਸਕਦੀ ਤੇ ਜਾਂ ਫਿਰ ਅਰਵਿੰਦ ਕੇਜਰੀਵਾਲ ਜੀ ਦੱਸ ਸਕਦੇ ਨੇ। ਪਰ ਜੋ ਸਾਡੇ ਅੰਦਾਜ਼ੇ ਨੇ ਉਹਦੇ ਮੁਤਾਬਕ ਅਰਵਿੰਦ ਕੇਜਰੀਵਾਲ ਨੇ, ਹਾਲਾਂਕਿ ਉਹ ਰੌਲਾ ਜ਼ਰੂਰ ਪਾਉਂਦੇ ਨੇ ਕਿ ਮੈਂ ਇਸ BJP ਸਾਨੂੰ ਤੰਗ ਕਰਦੀ ਆ, ਪਰ ਉਹਨਾਂ ਨੇ ਇੱਕ ਜਿਹੜੀ ਸੈਟਿੰਗ ਜਿਹੀ ਆ ਉਹ ਕਰ ਲਈ ਹੋਈ ਆ। ਕਿਉਂਕਿ ਉਹਨਾਂ ਨੇ ਸ਼ੁਰੂ 'ਚ ਦੇਖਿਆ ਸੀਗਾ ਕਿ ਜਦੋਂ ਉਹ ਬਹੁਤ ਸਿੱਧੀ ਲਾਈਨ ਤੇ ਚੱਲਦੇ ਸੀ ਤੇ ਫਿਰ ਉਹਨਾਂ ਨੂੰ ਸਰਕਾਰ ਬਹੁਤ ਤੰਗ ਕਰਦੀ ਸੀ ਜਾਂ ਇਦਾਂ ਕਹਿ ਲਓ ਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੀ ਦਿੱਲੀ ਦੀ ਗਵਰਨਮੈਂਟ ਆ ਉਹ ਇੱਕ ਇੰਡੀਪੈਂਡੈਂਟ ਸਟੇਟ ਨਹੀਂ ਆ, ਪੂਰਨ ਰਾਜ ਦਾ ਦਰਜਾ ਦਿੱਲੀ ਕੋਲ ਹੈ ਨਹੀਂ ਉੱਥੇ, ਕਿਉਂਕਿ ਹੋਮ ਮਿਨਿਸਟਰ ਦੀ ਜ਼ਿਆਦਾ ਇਨਵੋਲਵਮੈਂਟ ਆ ਤੇ ਜਿਹੜੀਆਂ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਦਿੱਲੀ ਦੀਆਂ, ਉਹਨਾਂ ਦਾ ਵੀ ਉੱਥੇ ਜਿਹੜਾ ਆ ਉਹ ਬਣਿਆ ਰਹਿੰਦਾ ਗਲਬਾ। ਇਸ ਕਰਕੇ ਉਹਨਾਂ ਨੂੰ ਲੱਗਦਾ ਸੀਗਾ ਕਿ ਉੱਥੇ ਕੋਈ ਸਮੱਸਿਆਵਾਂ ਜ਼ਿਆਦਾ ਨੇ ਤੇ ਫਿਰ ਮੈਨੂੰ ਸਰਕਾਰ ਨਾਲ ਮਿਲ ਕੇ ਹੀ ਚੱਲਣਾ ਪਵੇਗਾ। ਇੱਕ ਕਾਰਨ ਹੋ ਸਕਦਾ। ਦੂਸਰੀ ਗੱਲ ਇਹ ਵੀ ਆ ਕਿ ਜਿਹੜੀ ਦਿੱਲੀ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਆ, ਉਹਨਾਂ ਦਾ ਬਹੁਤਾ ਵਿਰੋਧ ਜਿਹੜਾ ਆ ਜਾਂ ਉਹਨਾਂ ਨੂੰ ਜਿਹੜੀ ਮਿਲਣ ਵਾਲੀ ਵੋਟ ਆ ਉਹ BJP ਵਾਲੀ ਵੋਟ ਨਹੀਂ ਹੈ। ਉਹ ਉੱਥੇ ਜਾ ਕੇ ਜ਼ਿਆਦਾ ਫਾਈਟ ਕਰਕੇ ਰਾਜੀ ਨੇ ਜਿੱਥੇ ਉਹਨਾਂ ਨੂੰ ਕਾਂਗਰਸ ਤੋਂ ਜਾਂ ਹੋਰ ਤਰ੍ਹਾਂ ਦੀ ਵੋਟ ਜਿਹੜੀ ਆ ਉਹਨਾਂ ਕੋਲ ਕਨਵਰਟ ਹੋ ਜਾਵੇ। BJP ਦੀ ਜਿਹੜੀ ਵੋਟ ਵਾਲੀ ਗੱਲ ਆ ਜਾਂ BJP ਦਾ ਇੱਕ ਕੇਡਰ ਵਾਲੀ ਗੱਲ ਆ ਜਾਂ BJP ਦੇ ਵੋਟਰਾਂ ਵਾਲੀ ਗੱਲ ਆ, ਉਹ ਇੱਕ ਖਾਸ ਤਰ੍ਹਾਂ ਦਾ ਧਰੁਵੀਕਰਨ ਜਿਹੜਾ ਆ ਉਹ ਦੇਸ਼ ਪੱਧਰ ਦੇ ਉੱਤੇ ਹੋ ਚੁੱਕਿਆ। ਜਦੋਂ ਅਸੀਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਉਹਨਾਂ ਦੇ ਜਿਹੜੇ ਮੁਖੀਆ ਨੇ ਉਹੀ ਦੱਸ ਸਕਦੇ ਨੇ, ਪਰ ਫਿਰ ਵੀ BSP ਕੋਲ ਰਾਸ਼ਟਰੀ ਪੱਧਰ ਦੇ ਉੱਤੇ ਹਾਲਾਂਕਿ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ ਉਹ ਸਾਰੇ ਦੇਸ਼ 'ਚ ਦਿਖਦੀ ਆ, ਕਿਉਂਕਿ ਉਹ ਆਪਣੇ ਆਪ ਨੂੰ ਦਲਿਤ ਸਮਾਜ ਦੀ ਪਾਰਟੀ ਹੋਣ ਦੀ ਗੱਲ ਜਿਹੜੀ ਉਹ ਕਰਦੇ ਨੇ।
ਪਰ ਉਹਨਾਂ ਦਾ ਜਿਹੜਾ ਇੱਕ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀ 'ਚ ਚੋਣਾਂ ਨੇ ਤੇ ਯੂਪੀ ਦੇ ਵਿੱਚ ਵੀ ਉਹਨਾਂ ਦਾ ਧਿਆਨ ਕਾਫੀ ਆ। ਪਰ ਯੂਪੀ ਤੋਂ ਵੀ ਇਲਾਵਾ ਜੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਬੀਐਸਪੀ ਲਈ ਕੋਈ ਜਗ੍ਹਾ ਹੈ ਤਾਂ ਉਹ ਪੰਜਾਬ ਆ ਤੇ ਪੰਜਾਬ ਦੇ ਵਿੱਚ ਉਹ ਕਾਂਗਰਸ ਦੇ ਨਾਲ ਖਿਲਾਫ ਹੋ ਕੇ ਲੜ ਰਹੇ ਨੇ। ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਧੜੇਬੰਦੀ ਆ, ਜਿਹੜੀ ਉਹਨਾਂ ਦੀ ਗੱਠਜੋੜ ਆ, ਉਹ ਸ਼੍ਰੋਮਣੀ ਅਕਾਲੀ ਦਲ ਨਾਲ ਹੋਇਆ ਤੇ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਨਹੀਂ, ਕਿਉਂਕਿ ਕਾਂਗਰਸ ਨੇ, ਮੈਨੂੰ ਨਹੀਂ ਪਤਾ ਉਹਨਾਂ ਨੂੰ ਸੱਦਾ ਦਿੱਤਾ ਕਿ ਨਹੀਂ ਦਿੱਤਾ, ਪਰ ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀ ਆ, ਉਹਨਾਂ ਕੋਲ ਐਮਪੀ ਵੀ ਨੇ ਤੇ ਉਹਨਾਂ ਨੂੰ ਵੀ ਸੱਦਾ ਉੱਥੇ ਨਹੀਂ ਮਿਲਿਆ ਹੋਣਾ ਸ਼ਾਇਦ। ਤੇ ਬਹੁਜਨ ਸਮਾਜ ਪਾਰਟੀ ਇਸ ਕਰਕੇ ਵੀ ਉਸ ਮੀਟਿੰਗ 'ਚ ਨਹੀਂ ਆਈ ਕਿ ਜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੀ ਆ ਤੇ ਫਿਰ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇਹ ਗੱਲ ਕਹਿਣ ਦੀ ਮੌਕਾ ਜ਼ਰੂਰ ਮਿਲੇਗਾ ਕਿ ਤੁਸੀਂ ਉੱਥੇ ਤਾਂ ਕਾਂਗਰਸ ਦੇ ਨਾਲ ਸੀ ਉਸ ਮੀਟਿੰਗ ਦੇ ਵਿੱਚ ਤੇ ਇੱਥੇ ਤੁਸੀਂ ਵਿਰੋਧ 'ਚ ਆ, ਇੱਥੇ ਤੁਸੀਂ ਵੱਖਰੀਆਂ ਹੋ ਕੇ ਵੋਟਾਂ ਲੈ ਰਹੇ ਆ। ਤੇ ਦੂਸਰੀ ਗੱਲ ਇਹ ਵੀ ਆ ਕਿ ਇਹ ਜਿਹੜੀਆਂ ਪਾਰਟੀਆਂ, ਖੇਤਰੀ ਪਾਰਟੀਆਂ ਨੇ, ਇਹਨਾਂ ਦੇ ਉੱਤੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦਾ ਡੰਡਾ ਵੀ ਜਿਹੜਾ ਆ ਉਹ ਕੰਮ ਕਰਦਾ। ਹਾਲਾਂਕਿ ਸਮਾਜਵਾਦੀ ਪਾਰਟੀ ਜਾਂ ਨੈਸ਼ਨਲ ਕਾਨਫਰੰਸ ਉਹਦੇ ਵਿੱਚ ਆ ਗਈਆਂ ਸਾਹਮਣੇ ਹੋ ਕੇ, ਉਹਨਾਂ ਦੇ ਮੁਖੀਆਂ ਦੇ ਉੱਤੇ ਵੀ ਬਹੁਤ ਸਾਰੇ ਕੇਸ ਜਿਹੜੇ ਚੱਲਦੇ ਰਹੇ ਨੇ, ਪਰ ਅਕਸਰ ਤੇ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੀ ਬੀਐਸਪੀ ਆ ਉਹ ਇਦਾਂ ਦੀਆਂ ਚੀਜ਼ਾਂ ਤੋਂ ਬਚਦੀ ਆ, ਕਿਉਂਕਿ ਕੇਸ ਉਹਨਾਂ ਦੇ ਵੀ ਜਿਹੜੇ ਆ ਕਰਪਸ਼ਨ ਦੇ ਜਾਂ ਹੋਰ ਇਦਾਂ ਦੇ ਪੁੱਠੇ ਸਿੱਧੇ ਕੰਮਾਂ ਦੇ ਚੱਲਦੇ ਹੀ ਰਹਿੰਦੇ ਨੇ। ਇਦਾਂ ਹੋ ਸਕਦਾ ਕਿ ਇਹਨਾਂ ਪਾਰਟੀਆਂ ਦੇ ਨਾਂ ਆਉਣ ਦੇ ਇਹ ਕਾਰਨ ਹੋਣ, ਇਹ ਸਾਡੀ ਆਪਣੀ ਸਮਝ ਆ ਜਾਂ ਰਾਜਨੀਤਿਕ ਵਿਸ਼ਲੇਸ਼ਣ ਤੁਸੀਂ ਕਹਿ ਲਓ। ਅਸਲ ਕਾਰਨ ਕੀ ਸੀ, ਉਹ ਇਹ ਵੀ ਹੋ ਸਕਦਾ ਕਿ ਮੀਂਹ ਪੈ ਗਿਆ ਹੋਵੇ ਦਿੱਲੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਉਹਨੇ ਦੂਰੋਂ ਆਉਣਾ ਸੀ, ਨਾ ਪਹੁੰਚ ਸਕੇ ਹੋਣ। ਜੀ, ਤੇ ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ। ਪਤਾ ਨਹੀਂ ਉਹਨਾਂ ਦਾ ਖਜ਼ਾਨਾ ਬਹੁਤ ਭਰਿਆ ਹੋਇਆ, ਨਾਲੇ ਵੈਸੇ ਉਹ ਕੰਮ ਵੀ ਚੰਗੇ ਕਰਦੇ ਨੇ, ਤੇ ਇਹ ਕਿੱਡਾ ਸੌਖਾ ਕੰਮ ਲੱਗਦਾ? ਬਿਲਕੁਲ ਜੀ, ਅਸੀਂ ਅਕਸਰ ਜਦੋਂ ਫਾਈਨੈਂਸ਼ੀਅਲ ਸਟੇਟਸ ਦੇ ਉੱਤੇ ਗੱਲ ਕਰਦੇ ਹਾਂ ਕਿਸੇ ਵੀ ਸਟੇਟ ਗਵਰਨਮੈਂਟ ਦਾ, ਤੇ ਅਸੀਂ ਬੀਤੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਆਪਣੇ 90 ਤੋਂ ਵੱਧ ਐਮਐਲਏਆਂ ਦੇ ਇਨਕਮ ਟੈਕਸ ਭਰੇ ਜਾਣ ਦੀ ਗੱਲ ਕੀਤੀ ਸੀ ਕਿ ਸਰਕਾਰ ਇਹਨਾਂ ਗਰੀਬ ਐਮਐਲਏਆਂ ਦਾ ਇਨਕਮ ਟੈਕਸ ਵੀ ਆਪਣੇ ਕੋਲੋਂ ਭਰਦੀ ਆ। ਵਿਚਾਰਿਆਂ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ ਕਿ ਉਹ ਤਨਖਾਹ ਲੈ ਕੇ ਆਪਣਾ ਟੈਕਸ ਵੀ ਦੇ ਦੇਣ। ਤੇ ਅਸੀਂ ਉਦੋਂ ਵੀ ਗੱਲ ਕੀਤੀ ਸੀ ਕਿ ਐਮਐਲਏਜ਼ ਹੋਣ, ਐਮਪੀ ਹੋਣ, ਇਹ ਇੱਕਮਾਤਰ ਇਹੋ ਜਿਹੇ ਲੋਕ ਨੇ ਜਿਹੜੇ ਆਪਣੀ ਤਨਖਾਹ ਆਪੇ ਹੀ ਵਧਾ ਲੈਂਦੇ ਨੇ, ਇਹਨਾਂ ਨੂੰ ਕਿਤੇੋਂ ਪਰਮਿਸ਼ਨ ਨਹੀਂ ਲੈਣੀ ਪੈਂਦੀ। ਵਿਧਾਨ ਸਭਾ 'ਚ ਬੈਠਦੇ ਨੇ, ਜਿਹੜਾ ਇੱਕ ਸਦਨ ਰੱਖਦੇ ਨੇ, ਸੈਸ਼ਨ ਰੱਖਦੇ ਨੇ, ਡਿਸਕਸ਼ਨ ਕਰਦੇ ਨੇ ਤੇ ਜਿਹੜੀ ਤਨਖਾਹ ਆ ਉਹ ਉਹਨਾਂ ਦੀ ਵੱਧ ਜਾਂਦੀ ਹੈ। ਤੇ ਉਹਨਾਂ ਨੂੰ ਇਹ ਵੀ ਨਹੀਂ ਹੁੰਦਾ ਕਿ ਜਿਹੜੀ ਵਧੀ ਹੋਈ ਤਨਖਾਹ ਆ ਉਹ ਬਕਾਏ ਦੇ ਰੂਪ 'ਚ ਸਾਲ ਬਾਅਦ ਮਿਲਣੀ ਹੈ ਜਾਂ 2 ਸਾਲ ਬਾਅਦ ਮਿਲਣੀ ਹੈ ਜਾਂ ਕਿਸੇ ਚੈੱਕ ਦੇ ਰੂਪ ਦੇ ਵਿੱਚ ਜਾਂ ਕਿਸੇ ਬੌਂਡ ਦੇ ਰੂਪ ਵਿੱਚ ਮਿਲਣੀ ਹੈ। ਕਿਉਂਕਿ ਸਟੇਟ ਲੈਵਲ ਦੇ ਉੱਤੇ ਬਹੁਤ ਵਾਰ ਕਰਮਚਾਰੀਆਂ ਨਾਲ ਇੱਦਾਂ ਹੁੰਦਾ ਕਿ ਜਿਹੜੀ ਤਨਖਾਹ ਦਾ ਵਾਧਾ ਆ ਉਹ 16 ਤੋਂ ਲਾਗੂ ਕੀਤਾ ਜਾਂਦਾ, ਤਨਖਾਹ ਮਿਲਣ ਲੱਗੀ ਆ 2000 ਤੋਂ, ਤੇ ਉਹ ਜਿਹੜਾ 4 ਸਾਲ ਦਾ ਬਕਾਇਆ ਆ ਉਹ ਬਾਅਦ 'ਚ ਕਹਿੰਦੇ ਤੁਹਾਡੇ ਪ੍ਰੋਵੀਡੈਂਟ ਫੰਡ 'ਚ ਪਾ ਦਿੰਦੇ ਆ ਤੇ ਜਦੋਂ ਤੁਹਾਨੂੰ ਪੈਨਸ਼ਨ ਮਿਲੂਗੀ ਉਦੋਂ ਨਾਲ ਮਿਲ ਜੂਗਾ। ਪਰ ਇੱਥੇ ਐਮਐਲਏਜ਼ ਦੇ ਕੇਸ ਦੇ ਵਿੱਚ ਇਦਾਂ ਨਹੀਂ ਹੁੰਦਾ, ਇਹਨਾਂ ਨੂੰ ਤੁਰੰਤ ਜਿਹੜੀ ਉਹ ਤਨਖਾਹ ਆ ਵਧੀ ਹੋਈ ਉਹ ਲਾਗੂ ਹੋ ਜਾਂਦੀ ਹੈ। ਇਹਨਾਂ ਨੇ 15 'ਚ ਕਹਿੰਦੇ ਪਹਿਲਾਂ ਵਧਾਈ ਸੀ ਤੇ ਹੁਣ ਇਹਨਾਂ ਨੇ ਜਿਹੜਾ ਉਹਦੇ 'ਚ ਵਾਧਾ ਮੰਗਿਆ ਸੀਗਾ ਉਹ 400% ਮੰਗਿਆ ਸੀ। 2,10,000 ਤਨਖਾਹ ਦੀ ਮੰਗ ਕੀਤੀ ਸੀ ਇਹਨਾਂ ਨੇ ਆਪਣੇ ਐਮਐਲਏਜ਼ ਲਈ। ਖਰਚੇ ਬਹੁਤ ਨੇ ਤੇ ਮਿਹਨਤ ਬਹੁਤ ਕਰਨੀ ਪੈਂਦੀ ਆ, ਜਿੰਨਾ ਅਸੀਂ ਰੌਲਾ ਰੱਪਾ ਦੇਖਦੇ ਹਾਂ ਸੰਸਦ ਦੇ ਸਦਨ ਦੇ ਵਿੱਚ ਪਾਉਂਦੇ ਨੇ, ਉਹਦੇ ਲਈ ਇੰਨੇ ਕੁ ਪੈਸੇ ਇਹਨਾਂ ਨੂੰ ਮਿਲਣੇ ਚਾਹੀਦੇ ਨੇ। ਲੈ ਇਦਾਂ ਤਾਂ ਫਿਰ ਅਸੀਂ ਵੀ ਰੌਲਾ ਪਾ ਲਈਏ, ਸਾਨੂੰ ਕੋਈ ਪੈਸੇ ਦੇਊਗਾ? ਨਹੀਂ, ਤੁਹਾਨੂੰ ਬੜੇ ਪੈਸੇ ਮਿਲਦੇ ਨੇ, ਫਿਕਰ ਨਾ ਕਰੋ। ਤੇ ਗੱਲ ਅਸੀਂ ਕੀਤੀ ਸੀ ਕਿ ਇਹਨਾਂ ਨੂੰ ਜਿਹੜੀ ਆ ਉਹ ਪਰਮਿਸ਼ਨ ਕਿਉਂਕਿ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ, ਭਾਰਤ ਸਰਕਾਰ ਤੋਂ ਲੈਣੀ ਪੈਂਦੀ ਆ, ਪਰ ਉਹ ਉਹਨਾਂ ਜਿਹੜਾ ਵਾਧਾ ਮਿਲਿਆ ਨਹੀਂ। ਪਰ ਫਿਰ ਵੀ ਇਹ ਵੀ ਨਹੀਂ ਆ ਕਿ ਵਾਧਾ ਨਹੀਂ ਮਿਲਿਆ। 54,000 ਤੋਂ ਵੱਧ ਕੇ 90,000 ਤੱਕ ਜਿਹੜੀ ਤਨਖਾਹ ਕਰ ਦਿੱਤੀ ਗਈ ਹੈ। ਲਗਭਗ 70% ਜਿਹੜਾ ਇਨਕਰੀਮੈਂਟ ਆ ਉਹਨਾਂ ਨੂੰ ਉਹ ਮਿਲ ਗਿਆ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਆ, ਤੁਸੀਂ ਗੱਲ ਕੀਤੀ ਕਿ ਉਹਨਾਂ ਕੋਲ ਖਜ਼ਾਨਾ ਬਹੁਤ ਆ। ਇਹ ਤਾਂ ਤੁਹਾਨੂੰ ਪਤਾ ਹੋਣਾ ਜਾਂ ਤੁਹਾਡੇ ਸੂਤਰਾਂ ਨੂੰ ਪਤਾ ਹੋਣਾ ਕਿ ਉਹਨਾਂ ਕੋਲ ਖਜ਼ਾਨਾ ਬਹੁਤ ਆ, ਪਰ ਇਹ ਗੱਲ ਠੀਕ ਆ ਕਿ ਉਹ ਜਿਹੜੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਜਿੰਨੇ ਕੁ ਉਹਨਾਂ ਨੇ ਆਪਣੀਆਂ ਗੱਲਾਂ ਕਰਦੇ ਨੇ ਜਾਂ ਜਿੰਨਾ ਕੁ ਦਿੱਲੀ ਦੇ ਵਿੱਚੋਂ ਗੱਲ ਸਮਝ ਆਉਂਦੀ ਆ ਕਿ ਪਾਣੀ ਦੇ ਪ੍ਰਬੰਧ ਨੂੰ ਲੈ ਕੇ, ਬਿਜਲੀ ਦੇ ਪ੍ਰਬੰਧ ਨੂੰ ਲੈ ਕੇ, ਸਕੂਲਾਂ ਦੇ ਪ੍ਰਬੰਧ ਨੂੰ ਲੈ ਕੇ, ਹੈਲਥ ਦੇ ਪ੍ਰਬੰਧ ਨੂੰ ਲੈ ਕੇ ਕੁਝ ਹੱਦ ਤੱਕ ਕਾਫੀ ਕੰਮ ਚੰਗੇ ਕੀਤੇ। ਇਸੇ ਕਰਕੇ ਉਹ ਦੂਸਰੀ ਜਾਂ ਤੀਸਰੀ ਵਾਰ ਲਗਾਤਾਰ ਸਰਕਾਰ ਦੇ ਵਿੱਚ ਹਨ। ਤੇ ਨਾਲ ਦੀ ਨਾਲ ਇੱਕ ਹੋਰ ਵੀ ਗੱਲ ਹੈ ਕਿ ਦਿੱਲੀ ਦੇ ਵਿੱਚ ਹੀ ਹਾਈ ਕੋਰਟ ਨੇ ਸਾਊਥ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿਰੁੱਧ ਇੱਕ ਕੇਸ ਦੇ ਵਿੱਚ ਦਿੱਲੀ ਦੀ ਹਾਈ ਕੋਰਟ ਨੇ ਇੱਕ ਦੱਸਿਆ, ਇੱਕ ਫੈਸਲੇ ਦੇ ਵਿੱਚ ਜਾਂ ਇੱਕ ਬਿਆਨ ਦਿੱਤਾ ਕਿ ਜਿਹੜੇ ਇਹਨਾਂ ਦੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਆ ਉਹ ਬਹੁਤ ਵੱਧ ਮਿਲ ਰਹੀਆਂ ਨੇ ਉਸ ਕੰਮ ਦੇ ਮੁਕਾਬਲਤਨ ਜਿਹੜਾ ਉਹ ਕਰ ਰਹੇ ਨੇ। ਸੋ ਇਹ ਦਿੱਲੀ ਦੀਆਂ ਹੀ ਦੋ ਖਬਰਾਂ ਆਪਸ ਦੇ ਵਿੱਚ ਵਿਰੋਧਾਭਾਸੀ ਨੇ। ਐਮਐਲਏਜ਼ ਨੇ ਜਿੰਨੀ ਤਨਖਾਹ ਦੀ ਮੰਗ ਕੀਤੀ ਸੀ ਉਨੀ ਉਹਨਾਂ ਨੂੰ ਨਹੀਂ ਮਿਲੀ, ਪਰ ਫਿਰ ਵੀ 70% ਇਜ਼ਾਫਾ ਉਹਨਾਂ ਨੂੰ ਹੋ ਗਿਆ। ਤੇ ਦਿੱਲੀ ਹਾਈ ਕੋਰਟ ਕਹਿੰਦੀ ਆ ਕਿ ਜਿਹੜੀ ਸਾਊਥ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਆ ਉੱਥੇ ਦੇ ਜਿਹੜੇ ਮੁਲਾਜ਼ਮ ਨੇ ਉਹ ਲੋੜੋਂ ਵੱਧ ਤਨਖਾਹ ਲੈ ਰਹੇ ਨੇ। ਤੇ ਜਦੋਂ ਅਸੀਂ ਬਾਕੀ ਸੂਬਿਆਂ ਦੀਆਂ ਜਾਂ ਬਾਕੀ ਮੁਲਾਜ਼ਮਾਂ ਦੀਆਂ, ਬਾਕੀ ਡਿਪਾਰਟਮੈਂਟਾਂ ਦੀਆਂ, ਵਿਭਾਗਾਂ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ
ਹਜ਼ਾਰਾਂ ਦੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਪੂਰੇ ਭਾਰਤ ਵਿੱਚ ਵੈਕੈਂਸੀਆਂ ਖਾਲੀ ਨੇ ਜੀ। ਤੇ ਕਿਤੇ ਵੀ ਇਦਾਂ ਦਾ ਸੀਨ ਨਹੀਂ ਹੈਗਾ ਕਿ ਜਿੱਥੇ ਕਿਸੇ ਵੀ ਦਫ਼ਤਰ ਦੇ ਵਿੱਚ ਮੁਲਾਜ਼ਮ ਪੂਰੇ ਹੋਣ। ਵਿਧਾਨ ਸਭਾ 'ਚ ਮੁਲਾਜ਼ਮ ਪੂਰੇ ਨੇ, ਇਦਾਂ ਕਦੀ ਨਹੀਂ ਹੁੰਦਾ ਕਿ 117 ਮੈਂਬਰ ਨੇ ਐਮਐਲਏ ਤੇ 2-3 ਛੱਡ ਗਏ ਆ ਨਾ, ਜਾਂ 2-3 ਨੇ ਸੰਨਿਆਸ ਲੈ ਲਿਆ, ਜਾਂ 2-3 ਕਿਤੇ ਅੱਗੇ ਪਿੱਛੇ ਚਲੇ ਗਏ ਨੇ, ਅਸਤੀਫਾ ਦੇ ਗਏ ਨੇ ਤੇ ਉੱਥੇ ਚੋਣ ਨਾ ਹੋਵੇ। ਉਦੋਂ ਸੰਵਿਧਾਨ ਦੀ ਪਾਲਣਾ ਜਿਹੜੀ ਆ ਫਟਾਫਟ ਹੋ ਜਾਂਦੀ ਆ ਕਿ 6 ਮਹੀਨੇ ਦੇ ਅੰਦਰ ਅੰਦਰ ਉਹ ਜਿਹੜੀਆਂ ਚੋਣਾਂ ਕਰਵਾਉਣੀਆਂ ਲਾਜ਼ਮੀ ਨੇ। ਤੇ ਜਿਹੜੀਆਂ ਆਮ ਡਿਪਾਰਟਮੈਂਟਸ ਨੇ, ਚਾਹੇ ਉਹ ਖੇਡਾਂ ਨਾਲ ਜੁੜੇ ਹੋਏ ਨੇ, ਚਾਹੇ ਉਹ ਸਿੱਖਿਆ ਨਾਲ ਜੁੜੇ ਹੋਏ ਨੇ, ਚਾਹੇ ਉਹ ਹੈਲਥ ਨਾਲ ਜੁੜੇ ਹੋਏ ਨੇ, ਈਵਨ ਕਿ ਚਾਹੇ ਉਹ ਡਿਫੈਂਸ ਨਾਲ ਜੁੜੇ ਹੋਏ ਨੇ। ਜਦੋਂ ਅਸੀਂ ਫੌਜ ਦੀ ਗੱਲ ਕਰਦੇ ਹਾਂ, ਉੱਥੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹ ਖਾਲੀ ਨੇ, ਉਹ ਪੂਰ ਨਹੀਂ ਕੀਤੀਆਂ ਜਾਂਦੀਆਂ। ਉਦੋਂ ਕਹਿ ਦਿੱਤਾ ਜਾਂਦਾ ਕਿ ਬਜਟ ਦੀ ਜਿਹੜੀ ਇੱਕ ਸਮੱਸਿਆ ਆ। ਪੰਜਾਬ ਦੇ ਵਿੱਚ ਅਸੀਂ ਦੇਖਿਆ ਸੀ ਬੀਤੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਡਿਪਾਰਟਮੈਂਟਸ ਨੇ ਸਰਕਾਰੀ, ਉਹ ਰੌਲਾ ਰੱਪਾ ਪਾ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਜਾਂ ਫਿਰ ਉਹਨਾਂ ਦੀ ਜਿਹੜੀ ਆ ਭਰਤੀ ਸ਼ੁਰੂ ਕੀਤੀ ਜਾਵੇ। ਤੇ ਕੱਲ ਵੀ ਉਹਨਾਂ ਦੀ ਕੁਝ ਡਿਪਾਰਟਮੈਂਟਸ ਦੀ ਜਿਹੜੀ ਆਗੂਆਂ ਦੀ ਮੀਟਿੰਗ ਸੀਗੀ, ਉਹ ਮਨਪ੍ਰੀਤ ਬਾਦਲ ਮੰਤਰੀ ਸਾਹਿਬ ਜਿਹੜੇ ਫਾਈਨਾਂਸ ਮੰਤਰੀ ਉਹਨਾਂ ਨਾਲ ਸੀ, ਪਰ ਉਹ ਮਨਪ੍ਰੀਤ ਬਾਦਲ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਤੇ ਉਹ ਮੀਟਿੰਗ ਟੁੱਟ ਗਈ ਸੀ। ਅੱਜ ਸ਼ਾਇਦ ਦੁਬਾਰਾ ਫਿਰ ਉਹ ਮੀਟਿੰਗ ਰੱਖੀ ਹੋਈ ਹੈ। 4-4.5 ਸਾਲ ਹੋ ਗਏ ਨੇ, ਇਹ ਸਾਰੇ ਡਿਪਾਰਟਮੈਂਟ ਜਿਹੜੇ ਨੇ ਪਰੇਸ਼ਾਨ ਨੇ। ਉਹਨਾਂ ਦੀ ਗੱਲ ਕਿਤੇ ਸੁਣੀ ਜਾਂਦੀ ਆ, ਕਿਤੇ ਨਹੀਂ ਸੁਣੀ ਜਾਂਦੀ। 6ਵਾਂ ਪੇ ਕਮਿਸ਼ਨ ਆ ਗਿਆ, 7ਵਾਂ ਪੇ ਕਮਿਸ਼ਨ ਆ ਗਿਆ। ਜਦੋਂ ਆ ਗਿਆ ਤੇ ਰੌਲਾ ਪੈ ਗਿਆ ਕਿ ਤਨਖਾਹਾਂ ਵੱਧ ਜਾਣੀਆਂ ਨੇ। ਜਦੋਂ ਉਹਦਾ ਮੁਤਾਲਿਆ ਕੀਤਾ ਗਿਆ ਤੇ ਪਤਾ ਲੱਗਿਆ ਕਿ ਜਿਹੜੀਆਂ ਤਨਖਾਹਾਂ ਵਧੀਆਂ ਸੀ ਉਹ ਵੀ ਘਟ ਜਾਣੀਆਂ ਨੇ। ਪਰ ਮਿਨਿਸਟਰਸ ਹੋਣ, ਚਾਹੇ ਐਮਐਲਏਜ਼ ਹੋਣ, ਚਾਹੇ ਉਹ ਦਿੱਲੀ ਦੇ ਹੋਣ, ਚਾਹੇ ਪੰਜਾਬ ਦੇ ਹੋਣ, ਚਾਹੇ ਭਾਰਤ ਦੇ ਕਿਸੇ ਵੀ ਸੂਬੇ ਦੇ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਵਧ ਹੀ ਜਾਂਦੀਆਂ ਨੇ। ਤਨਖਾਹਾਂ ਇੱਕ ਪਾਸੇ ਤੇ ਵੱਧ ਗਈਆਂ, ਦੂਜੇ ਪਾਸੇ ਪੰਜਾਬ ਦੇ ਇੱਕ ਵਿਧਾਇਕ ਨੇ ਆਪਣੀ ਤਨਖਾਹ ਦੇ ਵਿੱਚੋਂ ਇਨਕਮ ਟੈਕਸ ਕੱਟਣ ਦੀ ਜਾਂ ਆਪਣੀ ਤਨਖਾਹ ਵਾਪਸ ਕਰਨ ਦੀ ਗੱਲ ਕੀਤੀ ਹੈ। ਜੀ ਤੁਸੀਂ ਬਿਲਕੁਲ ਸਹੀ ਦੱਸਿਆ ਜੀ। ਪੰਜਾਬ ਤੋਂ ਕਾਂਗਰਸ ਦੇ ਸਰਕਾਰ ਆ, ਪਰ ਉੱਥੇ ਜਿਹੜੀ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਅਮਨ ਅਰੋੜਾ। ਅਸੀਂ ਬੀਤੇ ਦਿਨੀ ਇਹ ਖਬਰ ਕੀਤੀ ਸੀ ਕਿ ਆਰਟੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁਤੇ ਐਮਐਲਏਜ਼ ਦਾ ਇਨਕਮ ਟੈਕਸ ਜਿਹੜੀ ਉਹ ਪੰਜਾਬ ਸਰਕਾਰ ਦੇ ਰਹੀ ਆ। ਉਸ ਖਬਰ ਦਾ ਅਸਰ ਹੋਇਆ ਜਾਂ ਆਰਟੀਆਈ ਦੀ ਇਨਫੋਰਮੇਸ਼ਨ ਅਮਨ ਅਰੋੜਾ ਤੱਕ ਵੀ ਪਹੁੰਚੀ ਹੋਣੀ ਆ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪਣਾ ਜਿਹੜਾ ਟੈਕਸ ਆ ਉਹ ਆਪ ਪੇ ਕਰਾਂਗਾ, ਸਰਕਾਰ ਮੇਰਾ ਟੈਕਸ ਪੇ ਨਾ ਕਰੇ। ਪਰ ਇਹ ਜਾਣਕਾਰੀ ਨਹੀਂ ਆਈ ਕਿ ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਜਿਹੜਾ ਪਿਛਲੇ 4 ਸਾਲ 4.5 ਵਾਰ ਜਿਹੜਾ ਦਿੱਤਾ ਗਿਆ ਉਹ ਵੀ ਉਹ ਦੁਬਾਰਾ ਦੇਣਗੇ ਸਰਕਾਰ ਦੇ ਖਜ਼ਾਨੇ 'ਚ ਜਾਂ ਨਹੀਂ ਦੇਣਗੇ, ਕਿਉਂਕਿ ਮੋਟੀ ਤਨਖਾਹ ਮਿਲਦੀ ਆ ਆਲਰੇਡੀ। ਤੇ ਦੂਸਰੀ ਗੱਲ, ਉਹਨਾਂ ਨੇ ਫਿਰ ਕਿਉਂਕਿ ਆਪਣਾ ਟੈਕਸ ਆਪ ਦੇਣ ਦੀ ਗੱਲ ਕਰ ਦਿੱਤੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਬਾਕੀਆਂ ਨੂੰ ਸਿੱਖਿਆ ਵੀ ਦਿੱਤੀ ਆ ਕਿ ਸਾਰੇ ਜਿਹੜੇ ਆ ਉਹ ਵੀ ਆਪਣਾ ਟੈਕਸ ਆਪ ਦੇਣ। ਤੇ ਨਾਲ ਦੀ ਨਾਲ ਉਹਨਾਂ ਨੇ ਫਿਰ ਉਹ ਜਿਹੜੇ 182 ਸਾਬਕਾ ਐਮਐਲਏਜ਼ ਨੇ ਜਿਹੜੇ ਇੱਕ ਤੋਂ ਵੱਧ ਪੈਨਸ਼ਨਾਂ ਲੈ ਰਹੇ ਨੇ, ਉਹਨਾਂ ਨੂੰ ਵੀ ਸਲਾਹ ਦਿੱਤੀ ਆ ਕਿ ਤੁਸੀਂ ਜਿਹੜੀਆਂ ਪੈਨਸ਼ਨ ਆ ਉਹ ਇੱਕ ਹੀ ਲਓ। ਪਰ ਇਦਾਂ ਕਹਿਣ ਨਾਲ ਕੁਝ ਨਹੀਂ ਹੋਣਾ, ਕਿਉਂਕਿ ਮੋਦੀ ਸਾਹਿਬ ਵੀ ਕਹਿ ਚੁੱਕੇ ਨੇ ਬਹੁਤ ਵਾਰੀ ਕਿ ਜਿਹੜੀ ਸਬਸਿਡੀ ਆ ਗੈਸ ਦੀ ਉਹ ਜਿਹੜੇ ਲੋਕ ਚੰਗੇ ਨੇ ਉਹ ਨਾ ਲੈਣ। ਪਰ ਇੱਥੇ ਜਦ ਤੱਕ ਕਾਨੂੰਨ ਨਹੀਂ ਬਣਦਾ, ਜਦ ਤੱਕ ਸਖਤੀ ਨਹੀਂ ਹੁੰਦੀ, ਤਦ ਤੱਕ ਕੁਝ ਨਹੀਂ ਹੁੰਦਾ। ਇੱਕ ਚੰਗੀ ਪਹਿਲ ਕੀਤੀ ਆ ਅਮਨ ਅਰੋੜਾ ਨੇ। ਮੈਨੂੰ ਇੱਦਾਂ ਲੱਗਦਾ ਕਿ ਬਾਕੀਆਂ ਨੂੰ ਵੀ ਚਾਹੀਦਾ ਆ ਕਿ ਉਹ ਸਰਕਾਰੀ ਖਜ਼ਾਨੇ ਦੇ ਉੱਤੇ ਪਹਿਲਾਂ ਹੀ ਬਹੁਤ ਬੋਝ ਪਾ ਰਹੇ ਨੇ, ਜੇ ਉਹ ਘੱਟ ਕਰ ਸਕਣ ਤੇ ਇੱਕ ਚੰਗੀ ਗੱਲ ਹੋਵੇ। ਤੇ ਸ਼ਰਮਾ ਜੀ, ਅਗਲੇ ਮੁੱਦਿਆਂ ਤੇ ਤੁਹਾਡੇ ਵਿਚਾਰ ਲਵਾਂਗੇ ਪਰ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਅਗਲੇ ਹਿੱਸੇ 'ਚ ਕਿਸ ਬਾਰੇ ਹੋਏਗੀ ਗੱਲਬਾਤ, ਥੋੜਾ ਜਿਹਾ ਇੰਤਜ਼ਾਰ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਸ਼ਰਮਾ ਜੀ, ਤੇ ਗੱਲ ਹੁਣ ਪੰਜਾਬ ਦੀ ਚੱਲ ਰਹੀ ਸੀ, ਪੰਜਾਬ ਦੇ ਇੱਕ ਵਿਧਾਇਕ ਦੀ। ਤੇ ਹੁਣ ਇੱਕ ਪਾਰਟੀ ਨੇ ਆਪਣਾ 13 ਨੁਕਾਤੀ ਪ੍ਰੋਗਰਾਮ ਲਾਂਚ ਕੀਤਾ ਹੈ। ਉਹ ਕਿਹੜੀ ਪਾਰਟੀ ਹੈ ਤੇ ਕੀ ਐਲਾਨ ਕੀਤੇ ਨੇ ਉਹਨਾਂ ਨੇ? ਦੇਖੋ ਜੀ, ਪੰਜਾਬ ਦੀ ਸਿਆਸਤ ਜਿਹੜੀ ਆ ਉਹ ਗਰਮ ਹੋਣੀ ਸ਼ੁਰੂ ਹੋ ਗਈ ਆ ਤੇ ਜਿੱਦਾਂ ਜਿੱਦਾਂ ਦਿਨ ਨੇੜੇ ਆਈ ਜਾਣੇ ਆ ਉਦਾਂ ਇਹ ਹੋਰ ਗਰਮ ਹੋਈ ਜਾਣੀਆਂ। ਰੋਜ਼ ਨਵੀਆਂ ਘਟਨਾਵਾਂ ਤੁਹਾਨੂੰ ਸੁਣਨ ਨੂੰ ਮਿਲਣੀਆਂ। ਇੱਦਾਂ ਲੱਗਣਾ ਹੈ ਕਿ ਸਾਰੇ ਹੀ ਜਿਹੜੇ ਪੰਜਾਬ ਦੀਆਂ ਸਿਆਸੀ ਧਿਰਾਂ ਹੈ, ਸਾਰੇ ਲੀਡਰ, ਕੀ ਛੋਟੇ ਕੀ ਵੱਡੇ, ਸਾਰੇ ਹੀ ਪੰਜਾਬ ਨੂੰ ਚੱਕ ਕੇ ਨਾ ਵਿਕਾਸ ਦੇ ਨੇੜੇ ਲੈ ਕੇ ਜਾਣ ਵਾਲੇ ਆ। ਪਰ ਲੈ ਕੇ ਕਿਸੇ ਨੇ ਨਹੀਂ ਜਾਣਾ, ਕਰਨਾ ਕਿਸੇ ਨੇ ਕੁਝ ਨਹੀਂ। ਇਹਨਾਂ ਦਾ ਜਿਹੜਾ ਮੁੱਖ ਮੁੱਦਾ ਆ ਉਹ ਹੈਗਾ ਆ ਵੋਟਾਂ ਕਿੱਦਾਂ ਹਥਿਆਈਆਂ ਜਾਣ। ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਪਹਿਲਾਂ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਬਿਜਲੀ ਜਿਹੜੀ ਆ ਉਹ ਫ੍ਰੀ ਦੇਵਾਂਗੇ। ਕੁਝ 300 ਯੂਨਿਟ ਦੀ ਗੱਲ ਕੀਤੀ ਸੀ। ਕਾਂਗਰਸ ਨੇ ਬਾਅਦ 'ਚ ਕਿਹਾ ਕਿ ਅਸੀਂ 200 ਯੂਨਿਟ ਸਾਰਿਆਂ ਨੂੰ ਫ੍ਰੀ ਦੇਵਾਂਗੇ, ਕਿਉਂਕਿ ਕੁਝ ਧਿਰਾਂ ਨੂੰ ਪਹਿਲਾਂ ਦਿੱਤੀ ਵੀ ਜਾ ਰਹੀ ਆ। ਕੁਝ ਖਾਸ ਤਰ੍ਹਾਂ ਦੀਆਂ ਜਾਤੀ ਤਰੀਕੇ ਦੇ ਲੋਕ ਨੇ ਜਿਹੜੇ, ਉਹਨਾਂ ਨੂੰ ਕੁਝ ਜਾਤੀ ਆਧਾਰਿਤ ਸਬਸਿਡਾਈਜ਼ ਜਿਹੜੀ ਬਿਜਲੀ ਬੋਰਡ ਦੇ ਵੀ ਰਿਹਾ। ਤੇ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਇਸੇ ਤਰੀਕੇ ਦੇ ਨਾਲ ਗੱਠਜੋੜ ਵੀ ਕੀਤਾ ਹੈ ਬਹੁਜਨ ਸਮਾਜ ਪਾਰਟੀ ਨਾਲ। ਸੁਪਨੇ ਦੇਖਣੇ ਮਾੜੀ ਗੱਲ ਨਹੀਂ ਆ। ਉਹ ਬਹੁਤ ਲੰਬਾ ਸਮਾਂ ਪੰਜਾਬ ਦੀ ਸਿਆਸਤ ਵਿੱਚ ਵੱਡੀ ਧਿਰ ਬਣ ਕੇ ਰਹੇ ਨੇ। ਉਹਨਾਂ ਨੇ ਰਾਜ ਵੀ ਕੀਤਾ, 5 ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਹੱਥ ਕਮਾਂਡ ਆ ਤੇ ਉਹਨਾਂ ਨੇ ਵੀ ਐਲਾਨ ਕੀਤਾ।
ਤੁਸੀਂ ਇਹਨਾਂ ਨੂੰ 13 ਨਿਕਾਤੀ ਪ੍ਰੋਗਰਾਮ ਕਹਿੰਦੇ ਆ। ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜੇ ਸਿਆਸੀ ਧਿਰਾਂ ਨੇ ਨਾ, ਇਹਨਾਂ ਨੇ ਤਾਸ਼ ਫੜ ਲਈ ਹੱਥ 'ਚ। ਇੱਕ ਪੱਤਾ ਕੇਜਰੀਵਾਲ ਨੇ ਸਿੱਟ ਦਿੱਤਾ, ਇੱਕ ਪੱਤਾ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਸੁੱਟ ਦਿੱਤਾ। ਅੱਛਾ, 52 ਪੂਰੇ ਕਰਨਗੇ ਕਿ ਨਹੀਂ? ਦੇਖੋ ਹਾਲੇ ਸਮਾਂ ਪਿਆ ਆ, ਬਾਜੀ ਚੱਲੇਗੀ। ਜਦ ਤੱਕ ਫਰਵਰੀ 'ਚ ਰਿਜ਼ਲਟ ਨਹੀਂ ਆਉਂਦੇ ਤਦ ਤੱਕ ਇਹ ਬਾਜੀ ਜਿਹੜੀ ਆ ਚੱਲੀ ਜਾਵੇਗੀ। ਘੱਟ ਤੋਂ ਘੱਟ ਜਿਸ ਦਿਨ ਤੱਕ ਚੋਣ ਪ੍ਰਚਾਰ ਖਤਮ ਨਹੀਂ ਹੁੰਦਾ ਤਦ ਦਿਨ ਤੱਕ ਤਾਂ ਇਹ ਕੁਝ ਨਾ ਕੁਝ ਬੋਲੀ ਜਾਣਗੇ। ਉਹਨਾਂ ਦੇ ਪੱਤਿਆਂ ਦੇ ਵਿੱਚ ਕੀ ਕੀ ਹੁੰਦਾ ਆ, ਉਹਨਾਂ ਪੱਤਿਆਂ ਦੀ ਸੱਚਾਈ ਕੀ ਆ, ਇਹੀ ਜਿਹੜਾ ਆ ਵੋਟਰਾਂ ਦੇ ਸਮਝਣ ਦੀ ਗੱਲ ਆ। ਜਿੰਨਾ ਕੁ ਸਮਝ ਕੇ ਸੂਝ-ਬੂਝ ਨਾਲ ਵੋਟਰ ਵੋਟ ਪਾਉਣਗੇ ਫਿਰ ਹੀ ਪਤਾ ਲੱਗੇਗਾ। ਦੇਖੋ ਪਹਿਲਾਂ ਕੈਪਟਨ ਸਾਹਿਬ ਨੇ ਗੱਲ ਕੀਤੀ, ਬੀਜੇਪੀ ਨੇ ਪਹਿਲਾਂ ਗੱਲ ਕੀਤੀ ਕਿ ਅਸੀਂ ਦਲਿਤ ਸੀਐਮ ਬਣਾਵਾਂਗੇ ਤੇ ਉਹਨਾਂ ਨੇ ਪਾਰਟੀ ਦਾ ਮੁਖੀ ਦਲਿਤ ਬਣਾਉਣ ਦੀ ਗੱਲ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆ ਕੇ ਕਹਿਤਾ ਕਿ ਅਸੀਂ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ। ਬੜੀ ਵਿਚਾਰ ਚਰਚਾ ਹੋਈ ਕਿ ਇਹਦੇ ਚੋਂ ਨਿਕਲੇਗਾ ਕੀ। ਦਲਿਤ ਮੁੱਖ ਮੰਤਰੀ ਬਣਾ ਦਿਓ, ਦਲਿਤ ਉਪ ਮੁੱਖ ਮੰਤਰੀ ਬਣਾ ਦਿਓ, ਦਲਿਤ ਰਾਸ਼ਟਰਪਤੀ ਬਣਾ ਦਿਓ, ਦਲਿਤ ਉਪ ਰਾਸ਼ਟਰਪਤੀ ਬਣਾ ਦਿਓ, ਦਲਿਤ ਪ੍ਰਧਾਨ ਮੰਤਰੀ ਬਣਾ ਦਿਓ, ਹੋਵੇਗਾ ਕੀ? ਸੰਵਿਧਾਨ ਤਾਂ ਕਹਿੰਦਾ ਹੈ ਕਿ ਸਾਰੇ ਬਰਾਬਰ ਨੇ, ਕਰਨ ਵਾਲੇ ਕੰਮ ਤਾਂ ਹੋਰ ਨੇ। ਪਰ ਹੁਣ ਜਿਹੜੀ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ, ਉਹਨਾਂ ਨੇ ਕਾਫੀ ਨੁਕਤਿਆਂ ਦੇ ਉੱਤੇ ਗੱਲ ਕੀਤੀ ਆ। ਖਾਸ ਤੌਰ ਤੇ ਉਹਨਾਂ ਨੇ ਪੰਜਾਬ ਦੀ ਸਮੱਸਿਆ ਨੂੰ ਲੈ ਕੇ ਇਹ ਗੱਲ ਕੀਤੀ ਆ ਕਿ ਬਿਜਲੀ ਜਿਹੜੀ ਆ ਫ੍ਰੀ ਦਿੱਤੀ ਜਾਵੇਗੀ। ਨੌਕਰੀਆਂ ਦੇ ਵਿੱਚ ਪੰਜਾਬੀ ਡੋਮਿਸਾਈਲ ਲੋਕਾਂ ਨੂੰ 75% ਜਿਹੜੀ ਆ ਉਹ ਕੀਤੀ ਜਾਊਗੀ। ਸਰਕਾਰੀ ਨੌਕਰੀਆਂ ਦੇ ਵਿੱਚ 50% ਹਿੱਸੇਦਾਰੀ ਜਿਹੜੀ ਆ ਉਹ ਔਰਤਾਂ ਦੀ ਸੁਨਿਸ਼ਚਿਤ ਕੀਤੀ ਜਾਊਗੀ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਤੁਹਾਡੀ ਦੁੱਧ, ਫਲ ਤੇ ਸਬਜ਼ੀਆਂ ਦੇ ਉੱਤੇ ਜਿਹੜੀ MSP ਉਹ ਲਾਗੂ ਕੀਤੀ ਜਾਊਗੀ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ 1 ਲੱਖ ਸਰਕਾਰੀ ਤੇ 4 ਲੱਖ ਪ੍ਰਾਈਵੇਟ ਨੌਕਰੀਆਂ ਵੀ ਜਿਹੜੀ ਸਰਕਾਰ ਦਵਾਵੇਗੀ। ਇਹ ਸਰਕਾਰ ਪ੍ਰਾਈਵੇਟ ਨੌਕਰੀਆਂ ਕਿੱਦਾਂ ਦਵਾਵੇਗੀ ਇਹ ਇੱਕ ਨਵੀਂ ਗੱਲ ਹੈ। ਹਾਲਾਂਕਿ ਇਸ ਤੋਂ ਪਿਛਲੀ ਸਰਕਾਰ ਵੀ ਇਹੋ ਜਿਹਾ ਮਾਰਕਾ ਮਾਰ ਚੁੱਕੀ ਆ ਘਰ ਘਰ ਨੌਕਰੀ ਦੇਣ ਦੇ ਵਾਅਦੇ ਤੇ। ਸੋ ਪ੍ਰਾਈਵੇਟ ਨੌਕਰੀਆਂ ਤਾਂ ਵੈਸੇ ਹੀ ਬੰਦੇ ਨੂੰ ਮਿਲ ਹੀ ਜਾਂਦੀਆਂ ਨੇ, ਕਿੱਥੇ ਮਿਲਦੀਆਂ ਨੇ ਤੇ ਕਿੱਦਾਂ ਮਿਲਦੀਆਂ ਨੇ। ਪਰ ਉਹ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਨੇ ਉੱਥੇ ਤਨਖਾਹ ਦਾ ਸਕੇਲ ਕੀ ਆ, ਉੱਥੇ ਇਨਫਰਾਸਟ੍ਰਕਚਰ ਕਿਵੇਂ ਦਾ ਆ, ਕਿਵੇਂ ਬੰਦੇ ਨੂੰ ਕੰਮ ਕਰਨੇ ਪੈਂਦੇ ਨੇ, ਉਹ ਸਾਰੇ ਜਾਣਦੇ ਨੇ। ਤੇ ਸਰਕਾਰੀ ਨੌਕਰੀਆਂ ਇਹਨਾਂ ਨੇ ਜਿੰਨੀਆਂ ਕਿ ਪਿਛਲੀ ਵਾਰ ਦਿੱਤੀਆਂ ਸੀ ਤੇ ਜਿੰਨੀਆਂ ਕਿ ਇਸ ਸਰਕਾਰ ਨੇ ਦਿੱਤੀਆਂ ਆ ਉਨੀਆਂ ਕਿ ਉਹਨਾਂ ਨੇ ਦੇਣੀਆਂ ਆ। ਪਰ ਕੁੱਲ ਮਿਲਾ ਕੇ ਉਹ ਜਿਹੜੀ ਤਾਸ਼ ਦੇ ਪੱਤੇ ਨੇ ਸਾਰਿਆਂ ਨੇ ਫੜ ਲਏ ਨੇ ਤੇ ਲੋਕਾਂ ਨੂੰ ਰਿਝਾਉਣ ਲਈ ਉਹ ਪੱਤੇ ਨੇ ਵਾਰੀ-ਵਾਰੀ ਸੁੱਟੀ ਜਾਂਦੇ ਨੇ। ਹੁਣ ਦੇਖਾਂਗੇ, ਕਿਹਾ ਸੀਗਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਮੇਰਾ ਪਹਿਲਾ ਵਾਅਦਾ ਆ ਬਿਜਲੀ ਦਾ, ਤੇ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਨਵਾਂ ਵਾਅਦਾ ਕਰਨਗੇ ਕਿਉਂਕਿ ਦਿੱਲੀ 'ਚ ਉਹਨਾਂ ਨੇ ਬਹੁਤ ਸਾਰੇ, ਉਹਨਾਂ ਕੋਲ ਤਜਰਬਾ ਆ ਇਸ ਗੱਲ ਦਾ। ਹਾਲੇ ਬੇਸ਼ੱਕ ਉਹਨਾਂ ਨੂੰ ਸੀਐਮਸ਼ਿਪ ਦੇ ਕੈਂਡੀਡੇਟ ਜਿਹੜਾ ਉਹ ਭਾਵੇਂ ਨਹੀਂ ਮਿਲ ਰਿਹਾ, ਪਰ ਵਾਅਦਿਆਂ ਵਾਲੇ ਪੱਤੇ ਉਹਨਾਂ ਕੋਲ ਵੀ ਬਥੇਰੇ ਨੇ। ਚਲੋ ਇਹ ਵਾਅਦੇ ਕਦੋਂ ਵਫਾ ਹੋਣਗੇ ਤਾਂ ਭਵਿੱਖ ਦੀ ਬੁੱਕਲ ਦੇ ਵਿੱਚ ਲੁਕਿਆ ਹੋਇਆ। ਤੇ ਹੁਣ ਗੱਲ ਕਰਦੇ ਹਾਂ, ਫਿਲਮੀ ਦੁਨੀਆ 'ਚ ਅਸੀਂ ਦੇਖਦੇ ਹੁੰਦੇ ਸੀ ਕਿ ਗੈਂਗਸਟਰ ਆਪਸ 'ਚ ਲੜਦੇ ਨੇ, ਉਹ ਹੁਣ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਚੁੱਕੇ ਨੇ। ਰੋਜ਼ ਕਿਤੇ ਨਾ ਕਿਤੇ ਗੈਂਗਵਾਰ ਦੀਆਂ ਖਬਰਾਂ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਦੇਖਦੇ ਵੀ ਹਾਂ। ਤੇ ਅੰਮ੍ਰਿਤਸਰ ਵਿੱਚ ਵੀ ਇਹੋ ਜਿਹੀ ਘਟਨਾ ਵਾਪਰੀ ਹੈ। ਤੇ ਕਿਆ ਸਾਡਾ ਪੁਲਿਸ ਤੇ ਪ੍ਰਸ਼ਾਸਨ ਇੰਨਾ, ਮੈਂ ਕਹਿੰਦੀ, ਨਿਰਲਤ ਹੋ ਗਿਆ ਜਾਂ ਉਹਨਾਂ ਦੇ ਹੱਥ ਕੱਟ ਲਏ ਗਏ ਨੇ ਕਿ ਉਹ ਕਾਰਵਾਈ ਨਹੀਂ ਕਰਦੇ? ਦੇਖੋ ਪਰਮਿੰਦਰ ਜੀ, ਜਦੋਂ ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤੇ ਇੱਥੇ ਗੈਂਗਵਾਰ ਜਿਹੜੇ ਆ ਉਹ ਬੜੀ ਪੁਰਾਣੀ ਗੱਲ ਆ। ਬਹੁਤ ਪੁਰਾਣੇ ਸਮੇਂ ਤੇ ਵੀ ਅਸੀਂ ਡਾਕੂਆਂ ਦੀਆਂ ਸਟੋਰੀਆਂ ਸੁਣਦੇ ਰਹੇ ਹਾਂ ਕਿ ਇੱਦਾਂ ਹੁੰਦਾ ਸੀ ਤੇ ਇੱਦਾਂ ਨਹੀਂ ਹੁੰਦਾ ਸੀ। ਇਹ ਸਾਡੇ ਸਮਾਜ ਦੀਆਂ ਵੀ ਕਮੀਆਂ ਚੋਂ ਉਪਜਦੇ ਨੇ ਤੇ ਤੰਤਰ ਦੀਆਂ ਕਮੀਆਂ ਚੋਂ ਵੀ ਉਪਜਦੇ ਨੇ। ਜਦੋਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਮਿਲਦਾ, ਕਾਨੂੰਨੀ ਪ੍ਰਕਿਰਿਆ ਜਿਹੜੀਆਂ ਆ ਉਹ ਜਟਿਲ ਨੇ ਤੇ ਬਹੁਤ ਲੰਮੇਰੀਆਂ ਨੇ। ਫਿਰ ਅਸੀਂ ਫਿਲਮ 'ਚ ਗੱਲ ਸੁਣਦੇ ਸੀ ਕਿ ਤਾਰੀਖ ਪੇ ਤਾਰੀਖ, ਤੇ ਇੱਕ ਬੰਦਾ ਜਦੋਂ ਮਾਨਸਿਕ ਤੌਰ ਤੇ ਕਿਸੇ ਗੱਲ ਤੋਂ ਪ੍ਰਤਾੜਿਤ ਹੋਇਆ ਹੋਵੇ, ਦੁਖੀ ਹੋਇਆ ਹੋਵੇ, ਸੱਟ ਵੱਜੀ ਹੋਵੇ, ਫਿਰ ਜੇ ਉਹਦੇ ਕੋਲ ਥੋੜ੍ਹੀ ਬਹੁਤ ਤਾਕਤ ਹੋਵੇ ਤੇ ਉਹ ਆਪਣਾ ਜਿਹੜਾ ਇਨਸਾਫ ਆ ਆਪ ਕਰਨ ਵੱਲ ਤੁਰ ਪੈਂਦਾ। ਬਹੁਤ ਸਾਰੀਆਂ ਕਹਾਣੀਆਂ ਇੱਥੋਂ ਹੀ ਜਿਹੜੀਆਂ ਨੇ ਤੁਰਦੀਆਂ ਨੇ। ਅੰਮ੍ਰਿਤਸਰ ਦੀ ਤੁਸੀਂ ਇੱਕ ਘਟਨਾ ਦਾ ਜ਼ਿਕਰ ਕੀਤਾ, ਮੈਨੂੰ ਨਾਮ ਤੇ ਬਹੁਤਾ ਨਹੀਂ ਪਤਾ, ਰਾਣਾ ਕੋਈ ਉਹਦੇ ਨਾਲ ਪਿੰਡ ਦਾ ਨਾਮ ਲੱਗਾ ਹੋਇਆ, ਰਾਣਾ ਕੰਦੋਵਾਲੀ ਆ। ਉਹ ਆਪਣੇ ਕਿਸੇ ਰਿਸ਼ਤੇਦਾਰ ਦੀ ਖਬਰ ਲੈਣ ਗਿਆ ਸੀ ਤੇ ਉਹਦੇ ਮਗਰ ਉਹਦੀ ਕਿਸੇ ਨੇ ਰੇਕੀ ਕੀਤੀ ਹੋਣੀ ਆ, ਜਿਨ੍ਹਾਂ ਨਾਲ ਉਹਦੀ ਨਹੀਂ ਬਣਦੀ ਸੀ। ਉਹਨਾਂ ਨੇ ਉਹਦੇ ਤੇ ਤਾਬੜਤੋੜ ਗੋਲੀਆਂ ਚਲਾਈਆਂ। ਇੱਕ ਦਿਨ ਜ਼ਖਮੀ ਰਿਹਾ, ਦੂਸਰੇ ਦਿਨ ਉਹਦੀ ਜਿਹੜੀ ਆ ਮੌਤ ਹੋ ਗਈ। ਜਦੋਂ ਅਸੀਂ ਗੈਂਗਸਟਰਸ ਦੀ ਗੱਲ ਕਰੀਏ ਤੇ ਬੀਤੇ ਦਿਨੀ ਇੱਕ ਜੈਪਾਲ ਭੁੱਲਰ ਨਾਂ ਦੇ ਗੈਂਗਸਟਰ ਦਾ ਬੰਗਾਲ ਜਾ ਕੇ ਕਤਲ ਹੋਇਆ ਸੀ। ਪੁਲਿਸ ਨੇ ਮਾਰਿਆ ਸੀ ਉਹਨੂੰ ਉੱਥੇ। ਉਹਦੇ ਤੇ ਇਲਜ਼ਾਮ ਸੀ ਕਿ ਉਹਨੇ ਇੱਥੇ ਸ਼ਰੇਆਮ 2 ਪੁਲਿਸ ਮੁਲਾਜ਼ਮ ਜਿਹੜੇ ਸੀ ਉਹ ਮਾਰ ਦਿੱਤੇ ਸੀ। ਕੇਸ ਜਿਹੜੇ ਨੇ ਚੱਲਦੇ ਰਹਿੰਦੇ ਨੇ। ਉਸ ਦਿਨ ਵੀ ਅਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਇਹ A ਕੈਟਾਗਰੀ ਵਾਲੇ 21 ਤੋਂ ਵੱਧ ਗੈਂਗਸਟਰ ਨੇ। ਹੁਣ ਮੈਨੂੰ ਨਹੀਂ ਪਤਾ ਇਹ ਰਾਣੇ ਦੀ ਕੈਟਾਗਰੀ ਕਿਹੜੀ ਸੀ, ਪਰ ਜੇ 21 ਗੈਂਗਸਟਰ ਨੇ, ਮੈਂ ਉਸ ਦਿਨ ਵੀ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਸਰਕਾਰ ਨੂੰ ਉਹਨਾਂ 21 ਦਾ ਪਤਾ। ਜਦੋਂ ਸਰਕਾਰ ਦੇ 2 ਮੁਲਾਜ਼ਮ ਮਾਰੇ ਜਾਂਦੇ ਨੇ, ਫਿਰ ਸਰਕਾਰ ਉਸ ਬੰਦੇ ਨੂੰ ਬੰਗਾਲ ਜਾ ਕੇ ਲੱਭ ਲੈਂਦੀ ਆ, ਦਿਨ 4 ਨਹੀਂ ਲੱਗਦੇ। ਤੇ ਹੁਣ ਇਹਨਾਂ 21 ਨੂੰ ਕਿਉਂ ਨਹੀਂ ਲੱਭਿਆ ਜਾਂਦਾ? ਇਹ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਇਹ ਸਾਰਾ ਕੁਝ ਦੱਸਦੀ ਆ। ਤੇ ਅਸੀਂ ਫਿਲਮਾਂ 'ਚ ਵੀ ਦੇਖਿਆ, ਪੰਜਾਬ ਦੀਆਂ 'ਚ ਵੀ, ਤੇ ਤੁਸੀਂ ਬਾਲੀਵੁੱਡ ਦੀ ਫਿਲਮਾਂ ਦੀ ਗੱਲ ਵੀ ਕੀਤੀ। ਇਹ ਜਿਹੜੇ ਗੈਂਗਸਟਰ ਨੇ ਇਹ ਆਪ ਨਹੀਂ ਬਣਦੇ, ਇਹਨਾਂ ਦੇ ਪਿੱਛੇ ਵੀ ਰਾਜਨੀਤੀ ਹੁੰਦੀ ਆ। ਤੇ ਇੱਕ ਪੰਜਾਬੀ ਦੀ ਫਿਲਮ ਦਾ ਡਾਇਲੌਗ ਸੀਗਾ ਕਿ ਰਾਜਨੀਤੀ ਜਿਹੜੀ ਆ ਉਹ ਗੁੰਡਿਆਂ ਦੀ ਆਖਰੀ ਪਨਾਹ ਆ।
ਉਹ ਉੱਥੇ ਜਾ ਕੇ ਪਨਾਹ ਲੈਂਦੇ ਨੇ ਤੇ ਉਹਨਾਂ ਦੀ ਮਰਜ਼ੀ ਨਾਲ ਕੰਮ ਕਰਦੇ ਨੇ ਤੇ ਬਾਅਦ ਵਿੱਚ ਜਦੋਂ ਉਹ ਕਿਤੇ ਅਤੀ ਕਰਦੇ ਨੇ, ਅੱਤ ਕਰਦੇ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਪਾਵਰ ਉਹਨਾਂ ਕੋਲ ਬਹੁਤ ਹੈ, ਫਿਰ ਸਰਕਾਰ ਉਹਨਾਂ ਨੂੰ ਨਿਬੇੜਨ ਲੱਗੇ ਬਿੰਦ ਨਹੀਂ ਲਾਉਂਦੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਇਹੀ ਸਿਸਟਮ ਹੈ। ਜਦੋਂ ਲਦੇਨ ਨੂੰ ਬਣਾਇਆ ਜਾਂਦਾ ਉਦੋਂ ਅਮਰੀਕਾ ਉਹਨੂੰ ਬਣਾਉਂਦੀ ਆ ਕਿ ਉਹ ਰਸ਼ੀਆ ਦੇ ਖਿਲਾਫ ਕੰਮ ਕਰੇ ਅਫਗਾਨਿਸਤਾਨ ਦੇ ਵਿੱਚ। ਜਦੋਂ ਉਹ ਵੱਡਾ ਹੋ ਜਾਂਦਾ ਆ ਉਹਨੂੰ ਲੱਗਦਾ ਕਿ ਮੇਰਾ ਤੇ ਇਸਤੇਮਾਲ ਅਮਰੀਕਾ ਕਰਦਾ ਸੀ, ਫਿਰ ਉਹ ਅਮਰੀਕਾ ਦੇ ਉੱਤੇ ਜਾ ਕੇ ਹਮਲਾ ਕਰਦਾ ਤੇ ਫਿਰ ਅਮਰੀਕਾ ਉਹਨੂੰ ਨਿਬੇੜ ਦਿੰਦਾ। ਇੱਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਨੂੰ ਜ਼ਿਲ੍ਹਾ ਲੈਵਲ ਤੇ, ਸਟੇਟ ਲੈਵਲ ਤੇ ਉੱਪਰਲੇ ਲੈਵਲ ਤੇ ਮਿਲਣਗੀਆਂ। ਵਿਕਾਸ ਦੁਬੇ ਇੱਕ ਗੈਂਗਸਟਰ ਸੀ, ਉਹਨੂੰ ਪਹਿਲਾਂ ਫੜਿਆ ਗਿਆ, ਉਹਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਰਤਾ, ਫਿਰ ਉਹ ਫਰਾਰ ਹੋ ਗਿਆ, ਫਿਰ ਇੱਕ ਮੰਦਿਰ ਤੋਂ ਉਹਨੂੰ ਪੁਲਿਸ ਫੜ ਕੇ ਲਿਆਈ ਤੇ ਰਸਤੇ ਵਿੱਚ ਉਹਦੀ ਜਿਹੜੀ ਆ ਜੀਪ ਉਲਟ ਗਈ। ਇੱਦਾਂ ਹੀ ਇੱਕ ਇੱਕ ਤਿਆਗੀ ਨਾਂ ਦਾ ਹੀ ਹੋਰ ਗੈਂਗਸਟਰ ਸੀ ਬਹੁਤ ਵੱਡਾ, ਉਹਦੀ ਇੱਕ ਕੋਰਟ ਪਰਿਸਰ ਦੇ ਵਿੱਚ ਜੱਜ ਦੇ ਸਾਹਮਣੇ ਗੋਲੀਆਂ ਮਾਰ ਕੇ ਜਿਹੜੀ ਆ ਉਹ ਮੌਤ ਕਰ ਦਿੱਤੀ ਗਈ ਸੀ। ਸੋ ਗੈਂਗਸਟਰ ਦੀਆਂ ਕਹਾਣੀਆਂ ਜਿਹੜੀਆਂ ਨੇ ਚਾਹੇ ਪੰਜਾਬ ਦੀਆਂ ਲੈ ਲਓ, ਚਾਹੇ ਯੂਪੀ ਦੀਆਂ ਲੈ ਲਓ ਤੇ ਚਾਹੇ ਕਿਤੇ ਹੋਰ ਦੀਆਂ ਲੈ ਲਓ। ਅੱਜ ਦੀ ਹੀ ਇੱਕ ਖਬਰ ਸੀ, ਅੰਕਿਤ ਗੁੱਜਰ ਨਾਂ ਦਾ ਇੱਕ ਗੈਂਗਸਟਰ ਤਿਹਾੜ ਜੇਲ੍ਹ ਦੇ ਵਿੱਚ ਮਾਰ ਦਿੱਤਾ ਗਿਆ। ਜੇਲ੍ਹਾਂ ਦੇ ਵਿੱਚ ਅਕਸਰ ਲੜਾਈਆਂ ਹੁੰਦੀਆਂ ਨੇ। ਵਿੱਕੀ ਗੌਂਡਰ ਸੁੱਖਾ ਕਾਲਵਾ ਪੁਲਿਸ ਉਹਨੂੰ ਲੈ ਕੇ ਆ ਰਹੀ ਸੀ, ਰਸਤੇ 'ਚ ਬ੍ਰੇਕ ਲਾਈ ਤੇ ਲੋਕਾਂ ਨੇ ਉਹ ਜਿਹੜੇ ਉਹਦੇ ਵਿਰੋਧੀ ਸੀ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਗੈਂਗਸਟਰ ਢੇਰ ਕਰ ਦਿੱਤਾ ਗਿਆ। ਸੋ ਇਹ ਜਿਹੜਾ ਸਾਰਾ ਕੁਝ ਹੈਗਾ ਇਹਦੇ 'ਚ ਸਮਾਜਿਕ ਤਾਣੇ ਬਾਣੇ ਦਾ ਵੀ ਕਸੂਰ ਆ ਤੇ ਸਰਕਾਰੀ ਤੰਤਰ ਦਾ ਵੀ ਕਸੂਰ ਹੈ। ਸ਼ਰਮਾ ਜੀ, ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਤੇ ਮੈਨੂੰ ਲੱਗਦਾ ਹੈ ਕਿ ਗੈਂਗਸਟਰਾਂ ਦਾ ਸੰਬੰਧ ਨਸ਼ਾ ਤਸਕਰੀ ਨਾਲ ਵੀ ਜੁੜਿਆ ਹੁੰਦਾ ਸ਼ਾਇਦ, ਤੇ ਨਸ਼ਾ ਤਸਕਰੀ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਦਾ ਇੱਕ ਵਿਸ਼ੇਸ਼ ਵਿਭਾਗ ਕਾਇਮ ਕੀਤਾ ਗਿਆ, STF ਬਣਾਈ ਗਈ। ਤੇ ਵੈਸੇ ਤਾਂ ਵਿਰੋਧੀ ਨਿਸ਼ਾਨਾ ਬਣਾਉਂਦੇ ਨੇ, ਪਰ ਸਰਕਾਰ ਆਪਣੇ ਹੀ ਵਿਭਾਗ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਰਹੀ ਹੈ। ਤੇ ਪੂਰਾ ਮਾਮਲਾ ਕੀ ਹੈ? ਦੇਖੋ, ਤੁਸੀਂ ਉਹ ਪੰਜਾਬੀ ਦੀ ਕਹਾਵਤ ਤਾਂ ਸੁਣੀ ਆ, ਹਿੰਦੀ ਦੀ ਕਹਾਵਤ ਤਾਂ ਸੁਣੀ ਆ, ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਜਦੋਂ ਸਰਕਾਰ ਤੇ ਇੰਨੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਫਿਰ ਪਾਰਟੀ ਦੇ ਅੰਦਰ ਬਗਾਵਤ ਉੱਠੀ ਤੇ ਪਾਰਟੀ ਹਾਈ ਕਮਾਂਡ ਨੇ ਮੁੱਖ ਮੰਤਰੀ ਨੂੰ ਵੀ ਦਿੱਲੀ ਸੱਦ ਲਿਆ ਤੇ ਉਹਦੇ ਹੱਥ 'ਚ ਇੱਕ ਚਿੱਠੀ ਦੇ ਦਿੱਤੀ ਵੀ ਆਹ 18 ਕੰਮ ਨੇ ਜਿਹੜੇ ਕੀਤੇ ਨਹੀਂ, ਸਮਾਂ ਥੋੜ੍ਹਾ ਰਹਿ ਗਿਆ, ਇਹਨਾਂ ਨੂੰ ਕੰਮਾਂ ਨੂੰ ਕਰਕੇ ਦੱਸੋ। ਉਹਦੇ ਵਿੱਚ ਜਿਹੜੀ ਨਸ਼ਾ ਤਸਕਰੀ ਆ ਉਹ ਇੱਕ ਵੱਡਾ ਮੁੱਦਾ ਸੀ। ਪਿਛਲੀ ਸਰਕਾਰ ਇਸੇ ਮੁੱਦੇ ਤੇ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਆ ਜਾਂ ਨਸ਼ਾ ਜਿਹੜਾ ਆ ਉਹ ਬਹੁਤ ਵੱਡੇ ਲੈਵਲ ਤੇ ਆ ਤੇ ਮੌਜੂਦਾ ਮੁੱਖ ਮੰਤਰੀ ਨੇ ਪਿਛਲੇ ਚੋਣ ਪ੍ਰਚਾਰ ਦੇ ਦੌਰਾਨ ਇੱਕ ਧਾਰਮਿਕ ਗ੍ਰੰਥ ਨੂੰ ਹੱਥ 'ਚ ਫੜ ਕੇ ਵੱਡੀ ਸਹੁੰ ਖਾਧੀ ਸੀ ਕਿ ਮੈਂ ਕੁਝ ਹਫ਼ਤਿਆਂ ਦੇ ਵਿੱਚ ਹੀ ਸਾਰਾ ਕੁਝ ਖਤਮ ਕਰ ਦੂੰਗਾ। ਫਿਰ ਉਹਨਾਂ ਨੇ ਇੱਕ STF ਦੀ ਜਿਹੜੀ ਆ ਗਠਨ ਕੀਤਾ। ਉਹਦੇ 'ਚ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਦੇ ਬਹੁਤ ਸੀਨੀਅਰ IPS ਨੇ, 92 ਬੈਚ ਦੇ ਅਧਿਕਾਰੀ ਨੇ, ਉਹਨਾਂ ਨੂੰ ਕਮਾਨ ਦਿੱਤੀ ਗਈ। ਕਿਹਾ ਜਾਂਦਾ ਸੀਗਾ ਕਿ ਬਹੁਤ ਇਮਾਨਦਾਰ ਤੇ ਬਹੁਤ ਤੇਜ਼ ਤਰਾਰ ਅਫਸਰ ਨੇ ਤੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਬਹੁਤ ਸਲੀਕੇ ਨਾਲ ਸੁਲਝਾ ਦਿੰਦੇ ਨੇ। ਪਰ ਬਾਅਦ ਵਿੱਚ ਦੇਖਣ 'ਚ ਆਇਆ ਕਿ ਉਹਨਾਂ ਨੂੰ ਉਨੀ ਆਜ਼ਾਦੀ ਦੇ ਨਾਲ ਜਾਂ ਉਨੇ ਫ੍ਰੀ ਹੈਂਡ ਨਹੀਂ ਦਿੱਤਾ ਗਿਆ ਕੰਮ ਕਰਨ ਲਈ, ਜਿਹਦੇ ਨਾਲ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਸੋਲਵ ਕਰ ਸਕਣ। ਬਹੁਤ ਸਾਰੇ ਮੁੱਦੇ ਨੇ ਰਾਜਨੀਤੀ ਦੇ ਵਿੱਚ ਜਿਹੜੇ ਠੰਡੇ ਬਸਤੇ 'ਚ ਪਾ ਦਿੱਤੇ ਜਾਂਦੇ ਨੇ, ਜਦੋਂ ਲੋੜ ਹੋਵੇ ਫਿਰ ਚੁੱਕ ਲੈ ਜਾਂਦੇ ਨੇ। ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਉਹ ਕਦੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਨਹੀਂ ਹੈਗਾ, ਸਾਡੀ ਸਰਕਾਰ ਨੇ ਇਦਾਂ ਦਾ ਕੋਈ ਕੰਮ ਹੀ ਨਹੀਂ ਕੀਤਾ, ਤੇ ਹੁਣ ਉਹ ਕਹਿੰਦੇ ਨੇ ਕਿ ਨਸ਼ਾ ਖਤਮ ਨਹੀਂ ਹੋਇਆ। ਅਗੇਨ ਉਹੀ ਗੱਲ ਆ ਕਿ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਹਰ ਸ਼ਬਦ ਨੂੰ ਵਰਤ ਸਕਦੇ ਆ, ਲੋਕਾਂ ਨੂੰ ਤੁਸੀਂ ਮੂਰਖ ਬਣਾਉਂਦੇ ਰਹਿੰਦੇ ਆ। ਇਦਾਂ ਹੀ ਕੰਮ ਜਿਹੜਾ ਪੰਜਾਬ ਦੀ ਹੋਮ ਅਫੇਅਰਸ ਨੇ ਕੀਤਾ ਆ, ਮਿਨਿਸਟਰੀ ਆਫ ਹੋਮ ਅਫੇਅਰ ਜਿਹੜਾ ਗ੍ਰਹਿ ਮੰਤਰਾਲੇ ਆ, ਉਹਨੇ ਉਹਨਾਂ ਦੇ ਇੱਕ ਸੀਨੀਅਰ ਸੈਕਟਰੀ ਨੇ ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ ਆ ਕਿ STF ਜਿਹੜੀ ਆ ਉਹ ਆਪਣਾ ਕੰਮ ਜਿਹੜਾ ਆ ਉਹ ਸੁਚਾਰੂ ਢੰਗ ਨਾਲ ਨਹੀਂ ਕਰ ਰਹੀ, ਉਹ ਇਸ ਕੰਮ ਨੂੰ ਲੇਟ ਕਰ ਰਹੀ ਆ। ਤੇ ਭਾਈ ਤੁਹਾਨੂੰ ਕਿਹਨੇ ਰੋਕਿਆ STF ਨੂੰ ਕਹਿਣ ਤੋਂ? ਤੁਸੀਂ ਇੱਕ ਪੱਤਰ ਜਿਹੜਾ ਜਾਰੀ ਕਰਦੇ ਆ, ਤੁਸੀਂ STF ਚੀਫ ਨੂੰ ਬੁਲਾ ਕੇ ਕਿਉਂ ਨਹੀਂ ਪੁੱਛਿਆ 6 ਮਹੀਨਿਆਂ ਬਾਅਦ ਜਾਂ 4 ਮਹੀਨਿਆਂ ਬਾਅਦ ਜਾਂ 2 ਮਹੀਨਿਆਂ ਬਾਅਦ? ਉਦੋਂ ਤੁਸੀਂ ਸੁੱਤੇ ਹੋਏ ਸੀ। ਤੁਸੀਂ ਉਦੋਂ ਹੀ ਜਾਗੇ ਆ ਜਦੋਂ ਪਾਰਟੀ ਦੇ ਅੰਦਰ ਬਗਾਵਤ ਹੋਈ ਤੇ ਤੁਹਾਨੂੰ 18 ਜਿਹੜੇ ਨੁਕਤੇ ਸੀ ਉਹ ਦੇ ਦਿੱਤੇ ਗਏ ਕਿ ਪੰਜਾਬ ਦੇ ਭਲੇ ਦੀ ਗੱਲ ਕਰੋ। ਜੇ ਤੁਹਾਨੂੰ ਲੱਗਦਾ ਸੀ ਕਿ STF ਠੀਕ ਕੰਮ ਨਹੀਂ ਕਰ ਰਹੀ ਤੁਹਾਡੀ, ਤਾਂ ਤੁਸੀਂ ਉਹਨੂੰ ਪਹਿਲਾਂ ਜਦੋਂ ਮਰਜ਼ੀ ਬੁਲਾ ਸਕਦੇ ਆ। ਤੁਹਾਡੀ ਥਾਪੀ ਹੋਈ ਸੰਸਥਾ ਆ, ਤੁਹਾਡੇ ਥਾਪੇ ਹੋਏ ਅਫਸਰ ਨੇ, ਤੁਸੀਂ ਸਰਕਾਰ ਹੋ। ਸੋ ਇਹ ਅਗੇਨ ਉਸ ਮੁੱਦੇ ਨੂੰ ਉਲਝਾਉਣ ਵਾਲੀ ਸਥਿਤੀ ਆ। ਜੇ ਸਰਕਾਰ ਚਾਹੇ, ਜਿੱਦਾਂ ਮੈਂ ਹੁਣੀ ਗੱਲ ਕੀਤੀ ਕਿ ਉਹ ਗੈਂਗਸਟਰਾਂ ਨੂੰ ਫੜਿਆ ਜਾ ਸਕਦਾ, ਉਹਨਾਂ ਨੂੰ ਮੁੱਖ ਧਾਰਾ 'ਚ ਵੀ ਜ਼ਿੰਦਗੀ 'ਚ ਲਿਆ ਜਾ ਸਕਦਾ, ਉਹਨਾਂ ਨੂੰ ਮੋੜਿਆ ਵੀ ਜਾ ਸਕਦਾ। ਤੇ ਇਦਾਂ ਹੀ ਜਿਹੜਾ ਨਸ਼ਾ ਆ ਜਾਂ ਹੋਰ ਸਾਰੀਆਂ ਸਮੱਸਿਆਵਾਂ, ਜੇ ਸਰਕਾਰ ਦੀ ਨੀਤ ਤੇ ਨੀਅਤੀ ਸਾਫ਼ ਹੋਵੇ ਤੇ ਬਹੁਤ ਸਾਰੇ ਤਰੀਕੇ ਨਾਲ ਸੌਖੇ ਕੰਮ ਜਿਹੜੇ ਨਾ ਨਿਬੇੜੇ ਜਾ ਸਕਦੇ ਨੇ। ਸ਼ਰਮਾ ਜੀ, ਥੋੜੇ ਜਿਹੇ ਸ਼ਬਦਾਂ 'ਚ ਹਨੀ ਸਿੰਘ ਦੀ ਗੱਲ ਕਰੀਏ ਤੇ ਉਹ ਇਸ ਵੇਲੇ ਚਰਚਾ ਵਿੱਚ ਬਣੇ ਹੋਏ ਨੇ। ਕਿਹੜਾ ਮੁੱਦਾ ਹੈ ਜਿਸ ਨੂੰ ਲੈ ਕੇ ਇਸ ਵੇਲੇ ਚਰਚਾ 'ਚ ਨੇ? ਦੇਖੋ, ਹਨੀ ਸਿੰਘ ਦੀ ਗੱਲ ਥੋੜੇ ਸ਼ਬਦਾਂ 'ਚ ਹੀ ਕੀਤੀ ਜਾਊਗੀ ਕਿਉਂਕਿ ਉਹ ਇੱਕ ਕੁਝ ਸਮਾਂ ਪਹਿਲਾਂ ਬਹੁਤ ਮਸ਼ਹੂਰ ਸਿੰਗਰ ਸੀ, ਰੈਪ ਕਰਦੇ ਸੀ, ਪੰਜਾਬ ਦੇ ਰਹਿਣ ਵਾਲੇ ਨੇ। ਪਰ ਇਹ ਜਿਹੜੇ ਸੈਲੀਬ੍ਰਿਟੀਜ਼ ਨੇ, ਜਦੋਂ ਸੈਲੀਬ੍ਰਿਟੀ ਬਣਦੇ ਨੇ ਤੇ ਫਿਰ ਇਹਨਾਂ ਦੇ ਨਾਲ ਜਿਹੜੇ ਨੇ ਬਹੁਤ ਸਾਰੇ ਅਪਵਾਦ ਵੀ ਜੁੜਦੇ ਨੇ, ਬਹੁਤ ਸਾਰੇ ਵਿਵਾਦ ਵੀ ਜੁੜਦੇ ਨੇ ਤੇ ਬਹੁਤ ਸਾਰੇ ਵਿਵਾਦਾਂ ਵਾਲੀਆਂ ਗੱਲਾਂ ਇਹ ਆਪ ਵੀ ਕਰਦੇ ਨੇ। ਜਿਹੋ ਜਿਹੇ ਇਹ ਗੀਤ ਗਾਉਂਦੇ ਸੀ ਸਾਨੂੰ ਤੇ ਉਹ ਪਹਿਲਾਂ ਵੀ ਕਦੇ ਉਹਨਾਂ ਨੇ ਉਸ ਚੀਜ਼ ਨਾਲ ਪ੍ਰਭਾਵਿਤ ਨਹੀਂ ਕੀਤਾ। ਸ਼ਰਾਬ ਦਾ ਜਾਂ ਫਿਰ ਛੋਟੇ ਕੱਪੜਿਆਂ ਦਾ ਪ੍ਰਸਾਰ ਬਹੁਤ ਕਰਦੇ ਸੀ।
ਹੁਣ ਉਹਨਾਂ ਦੀ ਘਰੇਲੂ ਲਾਈਫ ਦੇ ਵਿੱਚ ਕੁਝ ਦਿੱਕਤ ਆਈ ਹੈ, ਉਹਨਾਂ ਦੀ ਵਾਈਫ ਨੇ ਉਹਨਾਂ ਦੇ ਉੱਤੇ ਘਰੇਲੂ ਹਿੰਸਾ ਦਾ ਆਰੋਪ ਲਾ ਕੇ ਤੇ 10 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਨਾਲ ਸ਼ਾਇਦ ਤਲਾਕ ਦੀ ਗੱਲ ਕੀਤੀ ਹੈ। ਸੈਲੀਬ੍ਰਿਟੀਜ਼ ਨੂੰ ਸਾਡਾ ਯੂਥ ਬਹੁਤ ਫੋਲੋ ਕਰਦਾ ਹੈ ਤੇ ਇਹ ਜੋ ਕੁਝ ਕਰਦੇ ਨੇ ਉਹਨਾਂ ਦਾ ਅਸਰ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉੱਤੇ ਬਹੁਤ ਪੈਂਦਾ ਹੈ ਤੇ ਖਾਸ ਤੌਰ ਤੇ ਸਾਡਾ ਜਿਹੜਾ ਮੀਡੀਆ ਆ, ਅਸੀਂ ਵੀ ਹੁਣ ਇਹਦੀ ਗੱਲ ਜ਼ਰੂਰ ਕਰ ਰਹੇ ਹਾਂ, ਸ਼ਾਇਦ ਸਾਡੇ ਲਈ ਵੀ ਜ਼ਰੂਰੀ ਆ ਕਿ ਲੋਕਾਂ ਤੱਕ, ਦਰਸ਼ਕਾਂ ਤੱਕ ਇਹ ਗੱਲ ਲੈ ਕੇ ਜਾਣੀ ਹੈ। ਸੁਸ਼ਾਂਤ ਸਿੰਘ ਮਰਡਰ ਕੇਸ ਹੋਵੇ ਜਾਂ ਬੀਤੇ ਦਿਨੀ ਇੱਕ ਪੰਜਾਬ ਦੇ ਹੋਰ ਕਲਾਕਾਰ ਦੇ ਘਰ ਦੀ ਲੜਾਈ ਜਿਹੜੀ ਅਸੀਂ ਹਰ ਚੈਨਲ ਤੇ ਦਿਖਾਈ ਗਈ, ਇਦਾਂ ਹੀ ਹੁਣ ਇਹ ਜਿਹੜਾ ਮਸਲਾ ਆ ਇਹ ਵੀ ਬਹੁਤ ਪ੍ਰਖਰ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਵੇਗਾ। ਪਰ ਮੈਨੂੰ ਲੱਗਦਾ ਆ ਕਿ ਹਰ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਰਹਿੰਦੀਆਂ ਨੇ, ਪਰ ਜਿੱਦਾਂ ਤੁਸੀਂ ਸੈਲੀਬ੍ਰਿਟੀ ਹੋ, ਜਿੰਨੀ ਤੁਸੀਂ ਪ੍ਰਸਿੱਧੀ ਹਾਸਲ ਕੀਤੀ ਆ, ਉੱਦਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਝੱਲਣੀਆਂ ਪੈਂਦੀਆਂ ਨੇ। ਰਾਜ ਕੁੰਦਰਾ ਵਾਲੇ ਮਸਲੇ ਦੇ ਵਿੱਚ ਸ਼ਿਲਪਾ ਸ਼ੈਟੀ ਨੇ ਵੀ ਇਹ ਗੱਲ ਲਾਈ ਸੀ, ਬੀਤੇ ਦਿਨੀ ਇੱਕ ਬੇਨਤੀ ਕੀਤੀ ਸੀ ਸਾਰੀ ਪ੍ਰੈਸ ਨੂੰ ਕਿ ਮੇਰੇ ਜਿਹੜਾ ਫੈਮਿਲੀ ਦਾ ਮੈਟਰ ਆ, ਮੇਰੀ ਨਿੱਜੀ ਜ਼ਿੰਦਗੀ ਨੂੰ ਉਜਾਗਰ ਨਾ ਕੀਤਾ ਜਾਵੇ। ਦੇਖੋ, ਜਦੋਂ ਤੁਸੀਂ ਸੈਲੀਬ੍ਰਿਟੀ ਬਣਦੇ ਆ ਉਦੋਂ ਤੁਸੀਂ ਚਾਹੁੰਦੇ ਆ ਕਿ ਅਸੀਂ ਬਹੁਤ ਮਸ਼ਹੂਰ ਹੋਈਏ, ਜਦੋਂ ਤੁਸੀਂ ਮਸ਼ਹੂਰ ਹੁੰਦੇ ਆ ਫਿਰ ਤੁਸੀਂ ਕਹਿੰਦੇ ਆ ਕਿ ਸਾਡੀ ਕੋਈ ਗੱਲ ਨਾ ਕਰੇ। ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਸਵਾਦ ਚੀਜ਼ ਤੁਸੀਂ ਚੰਗਾ ਸਾਰਾ ਕੁਝ ਤੁਹਾਡਾ ਤੇ ਮਾੜਾ ਸਾਰਾ ਲੋਕਾਂ ਦਾ, ਇਦਾਂ ਨਹੀਂ ਹੋਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਨਾਲ ਹੀ ਚੱਲਣੀਆਂ ਨੇ ਤੇ ਇਹ ਝੱਲਣੀਆਂ ਪੈਣੀਆਂ ਨੇ। ਤੇ ਇਸ ਵੇਲੇ ਸ਼ਰਮਾ ਜੀ ਸਾਡੇ ਪ੍ਰੋਗਰਾਮ ਦਾ ਸਮਾਂ ਮੁੱਕ ਰਿਹਾ ਤੇ ਤੁਸੀਂ ਸਟੂਡੀਓ 'ਚ ਆਏ, ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਇਸ ਸਿਲਸਿਲੇ ਨਾਲ ਜੁੜਨ ਲਈ। ਅਗਲੇ ਮੁੱਦਿਆਂ ਨਾਲ ਫੇਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।